ਸਾਡੇ ਬਹੁਤ ਹੀ ਸਨਮਾਨਿਤ ਗੈਸਟ ਰਾਜਵਿੰਦਰ ਜੀ, ਸਵਾਗਤ ਹੈ ਤੁਹਾਡਾ। ਅੱਜ ਅਸੀਂ ਐਨਈਪੀ ਵਿੱਚ ਜਿਹੜੇ 4 ਸ਼ਬਦ ਬਹੁਤ ਹੀ ਵੱਡੀ ਭੂਮਿਕਾ ਨਿਭਾ ਰਹੇ ਹੈਗੇ ਨੇ, ਉਹਨਾਂ ਬਾਰੇ ਡਿਸਕਸ ਕਰਨਾ ਚਾਹੁੰਦੇ ਹਾਂ। ਉਹ 4C ਕਿਹੜੇ ਹੈਗੇ ਨੇ, ਉਹ ਤੁਹਾਡੇ ਅਸੀਂ ਮੁਖ ਤੋਂ ਜਾਣਨਾ ਚਾਹੁੰਦੇ ਹਾਂ। ਰਾਜਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਅੰਮ੍ਰਿਤ ਜੀ, ਥੈਂਕ ਯੂ ਅੱਜ ਦੁਬਾਰਾ ਮੌਕਾ ਦਿੱਤਾ। ਅੱਜ ਸਾਨੂੰ ਬਹੁਤ ਇੰਪੋਰਟੈਂਟ ਜਿਹੜੇ ਉਹ ਤੁਸੀਂ ਵਰਡਸ ਨੇ ਜਿਹੜੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੀ ਉਹਦੇ ਵਿੱਚ ਯੂਜ਼ ਕੀਤੇ ਗਏ ਨੇ, ਔਰ ਉਹ 4 ਵਰਡ ਮੈਂ ਸਮਝਦਾ ਹਾਂ ਸਾਰੀ ਐਜੂਕੇਸ਼ਨ ਪਾਲਿਸੀ ਦੀ ਆਤਮਾ ਹਨ। ਔਰ ਉਹ 4 ਵਰਡ ਹਨ ਕਮਿਊਨੀਕੇਸ਼ਨ, ਅੱਛਾ, ਕੋਲੈਬੋਰੇਸ਼ਨ, ਕ੍ਰਿਟੀਕਲ ਥਿੰਕਿੰਗ ਅਤੇ ਕ੍ਰੀਏਟੀਵਿਟੀ। ਇਹ 4C ਭਾਵੇਂ ਅੱਜ ਅਸੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਅੰਡਰ ਇਹਨੂੰ ਡਿਸਕਸ ਕਰ ਰਹੇ ਹਾਂ, ਲੇਕਿਨ ਇਹ ਉਹ ਚੀਜ਼ਾਂ ਨੇ ਜਿਹੜੀਆਂ ਹਰ ਇੱਕ ਟੀਚਰ ਦੇ ਵਿੱਚ ਹੋਣੀਆਂ ਹੀ ਚਾਹੀਦੀਆਂ ਨੇ, ਜਿਸ ਦੇ ਨਾਲ ਕਿ ਉਹ ਆਪਣੇ ਟੀਚਿੰਗ ਲਰਨਿੰਗ ਪ੍ਰੋਸੈਸ ਨੂੰ ਇਫੈਕਟਿਵ ਬਣਾ ਸਕਦਾ ਹੈ, ਆਪਣੀ ਪਰਸਨੈਲਿਟੀ ਨੂੰ ਇਫੈਕਟਿਵ ਬਣਾ ਸਕਦਾ ਹੈ। ਬੱਚਿਆਂ ਦੇ ਵਿੱਚ ਇਹ ਗੁਣ ਜਿਹੜੇ ਹੈ ਉਹਨਾਂ ਦੀ ਪਰਸਨੈਲਿਟੀ ਡਿਵੈਲਪ ਕਰਦੇ ਨੇ, ਉਹਨਾਂ ਦੀ ਜਿਹੜੀ ਟੀਚਿੰਗ ਲਰਨਿੰਗ ਪ੍ਰੋਸੈਸ ਹੈ ਉਹਨੂੰ ਇੰਪਰੂਵ ਕਰਦੇ ਨੇ। ਇਹ ਚੀਜ਼ਾਂ ਮੈਂ ਸਮਝਦਾ ਬਹੁਤ ਇੰਪੋਰਟੈਂਟ ਨੇ। 4C ਆਪਾਂ ਕਹਿ ਰਹੇ ਹਾਂ ਕਿਉਂਕਿ ਐਨਈਪੀ ਨੇ ਨਾ ਇੱਥੇ ਬਹੁਤ ਜ਼ੋਰ ਦਿੱਤਾ ਹੈਗਾ। ਪਹਿਲਾਂ ਜਿਹੜਾ ਸੈਮੀਨਾਰ ਸਾਡਾ ਲੱਗਾ ਹੈਗਾ ਆ, ਅਸੀਂ ਇਹਨੂੰ ਬਹੁਤ ਡਿਟੇਲ ਚ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈਗੀ ਸੀ ਕਿ ਆਹ 4 ਕੰਪੋਨੈਂਟ ਪਹਿਲਾਂ ਟੀਚਰਸ ਆ ਜਾਣ, ਤੇ ਟੀਚਰਸ ਇਸ ਕਰਕੇ ਆ ਜਾਣ ਕਿ ਬੱਚੇ ਜਾ ਸਕਣ। ਅਗਰ ਇਹ 4 ਚੀਜ਼ਾਂ ਬੱਚਿਆਂ ਚ ਆਪਾਂ ਇਨਕਲਕੇਟ ਕਰ ਪਾਏ ਤੇ ਅਸੀਂ ਬਹੁਤ ਜ਼ਿਆਦਾ ਭਲਾ ਕਰਨ ਵਾਲੇ ਹੈਗੇ ਆ, ਤੇ ਉਸ ਚੀਜ਼ ਨੂੰ ਆਪਾਂ ਵਧਾ ਪਾਵਾਂਗੇ ਜਿਸ ਚੀਜ਼ ਦੀ ਬਹੁਤ ਕਮੀ ਆ ਰਹੀ ਹੈਗੀ ਆ। ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਮਸ਼ੀਨਾਂ ਤੋਂ ਅੱਗੇ ਵੱਧ ਗਏ, ਕਿਉਂਕਿ ਪਹਿਲਾਂ ਕੰਪੀਟੀਸ਼ਨ ਰਾਜਵਿੰਦਰ ਜੀ ਸਾਡਾ ਕਿਹਦੇ ਨਾਲ ਸੀ ਭਲਾ? ਆਪਸ ਵਿੱਚ ਹੀ। ਠੀਕ ਹੈ ਨਾ, ਇਨਸਾਨ ਦਾ ਕੰਪੀਟੀਸ਼ਨ ਇਨਸਾਨ ਨਾਲ ਸੀ। ਹੁਣ ਸਾਡਾ ਕੰਪੀਟੀਸ਼ਨ ਹੋ ਗਿਆ ਹੈ ਮਸ਼ੀਨਾਂ ਦੇ ਨਾਲ, ਤੇ ਮਸ਼ੀਨ ਜੀ AI ਦੇ ਨਾਲ। ਉਹ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਪਹਿਲਾਂ ਹੀ ਬੜਾ ਕੁਝ ਪਤਾ ਹੈਗਾ। ਮੈਂ ਐਗਜ਼ਾਮਪਲ ਲੈਣਾ ਹੁੰਦਾ ਆ ਕਿ ਅੱਜ ਤੋਂ 20 ਸਾਲ ਪਹਿਲਾਂ ATM ਆਉਣੇ ਸ਼ੁਰੂ ਹੋ ਗਏ ਤੇ ਟੈਲਰ ਦੀਆਂ ਪੋਸਟਾਂ ਹੌਲੀ ਹੌਲੀ ਖਤਮ ਹੁੰਦੀਆਂ ਗਈਆਂ। ਬਤੌਰ ਕਾਮਰਸ ਲੈਕਚਰਰ ਮੈਨੂੰ ਇਹ ਬਹੁਤ ਡਿਟੇਲ ਚ ਬੱਚਿਆਂ ਨੂੰ ਸਮਝਾਉਣਾ ਪੈਂਦਾ ਹੈਗਾ ਆ ਕਿ ਤੁਸੀਂ ਬੈਂਕ ਕਿਉਂ ਜਾਓਗੇ। ਅੱਜ ਤੋਂ 20 ਸਾਲ ਪਹਿਲਾਂ ਤੇ ਅਸੀਂ ਪੈਸੇ ਕਢਾਉਣ ਲਈ ਵੀ ਜਾਂਦੇ ਹਾਂ, ਜਮ੍ਹਾਂ ਕਰਾਉਣ ਲਈ ਵੀ ਜਾਂਦੇ ਹਾਂ, ਪਰ ਅੱਜ ਕਿਉਂ ਜਾਓਗੇ? ਇਹੋ ਮੈਂ ਟੀਚਰਸ ਨੂੰ ਪੁੱਛਦਾ ਹੁੰਦਾ ਕਿ ਤੁਸੀਂ ਬੈਂਕ ਕਿਉਂ ਜਾਓਗੇ, ਤੇ ਉਹ ਵਾਕਈ ਹੈਰਾਨ ਹੁੰਦੇ ਸੋਚ ਕੇ ਭਈ ਕਿਉਂ ਜਾਵਾਂਗੇ, ਸਾਨੂੰ ਕੀ ਲੋੜ ਹੈਗੀ ਆ ਕੋਈ ਸਟੇਟਮੈਂਟ ਕੱਢਣ ਦੀ? ਨਹੀਂ, ਉਹ ਤੇ ਮੋਬਾਈਲ ਤੇ ਅਵੇਲੇਬਲ ਹੈ। ਕੀ ਮੈਨੂੰ ਲੋਨ ਲੈਣ ਲਈ ਜਾਣਾ ਪਊਗਾ? ਨਹੀਂ ਜੀ, ਉਹ ਤੇ ਤੁਸੀਂ ਕਲਿੱਕ ਕਰਵਾਉਂਦੇ 3 ਮਿੰਟਾਂ ਚ ਆਪਾਂ ਕਰ ਦੇਵਾਂਗੇ। ਤੁਸੀਂ ਪੈਨ ਆਧਾਰ ਆਪਣਾ ਅਪਲੋਡ ਕਰ ਦਿਓ, ਬਸ ਇੰਨੀ ਚ ਲੋੜ ਹੈਗੀ ਆ। ਸਿਬਿਲ ਰਿਕਾਰਡ ਤੁਹਾਡਾ ਅਵੇਲੇਬਲ ਹੈਗਾ ਸਾਡੇ ਕੋਲ ਪਹਿਲਾਂ ਹੀ। ਤੇ ਫਿਰ ਅਸੀਂ ਬੈਂਕ ਕਿਉਂ ਜਾ ਰਹੇ ਹਾਂ ਜਦੋਂ ਪੈਸਾ ਕਢਾਉਣਾ ਨਹੀਂ, ਪੈਸਾ ਜਮਾ ਨਹੀਂ ਕਰਾਉਣਾ, ਟ੍ਰਾਂਸਫਰ ਆਪਾਂ ਆਪਣੇ QR ਕੋਡ ਦੇ ਨਾਲ ਕਰੀ ਜਾ ਰਹੇ ਹੈਗੇ ਆ। ਤੇ ਇਹ ਜਿਹੜਾ ਕੰਪੀਟੀਸ਼ਨ ਹੈ ਹੁਣ ਸਾਡੇ ਨਾਲ ਕਿੰਨਾ ਆ ਗਿਆ? ਮਸ਼ੀਨਾਂ ਦੇ ਨਾਲ। ਤੇ ਜੇ ਮਸ਼ੀਨਾਂ ਤੋਂ ਜਿੱਤਣਾ ਹੈਗਾ ਆ ਤੇ ਫਿਰ ਸਾਨੂੰ ਸੋਚਣਾ ਪਏਗਾ ਕਿ ਅਸੀਂ ਕੀ ਕਰਾਂਗੇ ਕਿ ਸਾਡੀ ਵਿਜੇ ਮਸ਼ੀਨਾਂ ਤੋਂ ਹੋ ਜਾਏਗੀ। ਬਿਲਕੁਲ ਠੀਕ ਗੱਲ ਕਰ ਰਹੇ ਤੁਸੀਂ ਅੰਮ੍ਰਿਤ ਜੀ। ਵਾਕਈ ਜਿਹੜੇ 4Cs ਨੇ ਅੱਜ ਦੇ ਟਾਈਮ ਦੇ ਬਹੁਤ ਇੰਪੋਰਟੈਂਟ ਨੇ ਸਾਡੇ ਸਿਸਟਮ ਦੇ ਵਿੱਚ, ਜਿਨ੍ਹਾਂ ਨੂੰ ਸਿੱਖਣਾ ਔਰ ਆਪਣੇ ਲਾਈਫ 'ਚ ਲਿਆਉਣਾ ਬਹੁਤ ਇੰਪੋਰਟੈਂਟ ਹੈ ਜੇ ਤੁਸੀਂ ਇੱਕ ਅਕੈਡਮਿਕ ਸਕਸੈਸ ਲੈਣਾ ਚਾਹੁੰਦੇ ਹੋ। ਔਰ ਇਹ 4Cs ਜਿਹੜੇ ਨੇ ਇੱਕ ਨਾਰਮਲ ਹਿਊਮਨ ਬੀਇੰਗ, ਚਾਹੇ ਉਹ ਟੀਚਰ ਹੈ, ਚਾਹੇ ਉਹ ਸਟੂਡੈਂਟ ਹੈ, ਚਾਹੇ ਕੋਈ ਹੋਰ ਪ੍ਰੋਫੈਸ਼ਨ ਦਾ ਹੈ, ਉਹਨੂੰ ਆਪਣੇ ਸਕਿੱਲ ਨੂੰ ਡਿਵੈਲਪ ਕਰਨ ਦੇ ਵਿੱਚ ਬਹੁਤ ਮੇਜਰ ਰੋਲ ਅਦਾ ਕਰਦੇ ਨੇ। ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਵਾਸਤੇ, ਆਪਣੀ ਜਿਹੜੀ ਆਉਣ ਵਾਲਾ ਕੰਪਲੈਕਸ ਵਰਲਡ ਆ ਉਹਦੀ ਪ੍ਰੋਬਲਮ ਨੂੰ ਸਮਝਣ ਵਾਸਤੇ, ਉਹਦੇ ਚੈਲੰਜਸ ਨੂੰ ਸਮਝਣ ਵਾਸਤੇ, ਔਰ ਲਾਈਫ ਲਾਈਨ ਜਿਹੜੀ ਲੌਂਗ ਲਰਨਿੰਗ ਔਰ ਪਰਸਨਲ ਡਿਵੈਲਪਮੈਂਟ, ਜਿਵੇਂ ਮੈਂ ਗੱਲ ਕੀਤੀ, ਉਹਦੇ ਵਾਸਤੇ 4Cs ਜਿਹੜੇ ਨੇ ਉਹਨਾਂ ਨੂੰ ਅੰਡਰਸਟੈਂਡ ਕਰਨਾ ਬਹੁਤ ਇੰਪੋਰਟੈਂਟ ਹੈ। ਇਹ ਉਹ ਇੱਕ ਕਿਸਮ ਦੀ ਐਬਿਲਿਟੀਜ਼ ਨੇ, ਉਹ ਗੁਣ ਨੇ ਜਿਹੜੇ ਕਿ ਹਰ ਇਨਸਾਨ 'ਚ ਹੋਣੇ ਚਾਹੀਦੇ ਨੇ। ਕ੍ਰੀਏਟੀਵਿਟੀ ਕਿਹਦੇ 'ਚ ਨਹੀਂ ਹੋਣੀ ਚਾਹੀਦੀ, ਜ਼ਰੂਰੀ ਹੈ। ਚਾਹੇ ਉਹ ਪੜ੍ਹਨਾ ਹੈ, ਚਾਹੇ ਪੜ੍ਹਾਉਣਾ ਹੈ, ਚਾਹੇ ਸਿੱਖਣਾ ਸਿਖਾਉਣਾ, ਜਾਂ ਚਾਹੇ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ, ਇਫ ਯੂ ਆਰ ਕ੍ਰੀਏਟਿਵ ਯੂ ਆਰ ਸਕਸੈਸਫੁਲ ਪਰਸਨ, ਯੂ ਆਰ ਸਕਸੈਸਫੁਲ ਬਿਜ਼ਨਸਮੈਨ। ਤੇ ਇਹ ਸਾਰੀ ਚੀਜ਼ਾਂ ਬਹੁਤ ਜ਼ਰੂਰੀ ਨੇ, ਇਹਨਾਂ ਨੂੰ ਅਸੀਂ ਅੱਗੇ ਡਿਸਕਸ ਕਰਾਂਗੇ। ਜੀ ਮੈਂ ਬਾਰ-ਬਾਰ ਕਹਿ ਰਿਹਾ ਨਾ, ਹੁਣ ਸ਼ਿਫਟ ਹੋ ਰਿਹਾ, ਪੂਰੀ ਇੰਡਸਟਰੀ ਦਾ ਸ਼ਿਫਟ ਹੋ ਰਿਹਾ ਹੈਗਾ ਜੀ। ਹੁਣ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਅਗਰ ਅਸੀਂ ਇਹਦੇ ਇਸ ਮਾਰਕੀਟ ਵਿੱਚ, ਅਸੀਂ ਮਾਰਕੀਟ ਵਰਡ ਯੂਜ਼ ਕਰਦੇ ਹਾਂ ਬਤੌਰ ਕਾਮਰਸ ਲੈਕਚਰਰ, ਕਿ ਇਸ ਮਾਰਕੀਟ 'ਚ ਤੁਸੀਂ ਬਚਣਾ ਆ, ਤੇ ਹੁਣ ਕੁਝ ਹੋਰ ਹੀ ਚੀਜ਼ਾਂ ਹੈਗੀਆਂ ਜਿਨ੍ਹਾਂ ਵਿੱਚ ਸਾਡੀ ਮਹਾਰਤ ਹੋਣੀ ਚਾਹੀਦੀ ਆ। ਡੇਟੇ ਨੂੰ, ਕਿਉਂਕਿ ਡੇਟਾ ਇੰਨਾ ਜ਼ਿਆਦਾ ਆ ਰਿਹਾ, ਉਹਨੂੰ ਹੈਂਡਲ ਕਰਨਾ, ਐਨਾਲਿਸਿਸ ਕਰਨਾ, ਉਹਦੇ ਪੈਟਰਨਸ ਨੂੰ
ਸਮਝਣਾ, ਇਹ ਸਭ ਚਾਹੀਦਾ ਹੈ। ਹੁਣ ਸਾਨੂੰ ਪ੍ਰੋਬਲਮ ਫਾਈਂਡਿੰਗ ਤੇ ਉਹਦਾ ਸੋਲੂਸ਼ਨ ਚਾਹੀਦਾ ਹੈਗਾ। ਜਿਹੜਾ ਕੋਈ ਚੰਗਾ ਸਾਡਾ ਹੈਡ ਆ, ਮੈਂ ਕਿਹਨੂੰ ਗਿਣਦਾ, ਜਿਹੜਾ ਪ੍ਰੋਬਲਮ ਨੂੰ ਸਮਝੇ, ਸੋਲਵ ਕਰ ਪਾ, ਉਹੀ ਹੈਡ ਚੰਗਾ ਹੈ ਨਾ ਜੀ। ਤੇ ਆ ਜਿਹੜਾ ਇੰਨਾ ਨੌਲੇਜ, ਇੰਨੀ ਇਨਫੋਰਮੇਸ਼ਨ ਸਾਡੇ ਆਲੇ ਦੁਆਲੇ ਘੁੰਮ ਰਹੀ ਹੈਗੀ ਆ, ਇਹਨੂੰ ਸਾਰੀ ਨੂੰ ਸਮਝ ਕੇ ਤੇ ਕਿਸੇ ਯੂਜ਼ਫੁਲ ਢੰਗ ਦੇ ਨਾਲ ਸਾਹਮਣੇ ਪਾ ਪਾਉਣਾ, ਇਹ ਸਭ ਤੋਂ ਵੱਡਾ ਚੈਲੰਜ ਸਾਡੇ ਸਾਹਮਣੇ ਹੁਣ ਆ ਗਿਆ ਹੈਗਾ ਆ। ਤੇ ਅਗਰ ਆਪਾਂ ਚਾਹੁੰਦੇ ਹੈਗੇ ਆ ਕਿ 21ਵੀਂ ਸਦੀ ਵਿੱਚ ਆਪਾਂ ਕਾਮਯਾਬ ਹੋਣਾ ਆ, ਤੇ ਫਿਰ ਸਾਨੂੰ ਕਿਤੇ ਨਾ ਕਿਤੇ ਇਸ 4C ਦੇ ਉੱਤੇ ਆਉਣਾ ਪਊਗਾ। ਅੱਜ ਦਾ ਇਹ ਟੌਪਿਕ ਤੁਹਾਨੂੰ ਧਿਆਨ ਦੇ ਨਾਲ ਸਮਝਣਾ ਪਊਗਾ। ਬਿਲਕੁਲ ਠੀਕ। ਦੇਖੋ, ਸਭ ਤੋਂ ਇੰਪੋਰਟੈਂਟ ਚੀਜ਼ ਹੈ ਅੱਜ ਦੇ ਜਿਹੜਾ ਨੌਲੇਜ ਵਰਲਡ ਹੈ, ਉਹ ਤੇ ਸਭ ਤੋਂ ਪਹਿਲੇ ਇੰਪੋਰਟੈਂਟ ਚੀਜ਼ ਹੈ ਕਮਿਊਨੀਕੇਸ਼ਨ। ਯਾਨੀ ਆਪਣੀ ਗੱਲ ਨੂੰ ਦੂਸਰਿਆਂ ਤੱਕ ਪਹੁੰਚਾਉਣਾ, ਇਸ ਤਰੀਕੇ ਪਹੁੰਚਾਉਣਾ ਕਿ ਉਹ ਗੱਲ ਉਹਨਾਂ ਤੱਕ ਪਹੁੰਚ ਜਾਏ। ਇਹ ਨਹੀਂ ਕਿ ਤੁਸੀਂ ਤਾਂ ਪਹੁੰਚਾਤੀ ਪਰ ਉਹ ਤੁਹਾਡੀ ਗੱਲ ਨੂੰ ਸਮਝ ਹੀ ਨਾ ਸਕੇ। ਕਈ ਅੱਧੇ ਐਡਵਰਟਾਈਜ਼ਿੰਗ ਜਿਹੜੇ ਕੰਪੇਨ ਇਸ ਕਰਕੇ ਫੇਲ ਹੋ ਜਾਂਦੇ ਨੇ ਕਿ ਜੋ ਚੀਜ਼ ਦੀ ਉਹ ਐਡਵਰਟਾਈਜ਼ਿੰਗ ਕਰਦੇ ਨੇ, ਉਹ ਕਸਟਮਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਐਡਵਰਟਾਈਜ਼ਮੈਂਟ ਕਿਸ ਚੀਜ਼ ਦੀ। ਔਰ ਜਿਹੜੇ ਐਡਵਰਟਾਈਜ਼ਿੰਗ ਜਿਹੜੇ ਨੇ ਕੰਪੇਨ ਸਕਸੈਸਫੁਲ ਹੋ ਜਾਂਦੇ ਨੇ, ਉਹਨਾਂ ਦੇ ਪਿੱਛੇ ਇੱਕੋ ਇੱਕ ਕਾਰਨ ਹੁੰਦਾ ਹੈ ਕਿ ਉਹ ਆਪਣੇ ਪ੍ਰੋਡਕਟ ਨੂੰ ਕਮਿਊਨੀਕੇਟ ਕਰਨ 'ਚ ਇੰਨੇ ਸਕਸੈਸਫੁਲ ਹੋ ਗਏ। ਉਹ ਜਿਹੜਾ ਕੰਜ਼ਿਊਮਰ ਹੈ, ਉਹਦੀ ਸਾਈਕੋਲੋਜੀ ਨੂੰ ਇੰਨੀ ਅੱਛੇ ਤਰੀਕੇ ਨਾਲ ਸਮਝਣ 'ਚ ਸਕਸੈਸਫੁਲ ਹੋ ਗਏ ਕਿ ਉਹ ਚੀਜ਼ ਜਿਹੜੀ ਹੈ ਉਹਨਾਂ ਤੱਕ ਪਹੁੰਚ ਗਈ। ਜੀ, ਮੈਂ ਡਾਟਾ ਦੀ ਗੱਲ ਤੁਸੀਂ ਕੀਤੀ, ਡਾਟਾ ਹੈਂਡਲਿੰਗ ਔਰ ਉਹਨਾਂ ਨੂੰ ਐਨਾਲਿਸਿਸ ਕਰਨਾ, ਐਨਾਲਾਈਜ਼ਿੰਗ ਸਭ ਤੋਂ ਇੰਪੋਰਟੈਂਟ। ਡਾਟਾ ਬਹੁਤ ਆ ਸਾਰੀ ਦੁਨੀਆ ਦੇ ਵਿੱਚ, ਔਰ ਅੱਜ ਦਾ ਜਿਹੜਾ ਯੁੱਗ ਹੈ ਉਹ ਯੁੱਗ ਹੀ ਡਾਟਾ ਦਾ, ਡਾਟੇ ਦੀ ਲੜਾਈ ਹੈ। ਠੀਕ ਹੈ, ਤੁਸੀਂ ਦੇਖਿਆ ਹੋਏਗਾ ਇੱਕ ਬੈਂਕ ਦਾ ਡਾਟਾ ਕੋਈ ਦੂਜਾ ਚੋਰੀ ਕਰ ਲੈਂਦਾ, ਕੋਈ ਆਧਾਰ ਕਾਰਡ ਦਾ ਡਾਟਾ ਚੋਰੀ ਹੋ ਰਿਹਾ, ਕਿਸੇ ਬੈਂਕ ਅਕਾਊਂਟ ਦੇ ਡਾਟਾ ਚੋਰੀ ਹੋ ਰਹੇ ਨੇ। ਈਵਨ ਪਿੱਛੇ ਹੀ ਖਬਰ ਆਈ ਸੀ ਕਿ ਜੀ ਏਮਸ ਦੇ ਜਿੰਨੇ ਮਰੀਜ਼ ਹੈ ਉਹਨਾਂ ਦਾ ਡਾਟਾ, ਮੈਡੀਕਲ ਜਿਹੜਾ ਡਾਟਾ ਉਹ ਚੋਰੀ ਹੋ ਗਿਆ। ਦੱਸੋ ਉਹ ਮਰੀਜ਼ਾਂ ਦੇ ਡਾਟਾ ਤੋਂ ਕੀ ਲੈਣਾ? ਲੇਕਿਨ ਨਹੀਂ, ਉਹਨਾਂ ਨੂੰ ਐਨਾਲਾਈਜ਼ ਕਰਕੇ ਜਿਹੜੀਆਂ ਕੰਪਨੀਜ਼ ਨੇ ਉੱਥੋਂ ਬਹੁਤ ਅੱਛੇ ਰਿਜ਼ਲਟ ਕਰ ਲੈਂਦੀਆਂ ਨੇ। ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਵਰਲਡ ਨੂੰ ਇੰਨਾ ਜ਼ਿਆਦਾ ਐਡਵਾਂਸ ਬਣਾ ਦਿੱਤਾ ਹੈ ਕਿ ਇਹ ਚੀਜ਼ਾਂ ਦੀ ਜ਼ਰੂਰਤ ਜਿਹੜੀ ਹੈ ਪੈ ਰਹੀ ਹੈ ਜੀ। ਮੈਂ ਕਈ ਵਾਰ ਕਰਦਾ ਹੁੰਦਾ ਐਜ਼ ਅ ਟੀਚਰ, ਸੋਚੋ ਅੱਜ ਤੋਂ 5 ਸਾਲ ਪਹਿਲਾਂ ਕਿ ਸਾਨੂੰ ਕੋਈ ਫੇਸਬੁੱਕ ਦਾ ਸਾਡਾ ਪੇਜ ਹੁੰਦਾ ਸੀ, ਕਿ ਸਾਨੂੰ ਮਲਟੀਮੀਡੀਆ ਨੂੰ ਹੈਂਡਲ ਕਰਨ ਦੀ ਕੋਈ ਲੋੜ ਹੁੰਦੀ ਸੀ, ਕਿ ਸਾਨੂੰ ਕੋਈ ਐਕਟੀਵਿਟੀ ਕਿਤੇ ਪਾਉਣ ਦੀ ਲੋੜ ਹੁੰਦੀ ਸੀ। ਪਰ ਅੱਜ ਸਾਡੇ ਵੇਖੋ ਟੀਚਰਾਂ ਕਰ ਰਹੇ ਨੇ, ਤੇ ਜਿਹੜੇ ਕਰ ਪਾ ਰਹੇ ਨੇ ਹੈਡ ਦੀ ਨਜ਼ਰ ਚੋਂ ਕਿਤੇ ਨਾ ਕਿਤੇ ਸਮਝਦਾਰ ਦੀ ਕੈਟਾਗਰੀ ਚ ਆ ਜਾਂਦੇ ਹੈਗੇ ਨੇ ਕਿ ਵੀ ਆਹ ਬਹੁਤ ਵਧੀਆ ਯੋਗਦਾਨ ਦੇ ਰਿਹਾ, ਸਾਡੀ ਸਕੂਲ ਦੀ ਗੱਲ ਨੂੰ ਬਹੁਤ ਦੂਰ ਤੱਕ ਪਹੁੰਚਾ ਪਾ ਰਿਹਾ ਹੈਗਾ ਆ। ਤੇ ਇਹ ਚੀਜ਼ ਦੇ ਆਪਾਂ ਸਮਝ ਲਈਏ ਤੇ 21ਵੀਂ ਸਦੀ ਵਿੱਚ ਆਪਾਂ ਆਉਣ ਵਿੱਚ ਕਾਮਯਾਬ ਹੋ ਜਾਵਾਂਗੇ, ਤੇ ਕਿਤੇ ਨਾ ਕਿਤੇ ਅਸੀਂ ਕਾਮਯਾਬੀ ਪ੍ਰਾਪਤ ਕਰਾਂਗੇ ਨਾ 4C ਦੇ ਨਾਲ, ਅਗਰ ਅਸੀਂ ਇਹਨਾਂ ਨੂੰ ਸਮਝ ਪਾਉਂਦੇ ਹੈਗੇ ਆ। ਕਿਉਂਕਿ ਇਹ ਕਿਹੜੀਆਂ ਸਕਿੱਲਸ ਨੇ? 21st ਸੈਂਚੁਰੀ ਸਕਿੱਲਸ। ਦੇਖੋ, ਅਸੀਂ ਇੱਕ ਲੈਕਚਰ ਸਾਡਾ ਪਿੱਛੇ ਅਸੀਂ ਕੀਤਾ ਸੀ ਸ਼ੇਅਰ, ICT। ਇਨ ਐਜੂਕੇਸ਼ਨ ਕੀ ਗੱਲ ਕੀਤੀ? ICT ਹੈ ਕੀ ਹੈ? ਇਨਫੋਰਮੇਸ਼ਨ ਕਮਿਊਨੀਕੇਸ਼ਨ ਥਰੂ ਟੈਕਨੋਲੋਜੀ। ਯੁੱਗ ICT ਦਾ ਯੁੱਗ ਹੈ। ਐਸੇ ਤਰੀਕੇ ਨਾਲ ਇਹ ਜਿਹੜੇ 4C's ਨੇ, ਉਹਨਾਂ ਤੋਂ ਸਭ ਤੋਂ ਇੰਪੋਰਟੈਂਟ ਪਹਿਲਾਂ ਤਾਂ ਸਾਡਾ ਕਮਿਊਨੀਕੇਸ਼ਨ ਹੀ ਹੈ। ਉਹ ਕਿਸ ਤਰੀਕੇ ਕਰਦੇ, ਪੈਸੇ ਪਰਸਨਲ ਲੈਵਲ ਤੇ ਕਰ ਰਹੇ ਹਾਂ ਜਾਂ ਟੈਕਨੋਲੋਜੀ ਦੇ ਬੇਸ ਨਾਲ ਕਰ ਰਹੇ ਹਾਂ, ਕਿਸ ਤਰੀਕੇ ਕਿਸੇ ਚੀਜ਼ ਨੂੰ ਕਮਿਊਨੀਕੇਟ। ਔਰ ਇੱਕ ਟੀਚਰ, ਬੀਇੰਗ ਅ ਟੀਚਰ, ਜੇ ਉਹ ਆਪਣੇ ਕਨਸੈਪਟ ਨੂੰ ਬੱਚਿਆਂ ਤੱਕ ਕਮਿਊਨੀਕੇਟ ਕਰਨ 'ਚ ਕਾਮਯਾਬ ਨਹੀਂ ਹੁੰਦਾ, ਕਿਸ ਤਰ੍ਹਾਂ ਸਬਜੈਕਟ ਕਿੱਦਾਂ ਪਹੁੰਚਾ ਪਾਏਗਾ? ਔਰ ਜਾਂ ਬੱਚੇ ਜਿਹੜੀ ਹੈ ਉਹ ਆਪਣੀ ਗੱਲ ਨੂੰ, ਆਪਣੀ ਪ੍ਰੋਬਲਮ ਨੂੰ ਟੀਚਰ ਤੱਕ ਕਮਿਊਨੀਕੇਟ ਨਹੀਂ ਕਰ ਪਾਉਂਦੇ, ਉੱਥੇ ਵੀ ਇੱਕ ਪ੍ਰੋਬਲਮ ਹੋ ਜਾਏਗੀ। ਅੱਛਾ, ਹੁਣ ਆਪਾਂ ਇਹ 'ਚ ਗੱਲ ਕਰ ਰਹੇ ਹਾਂ ਕਿ 21ਵੀਂ ਸਦੀ ਵਿੱਚ ਵੱਡੀ ਮੁਸ਼ਕਿਲ ਕੀ ਆ ਰਹੀ ਆ। ਉਹ ਇਹ ਹੈਗੀ ਆ, ਸਰ ਅਸੀਂ ਜਦੋਂ ਜੌਬ ਸ਼ੁਰੂ ਕੀਤਾ ਨਾ, ਅਸੀਂ ਟੀਚਰ ਬਣੇ ਤੇ ਟੀਚਰ ਹੀ ਬਣੇ ਰਹਿ ਗਏ। ਪਰ ਜਦੋਂ ਮੈਂ ਅੱਜ ਆਪਣੇ ਬੱਚਿਆਂ ਨੂੰ ਫੋਨ ਕਰਦਾ, ਜਿਹੜੇ ਬਾਹਰ ਬੈਠੇ ਹੋਏ ਨੇ, ਵਿਦੇਸ਼ਾਂ ਵਿੱਚ ਨੇ, ਉਹ 6 ਮਹੀਨੇ 'ਚ ਹੀ 3 ਜੌਬ ਬਦਲ ਚੁੱਕੇ ਹੈਗੇ ਨੇ। ਠੀਕ ਹੈ ਨਾ? ਉਹ ਆਪਣੀ ਲਾਈਫ 'ਚ ਮੈਨੂੰ ਲੱਗਦਾ 15, 20, 30, 40 ਜੌਬਸ ਬਦਲ ਚੁੱਕੇ ਹੋਣਗੇ, ਤੇ ਉਹ ਇੱਕ ਜੌਬ ਤੇ ਨਹੀਂ ਟਿਕੇ ਹੋਏ। ਪਹਿਲਾਂ ਇੱਕ ਮਾਸਟਰੀ ਕਿ ਬਈ ਮੈਂ ਇੰਗਲਿਸ਼ ਕਰ ਲਈ ਹੈ ਜੀ, ਹੁਣ ਮੈਂ ਸਾਰੀ ਉਮਰ ਇੰਗਲਿਸ਼ ਪੜ੍ਹਾਉਣਾ ਹੈਗਾ। ਹੁਣ ਨਵੇਂ ਤੋਂ ਨਵੇਂ ਕੋਰਸ ਅਸੀਂ ਛੋਟੇ ਤੋਂ ਛੋਟੇ ਕਰ ਰਹੇ ਹਾਂ, ਤੇ ਰੋਜ਼ ਨਵੀਂ ਫੀਲਡ ਆ ਰਹੀ ਹੈਗੀ ਆ। ਤੁਸੀਂ ਬਿਜ਼ਨਸ ਦਾ ਐਗਜ਼ਾਮਪਲ ਦਿੰਦੇ ਹੁੰਦੇ ਨਾ ਕਿ ਅੱਜ ਇੱਕ ਬੰਦਾ ਇੱਕ ਬਿਜ਼ਨਸ ਕਰ ਰਿਹਾ, ਤੇ ਫਿਰ ਆਂਦਾ ਉਹ ਪਿੱਟ ਗਿਆ ਤੇ ਆਪਾਂ ਦੂਸਰਾ ਕਰਨ ਲੱਗ ਪਏ। ਪਹਿਲਾਂ ਲੋਕਲ ਸਾਰਾ ਕੁਝ ਹੋ ਜਾਂਦਾ ਸੀ, ਅੱਜ ਸਾਰਾ ਕੁਝ ਗਲੋਬਲ ਹੋ ਰਿਹਾ। ਮੈਂ ਇੱਥੇ ਬੈਠ ਕੇ ਅਮਰੀਕਾ ਵਾਸਤੇ ਕੰਮ ਕਰ ਰਿਹਾ, ਅਮਰੀਕਾ ਤੋਂ ਮੈਨੂੰ ਉੱਥੇ ਪੇਮੈਂਟ ਮਿਲ ਰਹੀ ਹੈਗੀ ਆ। ਬੱਚਿਆਂ ਦਾ ਕਿੰਨਾ ਚੇਂਜ ਆ ਗਿਆ ਜੀ। ਬਿਲਕੁਲ ਠੀਕ ਜੀ। ਦੇਖੋ, ਇੱਕ ਪੁਰਾਣੀ ਸੇਇੰਗ ਹੈ ਕਿ ਚੇਂਜ ਇਜ਼ ਦ ਲਾ ਆਫ ਨੇਚਰ। ਜਿਵੇਂ ਸਦੀਆਂ ਬੀਤਦੀਆਂ ਨੇ, ਤੁਸੀਂ 20th ਸੈਂਚੁਰੀ ਔਰ 21st ਸੈਂਚੁਰੀ ਦੀ ਕੰਪੈਰੀਜ਼ਨ ਕੀਤਾ ਹੈ। ਥੋੜਾ ਜਿਹਾ ਹੋਰ ਪਿੱਛੇ ਜਾਈਏ, 16, 17ਵੀਂ ਸਦੀ, 18ਵੀਂ, 19ਵੀਂ ਸਦੀ ਦੀ ਅਸੀਂ ਗੱਲ ਕਰੀਏ,
ਤੇ ਉਸ ਵਿੱਚ ਕਿੰਨਾ ਅੱਜ ਉਹਨਾਂ ਦਾ ਕੰਪੇਅਰ ਕਰੀ ਤੇ ਬਹੁਤ ਹੀ ਚੇਂਜ ਆ ਬਹੁਤ ਗਿਆ। ਵੱਡਾ ਚੇਂਜ। ਅੱਛਾ, ਇਹ 2 ਸਦੀਆਂ 'ਚ ਵੀ ਚੇਂਜ ਕਰਨ ਦੀ ਲੋੜ ਨਹੀਂ। ਜੇ ਤੁਸੀਂ 1980 ਜਾਂ 90 ਤੋਂ ਬਾਅਦ 30-40 ਸਾਲਾਂ ਦਾ ਚੇਂਜ ਕਰੋ, ਤੁਸੀਂ ਨਾਰਮਲੀ 90s ਦੇ ਜਿਹੜਾ ਜ਼ਿਕਰ ਕਰਦੇ ਹੁੰਦੇ ਹੋ ਕਿ 90 ਦੇ ਵਿੱਚ ਜਿਹੜੇ ਬੱਚੇ ਜੰਮੇ ਨੇ ਔਰ ਉਹਨਾਂ ਦੇ ਔਰ ਜਿਹੜੇ 70 ਜੰਮੇ ਨੇ ਉਹਨਾਂ ਦੀ ਜ਼ਮੀਨ ਅੰਡਰਸਟੈਂਡਿੰਗ ਲੈਵਲ ਦਾ ਜਾਂ ਉਹਨਾਂ ਦੇ ਬਿਹੇਵੀਅਰ ਦਾ, ਉਹਨਾਂ ਦੇ ਐਕਸਪੋਜ਼ਰ ਦਾ ਕਿੰਨਾ ਫਰਕ ਹੈ, ਫਰਕ ਹੈਗਾ ਇਹ ਕਲੀਅਰ ਹੈ ਜੀ। ਕਿਉਂਕਿ ਉਹਨਾਂ ਨੂੰ ਜੋ ਇੱਕ ਐਟਮੋਸਫੇਅਰ ਮਿਲਿਆ, ਉਹਨਾਂ ਨੂੰ ਜਿਹੜਾ ਐਜੂਕੇਸ਼ਨ ਦਾ ਇੱਕ ਪਲੇਟਫਾਰਮ ਮਿਲਿਆ ਜਾਂ ਜਿਹੜੇ 70 ਵਾਲਿਆਂ ਨੂੰ ਪਲੇਟਫਾਰਮ ਮਿਲਿਆ, ਉਹ ਟੋਟਲ ਡਿਫਰੈਂਟ। ਕਿੰਨਾ ਫਰਕ ਹੈ ਨਾ, ਯਾਨੀ ਚੇਂਜ ਹੋਇਆ। ਅੱਜ ਉਹਨਾਂ ਕੋਲ ਕਈਆਂ ਕੋਲ ਜਿਹੜੇ ਜੌਬ ਕਰ ਰਹੇ ਨੇ ਆਪਣੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ, IT ਇੰਡਸਟਰੀ ਦੇ ਵਿੱਚ, ਉਹਨਾਂ ਕੋਲ ਜੌਬ ਬਹੁਤ ਨੇ। ਇਹ ਉਹਨਾਂ ਦੇ ਲੈਵਲ ਦੇ ਉੱਤੇ ਕਈ ਛੱਡ ਰਹੇ ਨੇ, ਕਈ ਰੱਖ ਰਹੇ ਨੇ, ਕਈ ਚੇਂਜ ਰੈਗੂਲਰ ਬੇਸਿਸ ਤੇ ਕਰ ਰਹੇ ਨੇ। ਕੁਝ ਉਹਨਾਂ ਦੀ ਨੇਚਰ ਕਹਿ ਲਓ, ਕੁਝ ਉਹਨਾਂ ਦਾ ਸਿਸਟਮ ਕਹਿ ਲਓ ਕਿ ਸਾਡਾ ਬਿਜ਼ਨਸ ਸਿਨੈਰੀਓ ਹੀ ਟੋਟਲ ਇਸ ਤਰੀਕੇ ਦਾ ਹੋ ਗਿਆ ਹੈ ਕਿ ਇਹ ਚੀਜ਼ਾਂ ਲਗਭਗ ਚੇਂਜ ਹੋ ਰਹੀਆਂ ਨੇ। ਔਰ ਫੋਰਸ ਹੀ ਸਭ ਤੋਂ ਇੰਪੋਰਟੈਂਟ ਨੇ। ਇਹਨਾਂ ਦੇ ਬੇਸਿਕ ਨੂੰ ਸਮਝਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਕੋਲੈਬੋਰੇਟਿਵ ਕਮਿਊਨੀਕੇਸ਼ਨ, ਕ੍ਰਿਟੀਕਲ ਥਿੰਕਿੰਗ, ਇਹ ਬਹੁਤ ਜ਼ਰੂਰੀ ਹੈ ਚੀਜ਼ਾਂ। ਔਰ ਇਹ ਕਿਸੇ ਵੀ ਬਿਜ਼ਨਸ ਵਾਸਤੇ, ਭਾਵੇਂ ਉਹ ਪ੍ਰੋਫੈਸ਼ਨ ਹੋਵੇ, whether is the teaching profession, whether is the law profession, ਭਾਵੇਂ ਕੋਈ ਦੂਸਰਾ ਬਿਜ਼ਨਸ ਹੈ, ਉਹਦੇ ਵਾਸਤੇ ਇਹ ਜਿਹੜੇ 4 ਚੀਜ਼ ਨੇ ਇਹ ਬੜਾ ਵੱਡਾ ਰੋਲ ਅਦਾ ਕਰਦੇ ਜੀ। ਮੈਂ ਕਹਿ ਰਿਹਾ ਸੀ ਕਿ ਜਿਹੜੇ ਹਾਇਰ ਆਰਡਰ ਸਕਿੱਲਸ ਹੈਗੀਆਂ ਨੇ ਨਾ, ਉਹ ਹੀ ਸਾਨੂੰ ਬਚਾ ਪਾਉਣਗੀਆਂ, ਠੀਕ ਹੈ ਨਾ। ਲੋਅਰ ਐਂਡ ਵਾਲੇ ਕੰਮ ਤਾਂ ਸਾਰੇ ਕਰ ਰਹੇ ਨੇ। ਹੁਣ ਤਾਂ ਮਸ਼ੀਨ ਤੁਹਾਨੂੰ ਪੈਸੇ ਕੱਢ ਕੇ ਦੇ ਦਿੰਦੀ ਹੈ ਨਾ, ਇਵਨ ਜਮਾ ਵੀ ਤੁਹਾਡੇ ਕੋਲ ਕਰ ਲੈਂਦੀ ਹੈਗੀ ਆ। ਜਿੰਨੇ ਲੋਅਰ ਐਂਡ ਵਾਲੇ ਹੈਗੇ ਨੇ ਕੰਮ, ਉਹ ਤੇ ਮਸ਼ੀਨ ਨੇ ਸੰਭਾਲ ਲਿਆ ਹੈਗੇ ਜੇ। ਤੁਹਾਡੇ ਕੋਲ ਸਿਰਫ ਤੇ ਸਿਰਫ ਬਚ ਸਕਦਾ ਹੈਗਾ ਜੇ ਹਾਇਰ ਆਰਡਰ ਸਕਿੱਲਸ ਵਾਲੇ ਕੰਮ। ਬਤੌਰ ਹਿਊਮਨ ਅਗਰ ਤੁਸੀਂ ਉੱਥੋਂ ਤੱਕ ਪਹੁੰਚ ਪਾਓਗੇ ਤੇ ਇਹ 4 C's ਨੂੰ ਤੁਸੀਂ ਮਦਦ ਲੈ ਪਾਓਗੇ ਤੇ ਫਿਰ ਤੇ ਹੱਲ ਹੋ ਜਾਏਗਾ। ਤੇ ਜੇ ਨਹੀਂ ਕਰ ਪਾਓਗੇ ਤੇ ਇਹ 4 C's ਤੋਂ ਤੁਸੀਂ ਚੁੱਕ ਗਏ ਤੇ ਫਿਰ ਗੱਲ ਨਹੀਂ ਬਣੇਗੀ। ਕਿਉਂਕਿ ਅੱਜ ਦਾ ਜਿਹੜਾ ਯੁੱਗ ਹੈਗਾ ਆ ਉਹ ਟੈਕਨੋਲੋਜੀ ਬੇਸਡ ਹੈ, ਜਿਵੇਂ ਤੁਸੀਂ ਕਹਿੰਦੇ ਹੁੰਦੇ ਜੇ। ਤੇ ਉਹ ਇੰਨਾ ਜ਼ਿਆਦਾ ਇਸ ਟੈਕਨੋਲੋਜੀ ਵਿੱਚ ਅਸੀਂ ਅਗਰ ਆਪਣੇ ਆਪ ਨੂੰ ਬਚਾਉਣਾ ਹੈਗਾ ਆ ਤੇ ਕਿਤੇ ਨਾ ਕਿਤੇ ਸਾਨੂੰ ਸੋਚਣਾ ਪਊਗਾ। ਹੁਣ ਵੇਖੋ ਨੌਲੇਜ ਕਿੱਥੋਂ ਆ ਰਿਹਾ, ਕਿੱਥੋਂ ਵੀ, ਐਨੀਵੇਅਰ ਐਨੀ ਟਾਈਮ ਤੁਹਾਨੂੰ ਅਵੇਲੇਬਲ ਹੋ ਰਿਹਾ ਹੈਗਾ। ਤੇ ਅਸੀਂ ਇਹ ਨਹੀਂ ਕਹਿ ਸਕਦੇ ਮੈਂ ਗੁਰੂਕੁਲ ਜਾਊਂਗਾ ਤੇ ਆਪਣੇ ਗੁਰੂ ਕੋਲ ਸਿੱਖ ਕੇ ਆਊਂਗਾ। ਹੁਣ ਤੇ ਹਰ ਜਗ੍ਹਾ ਹੀ ਨੌਲੇਜ ਆ ਰਿਹਾ ਹੈਗਾ। ਬਹੁਤ ਸਾਰੇ ਆਨਲਾਈਨ ਪਲੇਟਫਾਰਮ ਆ ਗਏ ਹੈਗੇ ਨੇ, ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਆ। ਪਹਿਲਾਂ ਹੁੰਦਾ ਸੀ ਨਾ ਟੀਚਰ ਨੇ ਜੋ ਦੱਸਿਆ ਉਹੀ ਅੰਤਿਮ ਸੱਤ ਹੈਗਾ। ਹੁਣ ਤੇ ਬੱਚੇ ਟੀਚਰ ਤੋਂ ਅੱਗੇ ਵੱਧ ਕੇ ਆ ਰਹੇ ਹੈਗੇ ਨੇ। ਬਿਲਕੁਲ ਠੀਕ ਗੱਲ ਕਹਿ ਰਹੇ ਹੋ। ਦੇਖੋ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਕਲੀਅਰ ਕਰਨਾ ਕਿ ਹੁਣ ਲੋਟਸ ਟੂ ਹੌਟਸ ਦਾ ਟਾਈਮ ਹੈ। ਤੁਸੀਂ ਅੱਜ ਦੀ ਜੇ ਉਹਨਾਂ ਦੀ ਕੁਰੀਕੁਲਮ ਬੁੱਕਸ ਦੇਖੋਗੇ ਤੇ ਉੱਥੇ ਲੋਟਸ ਵੀ ਦਿੱਤੇ ਹੋਏ ਨੇ, ਲੋਅਰ ਐਂਡ ਤੇ ਹਾਇਰ ਆਰਡਰ ਥਿੰਕਿੰਗ ਸਕਿੱਲ ਜਿਹੜੇ ਨੇ ਉਹ ਵੀ ਨੇ, ਤੇ ਲੋਅਰ ਆਰਡਰ ਦੀ ਹੁਣ ਉਹ ਵੈਲਿਊ ਨਹੀਂ। ਕਿਉਂਕਿ ਦੇਖੋ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਣਾ, ਮੰਨ ਲਓ ਤੁਸੀਂ ਮਿਰਚਾਂ ਜ਼ਿਆਦਾ ਖਾਂਦੇ ਤੇ ਜੇ ਤੁਹਾਨੂੰ ਘੱਟ ਤਿੱਖਾ ਖਾਣਾ ਦੇ ਦਿੱਤਾ ਜਾਏ ਤਾਂ ਤੁਹਾਨੂੰ ਸਵਾਦ ਆਏਗਾ? ਨਹੀਂ ਆਏਗਾ। ਚੇਂਜ ਦੇ ਨਾਲ, ਡਿਵੈਲਪਮੈਂਟ ਦੇ ਨਾਲ, ਸਾਇੰਟੀਫਿਕ ਰਿਸਰਚ ਦੇ ਨਾਲ ਇੰਨੀ ਜ਼ਿਆਦਾ ਚੇਂਜ ਇਹ ਥੋੜੇ ਟਾਈਮ ਦੇ ਵਿੱਚ ਦੁਨੀਆ ਦੇ ਵਿੱਚ ਆ ਗਿਆ ਕਿ 1980 ਜਾਂ 90 ਤੋਂ ਬਾਅਦ ਤੁਹਾਡੇ ਕੋਲ ਕੰਪਿਊਟਰ, ਲੈਪਟਾਪ, ਟੈਬ, ਮੋਬਾਈਲ, ਸੋ ਮੈਨੀ ਇਲੈਕਟ੍ਰੋਨਿਕ ਗੈਜਟ, ਸੋ ਮੈਨੀ ਡਿਜੀਟਲ ਪਲੇਟਫਾਰਮ ਤੁਹਾਡੇ ਕੋਲ ਆ ਗਏ ਨੇ। ਕਿਥੇ 2G ਤੋਂ ਸ਼ੁਰੂ ਹੋਇਆ ਸੀ, 3G ਹੋ ਗਿਆ, 4G ਹੋ ਗਿਆ, 5G ਹੋ ਗਿਆ, ਸ਼ਾਇਦ ਆਉਣ ਵਾਲੇ ਟਾਈਮ ਤੇ ਪਤਾ ਨਹੀਂ ਕਿੰਨੇ G ਤੇ ਪਹੁੰਚ ਜਾਏਗਾ। ਲੇਕਿਨ ਇੰਨੀ ਜ਼ਿਆਦਾ ਚੇਂਜਿਸ ਨੇ ਕਿ ਉਹਨਾਂ ਨਾਲ ਕੰਪੀਟ ਕਰਨਾ ਇੱਕ ਨਾਰਮਲ ਬੰਦੇ ਵਾਸਤੇ ਬੜਾ ਮੁਸ਼ਕਿਲ ਹੋ ਜਾਂਦਾ ਹੈ। ਜਿਹਨੂੰ ਅਸੀਂ ਕਹਿੰਦੇ ਨਾ ਲੋ IQ ਲੈਵਲ ਦਾ ਬੰਦਾ ਜਾਂ ਲੋ EQ ਲੈਵਲ ਦਾ ਬੰਦਾ, ਕਿਤੇ ਉਹ ਸਰਵਾਈਵ ਨਹੀਂ ਕਰ ਪਾਉਂਦਾ ਜੀ। ਮੈਂ ਇਹ ਕਹਿ ਰਿਹਾ ਸੀ ਨਾ ਕਿ ਟਵਿੱਟਰ ਅੱਜ ਕਿਸੇ ਵਾਸਤੇ ਇੱਕ ਸਾਊਂਡ ਹੋ ਸਕਦਾ ਹੈ, ਪਰ ਜਿਹਨੂੰ ਟਵਿੱਟਰ ਦਾ ਪਤਾ ਉਹਨੂੰ ਪਤਾ ਕਿ ਮੈਂ ਆਪਣੀ ਜਾਣਕਾਰੀ ਸ਼ੇਅਰ ਉੱਤੇ ਕਰ ਰਿਹਾ ਤੇ ਹਜ਼ਾਰਾਂ ਲੋਕੀ ਵੇਖ ਰਹੇ ਨੇ। ਕਲਾਉਡ ਬੇਸ ਕਿਸੇ ਵਾਸਤੇ ਤਾਂ ਅਸਮਾਨ ਦੀ ਕੋਈ ਚੀਜ਼ ਹੋ ਸਕਦਾ ਤੇ ਕਿਸੇ ਨੂੰ ਪਤਾ ਮੈਂ ਆਪਣਾ ਡੇਟਾ ਉੱਥੇ ਰੱਖਿਆ ਹੋਇਆ, ਉਹ G ਡਰਾਈਵ ਨੂੰ ਮੈਂ ਆਪਣਾ ਕਲਾਉਡ ਕਹਿ ਰਿਹਾ ਹੈਗਾ। ਤੁਸੀਂ 3G ਦੀ ਗੱਲ ਕਰ ਰਹੇ ਸੀ ਕਿ ਉਹ ਕਿਤੇ ਪਾਰਕਿੰਗ ਸਪੇਸ ਹੋ ਸਕਦਾ ਤੇ ਕਿਸੇ ਲਈ ਹੁਣ ਉਹ 3 ਤੋਂ 4 ਤੇ 5G ਤੱਕ ਪਹੁੰਚ ਜਾਏਗਾ। ਹਾਂਜੀ, ਕਿਸੇ ਲਈ ਐਪਲੀਕੇਸ਼ਨ ਹਜੇ ਵੀ ਉਹ ਲਿਖੀ ਹੋਈ ਐਪਲੀਕੇਸ਼ਨ ਹੈ ਜਿਹੜੀ ਆਪਾਂ ਕਾਲਜ ਦੇ ਪ੍ਰਿੰਸੀਪਲ ਨੂੰ ਲਿਖ ਰਹੇ ਹੈਗੇ ਆ, ਸਕੂਲ ਹੈਡਮਾਸਟਰ ਨੂੰ ਲਿਖ ਰਹੇ ਹੈਗੇ ਆ, ਤੇ ਕਿਸੇ ਵਾਸਤੇ ਉਹ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਮੋਬਾਈਲ ਦੀ ਐਪਲੀਕੇਸ਼ਨ ਹੈਗੀਆਂ ਨੇ। ਕਿਸੇ ਲਈ ਸਕਾਈਪ ਅਜੇ ਟਾਈਪੋ ਐਰਰ ਹੈਗਾ, ਕੁਝ ਗਲਤ ਲਿਖਤਾ ਹੈ, ਕੋਈ ਉਹ ਤੋਂ ਕਮਿਊਨੀਕੇਟ ਕਰ ਰਿਹਾ ਹੈਗਾ। ਤੇ ਇਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਸਾਨੂੰ ਸਮਝਣੀਆਂ ਪੈਣਗੀਆਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਮਝੀਏ ਤੇ ਆਹ 4C ਨੂੰ ਅਸੀਂ ਮਿਸ ਨਾ ਕਰ ਦਈਏ। ਤੇ ਅਸੀਂ ਬਾਰ-ਬਾਰ ਰਿਪੀਟ ਕਰ ਰਹੇ ਹਾਂ 4C, ਇਹਨਾਂ ਨੂੰ ਬਹੁਤ ਧਿਆਨ ਦੇ ਨਾਲ ਸਮਝੋ। ਜਿਹੜਾ ਟੀਚਰ ਇਹਦੇ ਚ ਵਾਂਝਾ ਰਹਿ ਗਿਆ ਉਹਦੇ ਬੱਚੇ ਵੀ ਇਹਦੇ ਚ ਵਾਂਝੇ ਰਹਿ ਜਾਣਗੇ ਤੇ ਕੰਪੀਟੀਸ਼ਨ ਉਹਨਾਂ ਨੂੰ ਮਾਫ ਨਹੀਂ
ਨਹੀਂ ਕਰੇਗਾ। ਬਿਲਕੁਲ ਹੁਣ ਬਿਲਕੁਲ ਸਭ ਤੋਂ ਪਹਿਲਾਂ ਆਉਂਦੇ ਆ ਰਾਜਵਿੰਦਰ ਜੀ, ਕਮਿਊਨੀਕੇਸ਼ਨ। ਦੇਖੋ ਇੱਕ ਚੀਜ਼ ਇਹਦੇ ਨਾਲ ਐਡ ਕਰਨਾ ਚਾਹਾਂਗਾ, ਸਰਵਾਈਵਲ ਆਫ ਦਾ ਫਿਟੈਸਟ। ਹੂੰ ਜੰਗਲ ਦਾ ਰੂਲ ਹੈ ਜੀ, ਜਿਹੜਾ ਤਾਕਤਵਰ in the sense ਮਤਸਯ ਨਿਆਏ। ਹੋਏਗਾ ਹਾਂਜੀ। ਉਹੀ ਸਰਵਾਈਵ ਕਰੇਗਾ। ਤਾਕਤ ਦਾ ਮਤਲਬ ਮਸਲ ਦੀ ਤਾਕਤ ਨਹੀਂ ਹੈ, ਨਹੀਂ 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 ਯਾਨੀ ਬ੍ਰੇਨ ਦੀ ਤਾਕਤ, ਜੀ ਜੀ ਇੰਟੈਲੀਜੈਂਸ। ਜਿਹਦੇ ਕੋਲ ਇੰਟੈਲੀਜੈਂਸ ਹੈ ਉਹੀ ਸਰਵਾਈਵ ਕਰੇਗਾ। ਜੀ ਜੀ ਕਮਿਊਨੀਕੇਸ਼ਨ, ਹੁਣ ਜਿਵੇਂ ਗੱਲ ਕੀਤੀ, ਸਭ ਤੋਂ ਪਹਿਲੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਮਿਊਨੀਕੇਸ਼ਨ। ਅੱਜ ਦਾ ਯੁੱਗ ਹੀ ਕਮਿਊਨੀਕੇਸ਼ਨ ਦਾ ਯੁੱਗ ਹੈ। ਜੀ ਜੀ ਅੱਗੇ ਕਮਿਊਨੀਕੇਸ਼ਨ ਸਿਰਫ ਹੁੰਦਾ ਸੀ ਦੋ ਬੰਦਿਆਂ ਦੇ ਵਿੱਚ ਕਮਿਊਨੀਕੇਟ ਹਾਂ, ਹੋ ਦੋ ਜਾਂਦਾ ਲੋਕ ਸੀ, ਕਰ ਰਹੇ ਆਪਸ ਦੋ ਵਿੱਚ ਨਹੀਂ ਗੱਲ। ਚਾਰ ਬੰਦਿਆਂ 'ਚ ਕਮਿਊਨੀਕੇਟ। ਪਰ ਹੁਣ ਕਮਿਊਨੀਕੇਸ਼ਨ ਦਾ ਪਲੇਟਫਾਰਮ ਜਿਹੜਾ ਹੈ ਬਦਲ ਗਿਆ। ਡਿਜੀਟਲਾਈਜੇਸ਼ਨ ਵਾਲਾ ਇੰਨਾ ਵੱਡਾ ਹੋ ਗਿਆ ਹੈ, ਜੀ 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 ਇੰਨਾ ਵਾਸਟ ਹੋ ਗਿਆ ਹੈ, ਇੰਨੇ ਇੰਟਰੈਕਸ਼ਨਸ ਹੋ ਗਈਆਂ ਨੇ ਕਿ ਤੁਸੀਂ ਉਹਦਾ ਅੰਦਾਜ਼ਾ ਹੀ ਨਹੀਂ ਲਗਾ ਸਕਦੇ। ਪਹਿਲੇ ਕਲਾਸ 30-40 ਬੱਚਿਆਂ ਦੀ ਕਲਾਸ ਹੁੰਦੀ ਸੀ, ਅੱਜ ਕਲਾਸਰੂਮ ਹਜ਼ਾਰਾਂ ਬੰਦਿਆਂ ਦੀ ਕਲਾਸ ਹੈ। WhatsApp ਦੇ ਤੁਸੀਂ 1000 ਦਾ ਗਰੁੱਪ ਬਣਾ ਸਕਦੇ ਹੋ। ਟੈਲੀਗ੍ਰਾਮ ਦੀ ਗੱਲ ਕਰੋ, ਤੁਸੀਂ ਕਈ ਹਜ਼ਾਰਾਂ ਦਾ ਗਰੁੱਪ ਮੇਰੇ ਖਿਆਲ ਬਣਾ ਸਕਦੇ ਹਾਂਜੀ ਹਾਂ। ਹਾਂਜੀ ਤੁਸੀਂ YouTube ਦੇ ਉੱਤੇ ਜਾ ਕੇ ਕਿੰਨੇ access ਦੇ ਮਿਲੀਅਨਸ ਲੋਕਾਂ ਸਕਦੇ ਨੂੰ ਹੋ। ਪਹੁੰਚ ਕਰਦੇ। ਐਸੀ ਤਰੀਕੇ ਦੇ ਨਾਲ ਜੇ ਤੁਸੀਂ Google Meet ਤੇ ਚਲੇ ਜਾਂਦੇ ਹੋ ਜਾਂ ਹੋਰ ਆਨਲਾਈਨ ਜਿਹੜੀਆਂ ਕਾਨਫਰੰਸ ਜਾਂ ਵੈਬਿਨਾਰਸ ਹੁੰਦੇ ਨੇ, ਹਜ਼ਾਰਾਂ ਲੋਕ ਇੱਕ ਟਾਈਮ ਤੇ ਕਰਦੇ ਨੇ। ਯਾਨੀ ਕਮਿਊਨੀਕੇਸ਼ਨ ਦੇ ਤਰੀਕੇ ਬਦਲ ਗਏ ਨੇ। ਬਦਲ ਗਏ ਨੇ, ਉਹ ਨਹੀਂ ਔਰ ਰਿਹਾ ਉਹ ਕਮਿਊਨੀਕੇਸ਼ਨ ਦੇਖੋ, ਬੇਸਿਕ ਲੈਂਗੁਏਜ ਤਾਂ ਰਹੇਗੀ ਨਾ। ਨਾ। ਅੱਛਾ ਹਾਂ ਠੀਕ ਹੈ। ਇੰਗਲਿਸ਼ ਲੈਂਗੁਏਜ ਤਾਂ ਚਾਹੀਦੀ ਹੈ, ਜਾਂ ਜਿਸ ਲੈਂਗੁਏਜ ਅਸੀਂ ਕਮਿਊਨੀਕੇਟ ਕਰ ਰਹੇ ਹਾਂ, ਔਰ ਉਹ ਕਮਿਊਨੀਕੇਸ਼ਨ ਸਕਿੱਲ ਹੀ ਬਹੁਤ ਇੰਪੋਰਟੈਂਟ ਹੈ। ਭਾਵੇਂ ਪਲੇਟਫਾਰਮ ਡਿਜੀਟਲਾਈਜ਼ ਹੋ ਗਿਆ, ਲੇਕਿਨ ਉਹ ਸਕਿੱਲਸ ਆਉਣੇ ਸਭ ਤੋਂ ਜ਼ਰੂਰੀ ਹਨ। ਪਰ ਉਹੀ ਗੱਲ ਅਸੀਂ ਕਹਿ ਰਹੇ ਹਾਂ, ਤੁਹਾਡੀ ਗੱਲ ਨੂੰ ਲੈ ਕੇ ਆ ਰਹੇ ਹਾਂ ਕਿ ਪਹਿਲਾਂ ਇਹੋ ਹੀ ਸੈਮੀਨਾਰ ਅਸੀਂ ਡਾਇਰੈਕਟ ਦਿੰਦੇ ਹੁੰਦੇ ਹਾਂ, ਆਫਲਾਈਨ ਦਿੰਦੇ ਹੁੰਦੇ ਹਾਂ, ਟੀਚਰ ਸਾਡੇ ਸਾਹਮਣੇ ਬੈਠੇ ਹੋਏ ਆ, ਅਸੀਂ ਬੋਲ ਰਹੇ ਹੁੰਦੇ ਹਾਂ। ਹੁਣ ਵੇਖੋ ਅਸੀਂ ਸਟੂਡੀਓ 'ਚ ਬੈਠੇ ਹੋਏ ਹਾਂ ਤੇ ਸਟੂਡੀਓ ਵਿੱਚ ਕੈਮਰੇ ਦੇ ਨਾਲ ਕਿਸ ਤਰ੍ਹਾਂ ਕਮਿਊਨੀਕੇਟ ਕਰਨਾ, ਮਾਈਕ ਦੇ ਨਾਲ ਕਿਸ ਤਰ੍ਹਾਂ ਕਮਿਊਨੀਕੇਟ ਕਰਨਾ ਹੈਗਾ, ਆਪਸ ਵਿੱਚ ਕਿਸ ਤਰ੍ਹਾਂ ਇੰਟਰੈਕਸ਼ਨ ਕਰਨੀ ਹੈਗੀ ਆ, ਇਹ ਸਾਰੀਆਂ ਚੀਜ਼ਾਂ ਸਾਨੂੰ ਵੀ ਸਿੱਖਣੀਆਂ ਪੈ ਰਹੀਆਂ ਹੈਗੀਆਂ ਨੇ ਤੇ ਫਿਰ ਕਮਿਊਨੀਕੇਸ਼ਨ ਸਥਾਪਿਤ ਹੋ ਪਾ ਰਹੀ ਹੈਗੀ ਆ। ਟੀਚਰ ਨੂੰ ਇਹ ਸਮਝਣਾ ਪਊਗਾ ਕਿ ਹੁਣ ਇਹ ਨਹੀਂ ਹੈ ਕਿ ਮੈਂ ਕਲਾਸ 'ਚ ਜਾ ਕੇ ਬੋਲ ਦਿੱਤਾ ਤੇ ਮੇਰੀ ਗੱਲ ਪੂਰੀ ਹੋ ਗਈ। ਉਹ ਤੇ ਗੁਣ ਚਾਹੀਦਾ ਹੀ ਚਾਹੀਦਾ, ਉਹ ਤੇ ਮਿਨੀਮਮ ਰਿਕੁਆਇਰਮੈਂਟ ਹੈਗੀ ਆ, ਮਗਰ ਉਸ ਤੋਂ ਬਾਅਦ ਵੀ ਰਿਕੁਆਇਰਮੈਂਟ ਬਦਲ ਰਹੀ ਹੈਗੀ। ਬਹੁਤ ਸਾਰੇ ਟੀਚਰ ਹੈਗੇ ਨੇ ਜਿਹੜੇ ਬੜੇ ਵਿਦਵਾਨ ਨੇ, ਮਗਰ ਉਹ ਕੈਮਰੇ ਅੱਗੇ ਰਿਕਾਰਡਿੰਗ ਨਹੀਂ ਕਰ ਪਾਉਂਦੇ ਹੈਗੇ, ਜੀ, ਤੇ ਉਹ ਫਿਰ ਉਹ ਕਿਤੇ ਨਾ ਕਿਤੇ ਲੈਕ ਕਰ ਰਹੇ ਹੈਗੇ ਨਾ। ਤੇ ਇਸ ਚੀਜ਼ ਨੂੰ ਸਾਨੂੰ ਸਮਝਣਾ ਪਊਗਾ ਕਿ ਇਹ ਕੀ ਹੈਗੀ ਆ ਜਿਹਨੂੰ ਆਪਾਂ ਗਵਾਉਣਾ ਨਹੀਂ ਹੈਗਾ। ਤੇ ਸਟੂਡੈਂਟ ਤੱਕ ਆਪਾਂ ਅਗਰ ਕਲੀਅਰ ਤੇ ਕਨਸਾਈਜ਼ ਇਨਫੋਰਮੇਸ਼ਨ ਨਹੀਂ ਪਹੁੰਚਾ ਪਾ ਰਹੇ ਤੇ ਤੁਸੀਂ ਚੰਗੀ ਕਮਿਊਨੀਕੇਸ਼ਨ ਨਹੀਂ ਕਰ ਪਾ ਰਹੇ ਹੈਗੇ। ਤੇ ਅਗਰ ਆਪਾਂ ਇਸ ਨੂੰ ਕਰ ਪਾਈਏ ਤੇ ਫਿਰ ਆਪਾਂ ਇੱਕ ਪਹਿਲੀ ਸੀ ਵਿੱਚ ਕਾਮਯਾਬ ਹੋ ਜਾਵਾਂਗੇ। ਬਿਲਕੁਲ ਬਿਲਕੁਲ। ਦੇਖੋ ਜੀ, ਸਭ ਤੋਂ ਇੰਪੋਰਟੈਂਟ ਚੀਜ਼ ਤਾਂ ਕਮਿਊਨੀਕੇਸ਼ਨ ਹੈ। ਕਿਸੇ ਦੋ ਬੰਦਿਆਂ 'ਚ ਸੰਵਾਦ ਜਿਹੜਾ ਤਾਂ ਹੀ ਸੰਭਵ ਹੈ ਜਿਹੜਾ ਜੇ ਦੋਨੋਂ ਜੀ ਨੇ ਇੱਕ ਐਸੀ ਭਾਸ਼ਾ ਨੂੰ ਸਮਝਦੇ ਹੋਣ ਜਿਹੜੀ ਦੋਨਾਂ ਦੇ ਵਿੱਚ ਕਾਮਨ ਹੋਵੇ, ਔਰ ਇਸ ਤਰੀਕੇ ਨਾਲ ਇੱਕ ਦੂਜੇ ਨੂੰ ਉਹ ਸਮਝਾ ਵੀ ਸਕਣ, ਉਸ ਗੱਲ ਨੂੰ ਇੱਕ ਦੂਜੇ ਤੱਕ ਕਹਿ ਹੀ ਸਕਣ। ਜਿਵੇਂ ਕਈ ਤੁਸੀਂ ਬੱਚਿਆਂ 'ਚ ਦੇਖਿਆ ਹੋਣਾ, ਉਹ ਆਪਣੀ ਗੱਲ ਐਕਸਪ੍ਰੈਸ ਹੀ ਨਹੀਂ ਕਰ ਪਾਉਂਦੇ। ਜੋ ਕਹਿਣਾ ਚਾਹੁੰਦੇ ਨੇ ਉਹ ਟੀਚਰ ਨੂੰ ਨਹੀਂ ਕਹਿ ਪਾਉਂਦੇ, ਜਾਂ ਟੀਚਰ ਜੋ ਸਮਝਾਉਣਾ ਪੈਂਦਾ ਹੈ ਉਹ ਉਹਨੂੰ ਸਟੂਡੈਂਟ ਨੂੰ ਨਹੀਂ ਕਹਿ ਸਕਦਾ। ਫਿਰ ਅਸੀਂ ਵਰਡ ਯੂਜ਼ ਕਰਨ ਦੀ ਕਮਿਊਨੀਕੇਸ਼ਨ ਗੈਪ ਰਹਿ ਗਿਆ। ਜਾਂ ਆਫਿਸ 'ਚ ਦੇਖੀਏ ਤੇ ਕਈ ਵਾਰੀ ਕੋਈ ਹੈਡ ਐਸੀ ਗੱਲ ਕਰ ਰਿਹਾ ਹੈ ਜਾਂ ਕੋਈ ਪ੍ਰੋਫੈਸ਼ਨਲ ਇਹੋ ਜਿਹੀ ਗੱਲ ਕਰ ਰਿਹਾ ਹੈ, ਦੂਸਰਾ ਜੋ ਆਪਣੇ ਸਬਆਰਡੀਨੇਟ ਨੇ ਉਹਨਾਂ ਨੂੰ ਕਹਿਣਾ ਚਾਹ ਰਿਹਾ ਲੇਕਿਨ ਉਹ ਗੱਲ ਕਰ ਨਹੀਂ ਪਾ ਰਿਹਾ। ਯਾਨੀ ਕਮਿਊਨੀਕੇਸ਼ਨ ਗੈਪ ਹੋਇਆ ਨਾ। देयर मस्ट बी कम्युनिकेशन स्किल्स। ਹਾਂ, ਨਹੀਂ ਉਹ ਸਿੱਖਣੀ ਪਏਗੀ। ਅਗਰ ਤੁਹਾਡੇ ਕੋਲ ਕਮੀ ਆ ਤੇ ਉਹਨੂੰ ਤੁਸੀਂ ਸਿੱਖੋ, ਆਪਣੇ ਆਈਡੀਆਜ਼ ਨੂੰ ਕੁਇਕਲੀ ਤੇ ਕਲੀਅਰਲੀ ਪਹੁੰਚਾ ਪਾਉਣਾ। ਇਹ ਇੱਕ ਹੈਗਾ ਆ, ਇਹਦੇ 'ਚ ਇੰਪੋਰਟੈਂਸ ਹੈਗੀ ਆ। ਅਗਰ ਅਸੀਂ ਉਹ ਕਰ ਪਾ ਰਹੇ ਹਾਂ ਤਾਂ ਅਸੀਂ ਚੰਗੀ ਕਮਿਊਨੀਕੇਸ਼ਨ ਕਰ ਪਾ ਰਹੇ ਹਾਂ। ਕਿਉਂਕਿ ਹੁਣ ਜਿਹੜਾ ਸਪੋਰਟ ਹੈ ਉਹ ਕਿਤੇ ਪਰਸਨਲ ਦੇਣਾ ਪੈ ਰਿਹਾ, ਕਿਤੇ ਗਰੁੱਪ ਲਰਨਿੰਗ ਕਰਾਉਣੀ ਪੈ ਰਹੀ ਹੈ ਟੀਚਰ ਨੂੰ, ਠੀਕ ਹੈ ਨਾ, ਐਫੀਸ਼ੀਐਂਟਲੀ, ਇਫੈਕਟਿਵਲੀ। ਕਿਹਦੇ ਨਾਲ? ਡਿਜੀਟਲ ਮੀਡੀਆ, ਜਿਸ ਤਰ੍ਹਾਂ ਤੁਸੀਂ ਦੱਸਿਆ, ਹੋਰ ਪ੍ਰਕਾਰ ਦੀ ਇਨਵਾਇਰਨਮੈਂਟ ਹੈ ਜਿਹਦੇ ਵਿੱਚ ਸਾਨੂੰ ਆ ਕਰਨਾ ਪੈ ਰਿਹਾ। ਕਲੀਅਰਲੀ ਤੇ ਇਫੈਕਟਿਵਲੀ ਤੁਸੀਂ ਅਗਰ ਕਮਿਊਨੀਕੇਟ ਕਰ ਪਾ ਰਹੇ ਜੀ ਆਪਣੀ ਆਡੀਅנס ਨੂੰ ਤੇ ਬੜਾ ਆਸਾਨ ਹੋ ਜਾਂਦਾ। ਅਸੀਂ ਬਾਰ-ਬਾਰ ਗੱਲ ਕਰਦੇ ਹੁੰਦੇ ਨਾ ਕਿ ਹਜੇ ਵੀ ਸਾਡੇ ਕੋਲ ਟੀਚਰ ਨੇ ਜਿਹੜੇ ਸਟੇਜ ਤੇ ਆ ਕੇ ਨਹੀਂ ਬੋਲ ਪਾ ਰਹੇ, ਹਜੇ ਵੀ ਟੀਚਰ ਹੈ ਜਿਹੜੇ ਕੈਮਰੇ ਅੱਗੇ ਨਹੀਂ ਬੋਲ ਪਾ ਰਹੇ। ਬਿਲਕੁਲ ਠੀਕ ਤੁਹਾਡੀ ਗੱਲ ਹੈ। ਦੇਖੋ, ਇਸ ਚੀਜ਼ ਦੇ ਕਮਿਊਨੀਕੇਸ਼ਨ ਦਾ ਸਭ ਤੋਂ ਬੇਸਿਕ ਚੀਜ਼ ਹੈਗੀ ਹੈ ਕਿ ਤੁਸੀਂ ਜੋ ਕਮਿਊਨੀਕੇਸ਼ਨ ਕਰਨਾ ਹੈ ਉਸ ਬਾਰੇ ਤੁਹਾਡੀ ਕਲੈਰਿਟੀ ਕਿੰਨੀ ਹੈ ਜੀ। until unless you are not clear about the idea which you want to communicate with the others, it is very difficult to communicate in a good way। ਸਹੀ ਗੱਲ ਹੈ। ਸਭ ਤੋਂ ਪਹਿਲੇ ਆਪਣੇ ਆਪ 'ਚ ਉਸ ਆਈਡੀਆ ਦਾ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ, ਔਰ ਉਸ ਤੋਂ ਬਾਅਦ ਤੁਸੀਂ ਕਿਸ ਇਫੈਕਟਿਵਨੈਸ ਦੇ ਨਾਲ, ਕਿਸ ਤਰੀਕੇ ਦੇ ਨਾਲ, ਭਾਵੇਂ ਉਹ ਪਰਸਨਲ ਕਮਿਊਨੀਕੇਸ਼ਨ ਹੈ, ਭਾਵੇਂ ਗਰੁੱਪ ਕਮਿਊਨੀਕੇਸ਼ਨ ਹੈ, ਇਫੈਕਟਿਵ ਕਿਹੜੇ ਟੈਕਨੀਕਸ ਵਰਤ ਕੇ ਤੁਸੀਂ ਉਹਨਾਂ ਨਾਲ ਕਮਿਊਨੀਕੇਟ ਕਰਦੇ ਹੋ। ਜਾਂ ਅਸੀਂ ਹੁਣੇ ਥੋੜੀ ਦੇਰ ਪਹਿਲੇ EQ ਦੀ ਗੱਲ ਕਰਦੇ ਪਏ ਸੀਗੇ ਵੀ ਕਿਸ ਇਮੋਸ਼ਨਲ ਇੰਟੈਲੀਜੈਂਸ ਦੇ ਨਾਲ ਤੁਸੀਂ ਕਮਿਊਨੀਕੇਟ ਕਰਦੇ ਹੋ।
ਭਾਸ਼ਾ ਦਾ ਗਿਆਨ ਹੋਣਾ ਚਲੋ ਸਾਰਿਆਂ ਨੂੰ ਹੋ ਸਕਦਾ ਹੈ, ਪਰ ਸਾਰੇ ਕਮਿਊਨੀਕੇਟ ਨਹੀਂ ਕਰ ਨਹੀਂ ਪਾਉਂਦੇ। ਕਰ ਪਾ ਰਹੇ ਇੱਕ ਚੰਗੇ ਲੀਡਰ ਤੁਸੀਂ ਦੇਖੋ ਬੋਲ ਤਾਂ ਸਾਰੇ ਸਕਦੇ ਆ, ਲੇਕਿਨ ਸਟੇਜ ਤੇ ਚੜ ਕੇ ਇੱਕ ਚੰਗਾ ਲੀਡਰ ਜਿਹੜਾ ਲੀਡਰਸ਼ਿਪ ਕੁਆਲਿਟੀ ਉਹ ਕਮਿਊਨੀਕੇਸ਼ਨ ਨਾਲ ਹੀ ਆਉਂਦੀ ਹੈ, ਜਿਹੜੇ ਸਾਹਮਣੇ ਖੜੀ ਭੀੜ ਦੇ ਸੈਂਟੀਮੈਂਟ ਅਰਾਊਜ਼ ਕਰ ਦਿੰਦਾ ਹੈ, ਉਹ ਉਹਨੂੰ ਆਪਣੇ ਵੱਸ ਚ ਕਰਕੇ ਆਪਣੇ ਹੱਕ ਚ ਵੋਟ ਦੇਣ ਲਈ ਮਜਬੂਰ ਕਰ ਦਿੰਦਾ। ਇਹ ਕਮਿਊਨੀਕੇਸ਼ਨ ਕਮਿਊਨੀਕੇਟ। ਅੱਛਾ, ਇਹਦੇ ਵਿੱਚ ਮੈਂ ਉਸ ਚੀਜ਼ ਨੂੰ ਦੇਖੋ, ਪਹਿਲਾਂ ਮੈਂ ਦੂਸਰੀ ਕੋਟੇਸ਼ਨ ਲੈ ਲਵਾਂ, ਦ ਇੰਪੋਰਟੈਂਟ ਥਿੰਗ ਇਜ਼ ਕਮਿਊਨੀਕੇਸ਼ਨ ਇਜ਼ ਹੀਅਰਿੰਗ ਵਾਟ ਇਜ਼ਨਟ ਸੈਡ। ਜੋ ਨਹੀਂ ਕਿਹਾ ਉਹ ਵੀ ਸੁਣ ਪਾਉਣਾ, ਬੋਡੀ ਲੈਂਗੁਏਜ ਦੇ ਥਰੂ, ਸ਼ਬਦਾਂ ਦੇ ਹੇਰ-ਫੇਰ ਦੇ ਥਰੂ, ਉਹਨਾਂ ਵਿੱਚ ਜਿਹੜਾ ਗੈਪ ਹੈਗਾ ਆ ਦੋ ਸ਼ਬਦਾਂ ਦੇ ਵਿਚਕਾਰ, ਉਹਦੇ ਵਿਚਕਾਰ ਕੀ ਕਿਹਾ ਗਿਆ ਉਹਨੂੰ ਸਮਝ ਪਾਉਣਾ, ਇਹ ਇੱਕ ਬੜੀ ਵੱਡੀ ਗੱਲ ਹੈ ਤੇ ਕੁਝ ਲੋਕ ਨਹੀਂ ਕਰ ਪਾਉਂਦੇ ਹੈਗੇ। ਅੱਛਾ, GB ਸ਼ਾਹ ਜਿਹੜੇ ਕਿ ਬੜੇ ਵਿਦਵਾਨ ਨੇ ਇੰਗਲਿਸ਼ ਦੇ, ਉਹ ਇਸ ਚੀਜ਼ ਨੂੰ ਕਹਿੰਦੇ ਹੁੰਦੇ ਆ ਕਿ ਸਭ ਤੋਂ ਵੱਡੀ ਪ੍ਰੋਬਲਮ ਇਹ ਹੋਇਆ ਕਿ ਸਾਨੂੰ ਇਸ ਤਰ੍ਹਾਂ ਇਲੂਜ਼ਨ ਲੱਗਦਾ ਆ ਕਿ ਸ਼ਾਇਦ ਇਟ ਹੈਜ਼ ਟੇਕਨ ਪਲੇਸ, ਕਿ ਅਸੀਂ ਕਹਿ ਚੁੱਕੇ ਹਾਂ ਪਰ ਉਹ ਕਿਹਾ ਨਹੀਂ ਜਾ ਚੁੱਕਿਆ ਹੁੰਦਾ, ਉਹ ਕਿਤੇ ਨਾ ਕਿਤੇ ਰਹਿ ਗਿਆ ਹੁੰਦਾ ਆ। ਬਿਲਕੁਲ ਜੀ, ਬਹੁਤ ਵੱਡੀਆਂ ਸਟੇਟਮੈਂਟ ਨੇ, ਇੱਥੇ ਹੀ ਤਾਂ ਕਮਿਊਨੀਕੇਸ਼ਨ ਗੈਪ ਆ ਜਾਂਦਾ ਹੈ। ਕਮਿਊਨੀਕੇਸ਼ਨ ਵਰਡ ਗੈਪ ਕ੍ਰੀਏਟ, ਸਾਨੂੰ ਲੱਗਦਾ ਹੈ ਕਿ ਅਸੀਂ ਆਪਣੀ ਗੱਲ ਕਰ ਦਿੱਤੀ, ਲੇਕਿਨ ਉਹ ਗੱਲ ਉੱਥੇ ਤੱਕ ਪਹੁੰਚੀ ਨਹੀਂ ਹੁੰਦੀ जी। जी कहते हैं कि लिखने वाले ने लिखा कि लाला जी अजमेर गए और पढ़ने वाले ने पढ़ा कि लाला जी आज मर गए। क्या था कि लाला जी अजमेर गए, लेकिन उन्हें कम्युनिकेट इस तरीके ਨਾਲ ਕੀਤਾ ਕਿ ਅਗਲਾ ਸੁਣ ਰਿਹਾ ਕਿ ਲਾਲਾ ਜੀ ਅੱਜ ਮਰ ਗਏ। ਅੱਛਾ, ਉਹ ਤਾਂ ਕਹਿ ਰਹੇ ਕਿ ਸ਼ਬਦਾਂ ਦੇ ਵਿਚਕਾਰ ਜਿਹੜਾ ਗੈਪ ਹੁੰਦਾ ਨਾ, ਮੈਂ ਉੱਤੇ ਜ਼ੋਰ ਦੇ ਰਿਹਾ। ਕਈ ਵਾਰ ਅਸੀਂ ਨਾ WhatsApp 'ਚ ਬੜੇ 2-3 ਸ਼ਬਦਾਂ 'ਚ ਕੋਈ ਗੱਲ ਕਹਿ ਰਹੇ ਹੁੰਦੇ ਆ, ਤਾਂ ਮੈਂ ਵੇਖ ਰਿਹਾ ਹੁੰਦਾ ਕਿ ਜਿਹਨੂੰ ਪਤਾ ਹੈ ਉਹ ਉਸ ਚੀਜ਼ ਨੂੰ ਸਮਝ ਰਿਹਾ ਹੁੰਦਾ, ਤੇ ਜਿਹਨੂੰ ਨਹੀਂ ਪਤਾ ਹੈ ਉਹਦੇ ਲਈ ਉਹ ਬੜਾ ਅਣਜਾਣ ਹੋ ਜਾਂਦਾ ਕਿ ਪਤਾ ਨਹੀਂ ਕੀ ਲਿਖਿਆ ਜਾ ਰਿਹਾ, ਕੀ ਬੋਲਿਆ ਜਾ ਰਿਹਾ। ਹਾਇਰ ਆਰਡਰ ਥਿੰਕਿੰਗ ਸਕਿੱਲ ਜਿਹੜੀ ਹੈ ਬੜੀ ਕਮੀ ਜੇ, ਉਹ ਹੀ ਤੇ ਕਿਸੇ ਚੀਜ਼ ਨੂੰ ਜੱਜ ਕਰ ਸਕਦੀ ਹੈ। ਤੁਸੀਂ ਕਈ ਐਡਵਰਟਾਈਜ਼ਿੰਗ ਕੈਂਪੇਨ ਦੇਖੋਗੇ, ਉੱਤੇ ਛੋਟੀ ਜਿਹੀ ਚੀਜ਼ ਲਫ਼ਜ਼ਾਂ ਦੇ ਵਿੱਚ ਕੁਝ ਲਿਖਿਆ ਹੁੰਦਾ ਹੈ। ਅਮੂਲ ਦੀ ਐਡਵਰਟਾਈਜ਼ਮੈਂਟ ਬਹੁਤ ਤਰ੍ਹਾਂ ਦੀ ਇਹੋ ਜਿਹੀ ਆਉਂਦੀਆਂ ਰਹਿੰਦੀਆਂ ਨੇ, ਹੋਰ ਕਈ ਐਸੀ ਐਡਵਰਟਾਈਜ਼ਮੈਂਟ ਆਉਂਦੀਆਂ ਨੇ ਜਿਹੜਾ ਤੇ ਬੰਦਾ ਲਰਨਡ ਹੈ, ਉਹਨੂੰ ਇੱਕ ਮਿੰਟ ਉਹ ਅੱਛਾ ਇਸ ਆਈਡੀਆ ਨੂੰ ਇਹਨੇ ਇਸ ਤਰੀਕੇ ਨਾਲ ਅਟੈਚ ਕੀਤਾ। ਜੀ। ਔਰ ਦੈਟ ਇਜ਼ ਹੁਣ ਦੂਸਰੀ ਸਕਿੱਲ ਤੇ ਅਸੀਂ ਆ ਰਹੇ, ਕ੍ਰੀਏਟੀਵਿਟੀ। ਬਹੁਤ ਵੱਡੀ ਇੱਕ ਕਮੀ ਹੈ ਜੀ, ਇਸ ਕਮੀ ਨਾਲ ਅਸੀਂ ਅੱਗੇ ਨਹੀਂ ਵਧ ਪਾਵਾਂਗੇ। ਅਗਰ ਅਸੀਂ ਕੁਝ ਨਵਾਂ ਆਈਡੀਆ ਨਹੀਂ ਸੋਚ ਸਕਦੇ ਤੇ ਮਾਫ ਕਰੋ, ਸਾਨੂੰ ਹੁਣ ਆਉਣ ਵਾਲਾ ਸਮਾਜ, ਆਉਣ ਵਾਲਾ ਮਾਰਕੀਟ, ਆਉਣ ਵਾਲਾ ਟਾਈਮ ਮਾਫ ਨਹੀਂ ਕਰੇਗਾ। ਸਾਨੂੰ ਆਦਤ ਬਣਾਉਣੀ ਪਏਗੀ ਕੁਝ ਨਵਾਂ ਕਰਨ ਦੀ। ਬਤੌਰ ਟੀਚਰ ਵੀ ਅਗਰ ਮੈਂ ਪੁਰਾਣੇ ਤਰੀਕਿਆਂ ਨਾਲ ਹੀ ਦੱਸਦਾ ਰਵਾਂਗਾ ਤੇ ਮੇਰੇ ਬੱਚੇ ਤੇ YouTube ਤੋਂ ਕਿਤੇ ਨਵੇਂ ਤਰੀਕਿਆਂ ਨਾਲ ਪੜ੍ਹ ਰਹੇ ਹੈਗੇ ਨੇ, ਤੇ ਮੈਂ ਕਿਸ ਤਰ੍ਹਾਂ ਮੁਕਾਬਲਾ ਕਰਾਂਗਾ ਜੀ ਉਹਨਾਂ ਦਾ। ਬਿਲਕੁਲ, ਕ੍ਰੀਏਟੀਵਿਟੀ ਜਿਹੜੀ ਹੈ ਦੇਖੋ ਬਹੁਤ ਇੰਪੋਰਟੈਂਟ ਗੁਣ ਹੈ, ਜਿਹੜਾ ਕਿ ਸਮਝੋ ਹੁੰਦਾ ਤਾਂ ਹਰ ਇੱਕ ਕੋਲ ਹੈ, ਇਹ ਇਨਕਾਰ ਨਹੀਂ ਕੀਤਾ ਜਾ। ਪਰਮਾਤਮਾ ਨੇ ਹਰ ਇੱਕ ਨੂੰ ਕੁਛ ਨਾ ਕੁਛ ਗੁਣ ਦੇ ਕੇ ਭੇਜਿਆ ਹੈ, ਕ੍ਰੀਏਟੀਵਿਟੀ ਦੇ ਕੇ ਭੇਜੀ ਹੈ, ਪਰ ਉਹਦੇ ਵਿੱਚ ਉਸ ਕ੍ਰੀਏਟੀਵਿਟੀ ਨੂੰ ਐਕਸਪਲੋਰ ਕਰਨਾ ਹੈ, ਔਰ ਉਹ ਕੰਮ ਕਿਹਦਾ ਹੈ? ਟੀਚਰ ਦਾ। ਬੀਇੰਗ ਏ ਟੀਚਰ ਤੁਸੀਂ ਸਟੂਡੈਂਟ 'ਚ ਕ੍ਰੀਏਟੀਵਿਟੀ ਲੱਭ ਸਕਦੇ ਹੋ, ਔਰ ਆਪਣੇ ਵਿੱਚ ਵੀ ਕ੍ਰੀਏਟੀਵਿਟੀ ਜਿਹੜੀ ਹੈ ਉਹ ਐਕਸਪਲੋਰ ਕਰ ਸਕਦੇ ਹੋ, ਉਹਨੂੰ ਕ੍ਰੀਏਟ ਕਰ ਸਕਦੇ ਹੋ। ਦੇਖੋ ਹਰ ਇੱਕ ਚੀਜ਼ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ, ਜਿੰਨੀ ਵੀ ਇਨੋਵੇਸ਼ਨਸ ਹੁੰਦੀਆਂ ਨੇ, ਉਹ ਸਭ ਕ੍ਰੀਏਟੀਵਿਟੀ ਨੇ। ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀਗਾ, ਔਰ ਬੜਾ ਪਿਆਰਾ ਜਿਹਾ ਵੀਰ ਕਰ ਲੈ ਜੁਗਾੜ ਕਰ ਲੈ, ਜੁਗਾੜ ਦੇ ਵਿੱਚ ਬਹੁਤ ਸਾਰੀਆਂ ਮੈਂ ਕ੍ਰੀਏਟੀਵਿਟੀ ਦੇਖੀਆਂ, ਕਈ ਜਿਹੜੇ ਬੰਦਿਆਂ ਨੇ ਕੀਤੀਆਂ ਹੋਈਆਂ ਕਿ ਹੈਰਾਨ ਰਹਿ ਗਿਆ। ਈਵਨ ਕਿ ਆਨੰਦ ਮਹਿੰਦਰਾ ਜਿਹੜੇ ਨੇ, ਮਹਿੰਦਰਾ ਐਂਡ ਮਹਿੰਦਰਾ ਦੇ ਜਿਹੜੇ ਮਾਲਕ ਨੇ, ਉਹ ਵੀ ਇਹੋ ਜਿਹੀ ਬਹੁਤ ਸਾਰੀ ਵੀਡੀਓ ਜਿਹੜੀਆਂ ਕ੍ਰੀਏਟੀਵਿਟੀ ਵਾਲੀ ਪਾਉਂਦੇ ਨੇ ਕਿ ਲੋਕਾਂ ਨੇ ਦੇਖੋ ਜ਼ਰੂਰਤ ਦੇ ਮੁਤਾਬਕ ਕ੍ਰੀਏਟੀਵਿਟੀ ਦੇ ਨਾਲ ਉਹ ਚੀਜ਼ ਕ੍ਰੀਏਟ ਕਰ ਦਿੱਤੀ। ਠੀਕ ਹੈ, ਪਰ ਆਪਾਂ ਬਾਰ-ਬਾਰ ਗੱਲ ਕਰ ਰਹੇ ਹਾਂ ਕਿ ਨਿਊ ਆਈਡੀਆ ਪਾਉਣਾ, ਪ੍ਰੋਬਲਮ ਸੋਲਵ ਕਰਨਾ ਉਸ ਨਵੇਂ ਆਈਡੀਆ ਨਾਲ, ਪੁਰਾਣੇ ਤੇ ਨਾ ਟਿਕੇ ਰਹਿਣਾ ਕਿ ਬਈ ਮੈਨੂੰ ਤੇ ਹੋਈ ਪਤਾ ਹੈਗਾ, ਮੈਂ ਇਸ ਤੋਂ ਬਾਅਦ ਨਹੀਂ ਸੋਚ ਪਾਇਆ ਕਦੀ, ਇਹ ਹੁਣ ਸਾਨੂੰ ਕਰਨਾ ਪਊਗਾ, ਫਿਰ ਆਪਾਂ ਹਾਇਰ ਆਰਡਰ ਥਿੰਕਿੰਗ ਵਿੱਚ ਆ ਪਾਵਾਂਗੇ। ਅਗਰ ਅਸੀਂ ਨਹੀਂ ਕ੍ਰੀਏਟਿਵ ਹੈਗਾ ਤਾਂ ਸੌਰੀ ਟੂ ਸੇ ਅਸੀਂ ਹਜੇ ਲੋਅਰ ਐਂਡ ਤੇ ਹੀ ਚੱਲ ਰਹੇ ਹਾਂ। ਸਾਡਾ ਜਿਹੜਾ ਆਰਡਰ ਆਫ ਥਿੰਕਿੰਗ ਹੈਗਾ ਉਹ ਲੋਅਰ ਹੈਗਾ ਆ, ਅਸੀਂ ਲੋਟਸ 'ਚ ਆਏ ਹੈਗੇ, ਹੌਟਸ ਵਿੱਚ ਅਸੀਂ ਨਹੀਂ ਆਏ ਹੈਗੇ। ਬਿਲਕੁਲ ਠੀਕ ਗੱਲ ਹੈ ਤੁਹਾਡੀ। ਦੇਖੋ ਕ੍ਰੀਏਟੀਵਿਟੀ ਇਜ਼ ਦ ਪ੍ਰੈਕਟਿਸ ਆਫ ਥਿੰਕਿੰਗ ਆਊਟਸਾਈਡ ਦ ਬਾਕਸ। ਜੋ ਤੁਹਾਡੇ ਕੋਲ ਟ੍ਰੈਡੀਸ਼ਨਲ ਚੱਲ ਰਿਹਾ ਉਸ ਤੋਂ ਹਟ ਕੇ ਸੋਚ ਕੇ ਚੱਲਣਾ। ਮੈਂ ਛੋਟੀ ਜਿਹੀ ਐਗਜ਼ਾਮਪਲ ਕਰਦਾ ਹਾਂ ਨਾ ਕਿ ਕਲਾਸ ਦੇ ਵਿੱਚ ਜ਼ਰੂਰੀ ਨਹੀਂ ਕਿ ਡੈਸਕ ਦੀ ਫਾਰਮੇਸ਼ਨ ਜਿਹੜੀ ਹੈ, ਡੈਸਕ ਤੁਹਾਡੇ ਸਾਹਮਣੇ ਲੱਗਾ ਹੋਵੇ ਤੇ ਟੀਚਰ ਇੱਥੇ ਬੈਠਾ ਹੋਵੇ। ਅੱਛਾ, ਇਟ ਮੇ ਬੀ ਪੋਸੀਬਲ ਤੁਸੀਂ ਯੂ ਸ਼ੇਪ ਡੈਸਕ ਲਗਾ ਲਓ। ਹਾਂ, ਕ੍ਰੀਏਟੀਵਿਟੀ ਛੋਟੀ ਜਿਹੀ ਗੱਲ ਹੈ। ਬੱਚੇ ਨੂੰ ਕਹੋ ਬੱਚੇ ਤੁਸੀਂ ਕਾਪੀ ਕਰ ਰਹੇ ਹੋ, ਇਸ ਤਰੀਕੇ ਨਾਲ ਰਾਈਟਿੰਗ ਕਰੋ, ਤੁਸੀਂ ਕਾਪੀ ਨੂੰ ਟੇਢੀ ਕਰਕੇ ਇਸ ਤਰੀਕੇ ਰਾਈਟ ਕਰਨਾ, ਇੱਕ ਨਵੀਂ ਕ੍ਰੀਏਟੀਵਿਟੀ। ਯਾਨੀ ਕ੍ਰੀਏਟੀਵਿਟੀ ਤੁਹਾਡੇ ਬ੍ਰੇਨ ਨੂੰ ਐਕਟਿਵ ਕਰਨ ਦਾ ਇੱਕ ਬੜਾ ਵੱਡਾ ਇੰਪੋਰਟੈਂਸ ਹੋਊਗਾ। ਜੀ। ਔਰ ਜਿੰਨੀ ਜ਼ਿਆਦਾ ਤੁਸੀਂ ਕ੍ਰੀਏਟਿਵ ਹੋਵੋਗੇ, ਉਨੀ ਤੁਹਾਡੀ ਥਿੰਕਿੰਗ ਜਿਹੜੀ ਹੈ ਉਹ ਡਾਈਵਰਸ ਹੋਏਗੀ। ਜੀ।
ਇੱਕ ਨਵੀਂ ਚੀਜ਼ ਤੁਸੀਂ ਸਾਹਮਣੇ ਪੇਸ਼ ਕਰ ਸਕੋਗੇ ਔਰ ਨਵੇਂ ਆਈਡੀਆਜ਼ ਕੋ ਅੱਜ ਦੀ ਅੱਛਾ ਚੇਂਜ ਹੋ ਰਿਹਾ ਹਰ ਜੀ ਪਲ। ਮੈਂ ਕਿਤੇ ਪੜ੍ਹ ਰਿਹਾ ਸੀ ਕਿ ਜਾਪਾਨ ਦੇ ਵਿੱਚ ਕਹਿੰਦੇ ਹਰ ਘੰਟੇ ਇੱਕ ਨਵਾਂ ਜਿਹੜਾ ਹਾਂ 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 ਰਿਸਰਚ ਹਾਂ ਹੋ ਰਹੀ ਹੈ, ਇੱਕ ਹੋ ਰਹੀ ਨਵਾਂ ਹੋ ਆਈਡੀਆ ਰਹੀ ਹੈ ਡਿਵੈਲਪ ਹੋ ਰਿਹਾ ਹੈ। ਬਿਲਕੁਲ ਉਹ ਬਿਲकुल ਕਿਉਂ ਹੋ ਰਿਹਾ? ਕਿ ਬਿਕੋਜ਼ ਦੇ ਆਰ ਵੈਰੀ ਕ੍ਰੀਏਟਿਵ ਪੀਪਲ, ਦੇ ਥਿੰਕ ਕ੍ਰੀਏਟਿਵਲੀ। ਹੂੰ ਅਸੀਂ ਕਿਤੇ ਉਹ ਕ੍ਰੀਏਟਿਵਿਟੀ ਪੈਦਾ ਕਰਕੇ ਕਾਮਯਾਬ ਨਹੀਂ ਹੋ ਪਾ ਰਹੇ ਬੱਚਿਆਂ ਦੇ ਵਿੱਚ ਜਾਂ ਆਪਣੇ ਆਪ ਦੇ ਵਿੱਚ, ਕਿਉਂਕਿ ਸਭ ਤੋਂ ਪਹਿਲੇ ਚੈਰਿਟੀ ਬਿਗਿਨਸ ਐਟ ਨੂੰ ਕ੍ਰੀਏਟਿਵਿਟੀ ਤਾਂ ਸਾਨੂੰ ਆਪਣੇ 'ਚ ਹੀ ਪੈਦਾ ਕਰਨੀ ਪਏਗੀ, ਤਾਂ ਹੀ ਅਸੀਂ ਬੱਚਿਆਂ ਨੂੰ ਹਾਂ ਇੱਕ ਇਨਕਲਕੇਟ ਕਰ ਕ੍ਰੀਏਟਿਵ ਪਾਵਾਂਗੇ। ਟੀਚਰ ਹਜ਼ਾਰ ਕ੍ਰੀਏਟਿਵ ਬੱਚੇ ਪੈਦਾ ਕਰ ਸਕਦਾ ਉਹਨਾਂ ਵਾਸਤੇ ਹੈਗਾ ਮਾਹੌਲ ਆ। ਕ੍ਰੀਏਟਿਵ ਮਾਹੌਲ ਹਾਂ ਕਰਨਾ ਪਏਗਾ। ਉਹ ਜਦੋਂ ਅਸੀਂ ਐਜ਼ ਅ ਕ੍ਰੀਏਟਿਵ ਸੋਚਦੇ ਹੈਗੇ ਆ ਤੇ ਸਾਡੇ ਬੱਚੇ ਵੀ ਉਸ ਚੀਜ਼ ਤੇ ਇਨਕਲਕੇਟ ਕਰਨ ਪੈਂਦੇ ਹੈਗੇ। ਬਿਲਕੁਲ ਅਗਰ ਮੈਂ ਹੀ ਨਹੀਂ ਕਰ ਪਾ ਰਿਹਾ ਤੇ ਮੇਰੇ ਬੱਚੇ ਕਿਸ ਤਰ੍ਹਾਂ ਬਿਲਕੁਲ ਕਰਨਗੇ? ਬਿਲਕੁਲ ਤਾਂ ਕਰਕੇ ਮੈਂ ਇਸ ਚੀਜ਼ ਨੂੰ ਬੜਾ ਪ੍ਰਭਾਵ ਚ ਲਿਆਉਣਾ ਹੁੰਦਾ ਕਿ ਟੀਚਰਸ ਦੀਆਂ ਕੁਝ ਬਹੁਤ ਜ਼ਿੰਮੇਵਾਰੀਆਂ ਨੇ ਜਿਸ ਨੂੰ ਉਹ ਨਿਭਾਵੇ, ਉਹ ਖੁਦ ਕ੍ਰੀਏਟਿਵ ਹੋਣ ਦੀ ਕੋਸ਼ਿਸ਼ ਕਰੇ, ਸੋਚੇ ਕਿ ਇੱਕ ਆਈਡੀਆ ਨੂੰ ਮੈਂ ਚਾਰ ਤਰੀਕੇ ਨਾਲ ਕਿਸ ਤਰ੍ਹਾਂ ਐਕਸਪ੍ਰੈਸ ਕਰ ਸਕਦਾ ਹੈਗਾ ਆ। ਤੇ ਕੁਝ ਚੀਜ਼ਾਂ ਆਪਾਂ ਲੋਕ ਵਰਡ ਯੂਜ਼ ਕੀ ਕਰ ਰਹੇ, ਸਕਿੱਲ। ਸਕਿੱਲ ਦਾ ਭਾਵ ਕੀ ਹੈਗਾ ਕਿ ਸਿੱਖਿਆ ਜਾ ਸਕਦਾ। ਹਾਂ ਸਕਿੱਲ ਦਾ ਬਿਲਕੁਲ ਮਤਲਬ ਕੋਈ ਇਨੇਟ ਬੋਰਨ ਥਿੰਗ ਨਹੀਂ ਮੈਂ ਕਹਿ ਰਿਹਾ ਨਹੀਂ ਹੈਗਾ। ਨਹੀਂ ਸਕਿੱਲ ਦਾ ਬਿਲਕੁਲ ਭਾਵ ਹੀ ਇਹ ਹੁੰਦਾ ਆ ਕਿ ਉਸ ਚੀਜ਼ ਨੂੰ ਆਪਾਂ ਸਿੱਖ ਸਕਦੇ ਹੈਗੇ ਬਿਲਕੁਲ ਆ। ਤੇ ਐਲਬਰਟ ਆਇਨਸਟਾਈਨ ਵੀ ਇਹਦੇ ਬਾਰੇ ਕਹਿੰਦੇ ਹੁੰਦੇ ਸੀ ਕਿ ਕ੍ਰੀਏਟਿਵਿਟੀ ਇਜ਼ ਇੰਟੈਲੀਜੈਂਸ ਹੈਵਿੰਗ ਫਨ। ਤੇ ਅੱਛਾ ਉਹ ਬੜਾ ਜ਼ਰੂਰੀ ਵੀ ਆ। ਜਿੰਨਾ ਚਿਰ ਇੰਟੈਲੀਜੈਂਸ ਆ ਉਹਦਾ ਕੋਈ ਮਹੱਤਵ ਨਹੀਂ ਹੈਗਾ, ਜਦੋਂ ਉਹਦੇ ਨਾਲ ਫਨ ਆਏਗਾ ਨਾ ਫਿਰ ਹੀ ਉਹਦੇ ਵਿੱਚ ਰਸ ਆਉਂਦਾ ਜੀ ਜੀਵਨ 'ਚ। ਦੇਖੋ ਕ੍ਰੀਏਟਿਵਿਟੀ ਜਦੋਂ ਬੰਦਾ ਕੁਝ ਕ੍ਰੀਏਟਿਵਿਟੀ ਕਰਦਾ ਹੈ, ਤੁਸੀਂ ਦੂਰ ਕੀ ਜਾਣਾ, ਤੁਸੀਂ ਕਦੀ ਆਰਾਮ ਨਾਲ ਬੈਠ ਕੇ ਨਾ ਕੋਈ ਚੀਜ਼ ਪੇਂਟਿੰਗ ਜੇ ਤੁਹਾਨੂੰ ਸ਼ੌਂਕ ਆ ਪੇਂਟਿੰਗ ਕਰੋਗੇ, ਜਾਂ ਸਿੰਗਿੰਗ ਦਾ ਸ਼ੌਂਕ ਆ ਤੁਸੀਂ ਕੁਝ ਸਿੰਗ ਕਰਦੇ ਹੋ, ਤੇ ਜੇ ਉਹ ਆਈਡੀਆ ਬਹੁਤ ਅੱਛਾ ਤੁਹਾਨੂੰ ਸਕੂਨ ਦਿੰਦਾ ਨਾ, ਤੁਸੀਂ ਉਹ ਕ੍ਰੀਏਟਿਵਿਟੀ ਕਰਦੇ ਹੋ, ਯੂ ਗੈਟ ਸੋ ਮਚ ਰਿਲੈਕਸ, ਯੂ ਗੈਟ ਸੋ ਮਚ ਇੰਜੋਏ, ਤੁਹਾਨੂੰ ਬਹੁਤ ਫਨ ਮਿਲਦਾ ਹੈ ਕਿ ਯਾਰ ਇਹ ਚੀਜ਼ ਬਣ ਗਈ। ਜੀ ਕ੍ਰੀਏਟਿਵਿਟੀ, ਜੀ ਯੂ ਕ੍ਰੀਏਟ ਅ ਨਿਊ ਥਿੰਗ, ਨਿਊ ਆਈਡੀਆ, ਨਿਊ ਇਮੇਜਿਨੇਸ਼ਨ, ਜੀ। ਥਾਟ, ਐਕਸਪ੍ਰੈਸ਼ਨ। ਤੇ ਮੈਂ ਇਹ ਵੀ ਕਹਿੰਦਾ ਹੁੰਦਾ ਸਰ ਕਿ ਹੁਣ ਨਾ ਇਨੋਵੇਸ਼ਨ ਦਾ ਜ਼ਮਾਨਾ ਹੈ। ਇਹ ਕ੍ਰੀਏਟਿਵਿਟੀ ਇਨੋਵੇਸ਼ਨ ਨਾਲ ਜੁੜੇ ਹੋਏ ਸ਼ਬਦ ਹੈ। ਜਿਹੜਾ ਬਿਲਕੁਲ ਬੱਚਾ ਹੈ, ਕ੍ਰੀਏਟਿਵ ਹੋਏਗਾ ਨਾ ਉਹੀ ਇਨੋਵੇਟਿਵ ਹੋ ਉਹੀ ਜਾਏਗਾ। ਇਨੋਵੇਟਿਵ ਅਗਰ ਉਹ ਹੋਏਗਾ। ਸਾਇੰਸ ਵਿੱਚ ਜਾਏਗਾ ਤਾਂ ਕੋਈ ਨਾ ਕੋਈ ਨਵੀਂ ਇਨਵੈਂਸ਼ਨ ਨਵੀਂ ਇਨੋਵੇਸ਼ਨ ਲੈ ਕੇ ਆਏਗਾ। ਅਗਰ ਉਹ ਟੀਚਰ ਬਣੇਗਾ ਤਾਂ ਇਨੋਵੇਟਿਵ ਵੇ ਨਾਲ ਪੜ੍ਹਾ ਪਾਏਗਾ। ਕ੍ਰੀਏਟਿਵ ਹੋਏਗਾ। ਤੇ ਹਾਂ ਉਹ ਪਹਿਲੀ ਕੰਡੀਸ਼ਨ ਅਸੀਂ ਉਹ ਦੇ ਰਹੇ ਹਾਂ ਨਾ ਉਹਨੂੰ। ਤੇ ਅਗਰ ਆਹ ਚੀਜ਼ਾਂ ਕਰਾਂਗੇ ਤੇ ਆਹ ਚੀਜ਼ਾਂ ਡਿਵੈਲਪ ਹੋਣ ਡੈ ਪੈਣਗੀਆਂ। ਤੇ ਇਸ ਕਰਕੇ ਅਗਰ ਆਪਾਂ ਚਾਹੁੰਦੇ ਕੋਈ ਇਨੋਵੇਟਿਵ ਹੋਵੇ ਤੇ ਸ਼ੁਰੂਆਤ ਉਹਦੀ ਕ੍ਰੀਏਟਿਵਿਟੀ ਤੋਂ ਹੋਏਗੀ। ਬਿਲਕੁਲ ਜੀ, ਕ੍ਰੀਏਟਿਵਿਟੀ ਔਰ ਇਨੋਵੇਸ਼ਨ ਜਿਹੜੇ ਪਰਿਵਾਚੀ ਨੇ ਇੱਕ ਦੂਸਰੇ ਦੇ, ਜੀ ਜੀ ਜੀ। ਜਿਵੇਂ ਕਿ ਸਮਾਨਾਰਥਕ ਵੀ ਕਹਿ ਦਿੰਦੇ ਨੇ, ਵਰਡ ਕਹਿ ਲਓ, ਸਿਨੋਨਿਮਸ ਨੇ। ਠੀਕ ਹੈ, ਜੇ ਕ੍ਰੀਏਟਿਵਿਟੀ ਹੈ ਤੇ ਇਨੋਵੇਸ਼ਨ ਹੈ। ਜੀ ਇੱਕ ਡਲ ਕਹਿ ਲਓ, ਡਲ ਤਾਂ ਚਲੋ ਕੋਈ ਵੀ ਨਹੀਂ ਹੁੰਦਾ, ਅਸੀਂ ਇਹ ਵਰਡ ਨਹੀਂ ਵਰਤਦੇ, ਲੇਕਿਨ ਜਿਹੜਾ ਇੱਕ ਬਿਲਕੁਲ ਜਿਹੜਾ ਕੁਝ ਵੀ ਨਹੀਂ ਕਰਦਾ ਉਹਦੇ ਵਿੱਚ ਵੀ ਕੋਈ ਨਾ ਕੋਈ ਕ੍ਰੀਏਟਿਵਿਟੀ। ਗੁਣ ਹੁੰਦਾ ਹੈ। ਮੈਂ ਕੱਲ ਸੜਕ ਤੋਂ ਜਾ ਰਿਹਾ ਸੀ ਜੀ, ਮੈਂ ਦੇਖਿਆ ਕਿ ਸੜਕ ਦੇ ਕਿਨਾਰੇ ਨਾ ਕੁਝ ਪਾਕਿਸਤਾਨੀ ਲੂਣ ਵੇਚਣ ਵਾਲੇ ਖੜੇ ਸੀਗੇ ਔਰ ਉਹਨਾਂ ਨੇ ਇੱਕ ਝੋਪੜੀ ਜੀ ਬਣਾਈ ਹੋਈ ਸੀ। ਮੈਂ ਉਹਨਾਂ ਦੀ ਉਹ ਜਿਹੜੀ ਛੰਨ ਜੀ ਪਾਈ ਸੀ ਉਹਨੂੰ ਵੇਖ ਕੇ ਬੜਾ ਹੈਰਾਨ ਹੋਇਆ ਵੀ ਕਿਸ ਤਰੀਕੇ ਉੱਥੇ ਲੋਕਲ ਅਵੇਲੇਬਲ ਉਹਦੇ ਤੋਂ ਡੰਡਿਆਂ ਤੋਂ ਜਾਂ ਲੱਕੜਾਂ ਤੋਂ ਉਹਨਾਂ ਨੇ ਬਹੁਤ ਸੋਹਣੀ ਜੀ ਹੱਟ ਬਣਾ ਕੇ ਰੱਖੀ। ਅੱਛਾ। ਉਹ ਕ੍ਰੀਏਟਿਵਿਟੀ ਸੀ। ਭਾਵੇਂ ਉਹ ਹਾਂਜੀ ਬੰਦਾ ਕਦੀ ਸਕੂਲ ਨਾ ਗਿਆ ਨਾ ਹੋਵੇ, ਗਿਆ ਹੋਵੇ, ਮਜ਼ਦੂਰ ਹਾਂਜੀ ਮਜ਼ਦੂਰੀ ਤਬਕੇ ਕਰਦਾ ਹੋਵੇ, ਤੋਂ ਮਜ਼ਦੂਰ ਹੈਗਾ ਰਿਹਾ ਸੀ। ਹੋਵੇ, ਹਾਂਜੀ ਲੇਕਿਨ ਉਹਦੀ ਕ੍ਰੀਏਟਿਵਿਟੀ ਸੀਗੀ। ਜੀ। ਪਰ ਇਹ ਗੱਲ ਹੈ ਨਾ ਕਿ ਵੇਖੋ ਕ੍ਰੀਏਟਿਵਿਟੀ ਇੰਨੀ ਛੋਟੀ ਚੀਜ਼ ਹੈ ਕਿ ਕਿਤੋਂ ਵੀ ਪੈਦਾ ਹੋ ਸਕਦੀ ਹੈਗੀ ਹੈ। ਆ ਵੇਖੋ ਬੱਚੇ ਨੇ ਮੀਮ ਬਣਾਇਆ ਹੋਇਆ ਆ ਹਾਂ ਕਿ ਕਾਪੀ ਦਾ ਪੇਜ ਆ ਤੇ ਉੱਤੋਂ ਕੀ ਬਣਾ ਰਿਹਾ ਹੈਗਾ ਆ। ਤੇ ਇਹੋ ਹੀ ਕਹਿੰਦੇ ਆ ਕਿ ਇੰਟੈਲੀਜੈਂਸ ਹੈਵਿੰਗ ਫਨ। ਅਸੀਂ ਵੀ ਤਾਂ ਸਾਰੀ ਉਮਰ ਕਿਤਾਬ ਵੇਖਦੇ ਰਹੇ ਹਾਂ, ਪੇजेस ਵੇਖਦੇ ਰਹੇ ਹਾਂ, ਪਰ ਅਸੀਂ ਹੋ ਸਕਦਾ ਅਸੀਂ ਨਹੀਂ ਇਹਨੂੰ ਆਹ ਵੇਖ ਚੀਜ਼ ਪਾਏ ਕਿ ਇਹਦੇ ਅੰਦਰ ਆ ਵੀ ਛੁਪਿਆ ਹੋਇਆ ਆ। ਤੇ ਇਹ ਚੀਜ਼ ਬੱਚੇ ਤੇ ਬਹੁਤ ਕ੍ਰੀਏਟਿਵ ਹੁੰਦੇ ਆ ਜੀ। ਅਸੀਂ ਸਿਰਫ ਉਹਨਾਂ ਨੂੰ ਮਾਰੀਏ ਨਾ, ਉਹਨਾਂ ਦੀ ਕ੍ਰੀਏਟਿਵਿਟੀ ਨੂੰ ਇੰਨਾ ਹੀ ਕਰ ਲਈਏ ਨਾ, ਤੇ ਮੈਨੂੰ ਲੱਗਦਾ ਹੈ ਕਿ ਬਤੌਰ ਟੀਚਰ ਅਸੀਂ ਬਹੁਤ ਵੱਡਾ ਰੋਲ ਅਦਾ ਕਰ ਦਾਂਗੇ। ਕਿਤੇ ਨਾ ਕਿਤੇ ਨਵਾਂ ਤੇ ਕੀ ਕ੍ਰੀਏਟਿਵਿਟੀ ਬੱਚਿਆਂ 'ਚ ਪੈਦਾ ਕਰਨੀ ਹੈਗੀ ਆ, ਅਸੀਂ ਉਹਨਾਂ ਦੀ ਬਿਜ਼ਨਸ ਕ੍ਰੀਏਟਿਵਿਟੀ ਨੂੰ ਘਟਾਉਂਦੇ ਹੁੰਦੇ ਹਾਂ। ਅੱਛਾ, ਬਿਜ਼ਨਸ ਬਲਾਸਟਰ ਹੁਣ ਕੋ ਕਿੰਨਾ ਵਧੀਆ ਆਈਡੀਆ ਜਿਹੜਾ ਹੈ ਅੱਜ ਦੀ ਸਰਕਾਰ ਸਾਡੇ ਕੋਲ ਲੈ ਕੇ ਆਈ ਹੋਈ ਆ ਕਿ ਸਾਡੇ ਬੱਚੇ ਨੌਕਰੀਆਂ ਲੱਭਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਨ। ਮੰਗਣ ਵਾਲੇ ਨਾ ਬਣਨ, ਨੌਕਰੀਆਂ ਦੇਣ ਵਾਲੇ ਬਣਨ, ਪੈਦਾ ਕਰਨ, ਕ੍ਰੀਏਟ ਕਰਨ। ਤੇ ਬਿਜ਼ਨਸ ਬਲਾਸਟਰ ਵਿੱਚ ਅਗਰ ਤੁਸੀਂ ਵੇਖਿਆ ਹੋਊਗਾ ਤਾਂ ਸਾਰਾ ਮੇਨ ਆਈਡੀਆ ਕਿੱਥੇ ਚੱਲਦਾ ਹੈਗਾ? ਨਵੇਂ ਆਈਡੀਆ ਤੇ, ਕ੍ਰੀਏਟਿਵਿਟੀ ਤੇ, ਇਨੋਵੇਸ਼ਨ ਤੇ। ਕਿ ਇੱਕ ਬੱਚਾ ਨਵਾਂ ਆਈਡੀਆ ਲੈ ਕੇ ਆ ਰਿਹਾ ਤੇ ਉੱਤੇ ਕੀ ਨਾ ਹੈ ਹਜ਼ਾਰਾਂ ਰੁਪਏ ਦੀ ਇਨਵੈਸਟਮੈਂਟ ਆ ਰਹੀ ਹੈਗੀ ਆ। ਬੱਚੇ ਨੂੰ 2000 ਰੁਪਏ ਦਿੱਤਾ ਹੋਇਆ, ਉਹ ਕੋਲੈਬੋਰੇਸ਼ਨ ਕਰ ਲਵੇ ਜਾਂ ਇਕੱਲਾ ਕੋਈ ਆਈਡੀਆ ਲੈ ਕੇ ਆਵੇ ਤੇ ਸਰਕਾਰ ਉਹਨੂੰ ਸੁਣ ਰਹੀ ਹੈਗੀ ਹੈ। ਬਿਲਕੁਲ ਠੀਕ ਗੱਲ ਹੈ ਜੀ। ਦੇਖੋ ਬੱਚਿਆਂ ਦੇ ਵਿੱਚ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਹਰ ਇੱਕ 'ਚ ਕੋਈ ਨਾ ਕੋਈ ਗੁਣ ਜਿਹੜਾ ਜ਼ਰੂਰ ਹੁੰਦਾ ਹੈ, ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ, ਕ੍ਰੀਏਟਿਵਿਟੀ ਹੁੰਦੀ ਹੈ। ਲੋੜ ਸਿਰਫ ਉਸ ਹੁਨਰ ਨੂੰ, ਉਸ ਕ੍ਰੀਏਟਿਵਿਟੀ ਨੂੰ ਪਹਿਚਾਨਣ ਦੀ ਹੈ ਔਰ ਉਹਨੂੰ ਇੱਕ ਮੌਕਾ ਦੇਣ ਦੀ ਜ਼ਰੂਰਤ ਹੁੰਦੀ ਹੈ।
ਜੀ ਤੁਸੀਂ ਬੱਚਿਆਂ ਨੂੰ ਕਦੀ ਕਲਾਸ 'ਚ ਬਿਠਾ ਕੇ ਜਾਂ ਆਪਣੇ ਬੱਚਿਆਂ ਨੂੰ ਤੁਸੀਂ ਕਹੋਗੇ ਚੀਜ਼ ਕਰਨਾ ਹੈ, ਉਹ ਐਸੇ ਨਵੇਂ-ਨਵੇਂ ਆਈਡੀਆਜ਼ ਪੇਸ਼ ਕਰਨਗੇ ਕਿ ਤੁਸੀਂ ਹੈਰਾਨ ਰਹਿ ਜਾਓਗੇ ਸੁਣ ਕੇ ਕਿ ਉਹ ਰੀਅਲੀ ਇਸ ਤਰੀਕੇ ਵੀ ਸੋਚਦੇ ਹੋ ਨੇ। ਸਕਦਾ ਇਸ ਤਰ੍ਹਾਂ। ਔਰ ਉਹੀ ਗੱਲ ਜਿਹੜੀ ਬਿਜ਼ਨਸ ਬਲਾਸਟਰ ਆਈਡੀਆ ਹੈ, ਇਹ ਵੀ ਇਸੀ ਵੱਲ ਇੱਕ ਵੱਧਦਾ ਕਦਮ ਹੈ ਕਦਮ ਹੈ ਕਿ ਬੱਚਾ ਜਿਹੜਾ ਹੈ ਕ੍ਰੀਏਟਿਵ ਥਿੰਕਿੰਗ ਨਾਲ ਕੀ ਨਵੇਂ ਆਈਡੀਆ ਸੋਚ ਲੈ ਕੇ ਰਿਹਾ ਆ ਹੈ। ਸਕੇ। 2000 ਰੁਪਏ ਇੱਕ ਛੋਟੀ ਜਿਹੀ ਅਮਾਉਂਟ ਦੇ ਨਾਲ ਹਾਂ ਜੋ ਹਾਂ ਚੀਜ਼ ਹਾਂ ਹਾਂ। ਬਣਾਉਣ 'ਚ ਕਾਮਯਾਬ ਹੁੰਦਾ ਹੈ, ਜੇ ਸਾਡੇ ਇੰਡੀਆ 'ਚ ਦੇਖੋ ਕਈ ਹਜ਼ਾਰਾਂ ਸਟਾਰਟਅਪ ਸ਼ੁਰੂ ਹੋਏ। ਜੀ 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 ਓਲਾ ਦੀ ਗੱਲ ਜੀ ਕਰ ਜੀ ਲਓ ਜੀ ਜਾਂ ਜੀ 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 ਓਯੋ ਹੋਟਲ ਦੀ ਗੱਲ ਜੀ ਕਰ ਜੀ ਲਓ, ਜੀ 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 ਬਿਲਕੁਲ ਸਟਾਰਟਅਪ ਬਿਲकुल। ਛੋਟੇ ਜਿਹੇ हाँ ਸੀਗੇ। पेटीएम ਇਸ ਤਰੀਕੇ ਨਾਲ स्टार्टअप ही थी। ਪੇਟੀਐਮ ਦੀ ਗੱਲ ਕਰ ਲਈਏ, ਇਸ ਤਰੀਕੇ ਬਹੁਤ ਸਾਰੇ ਸਟਾਰਟਅਪ ਜਿਹੜੇ ਨੇ ਅੱਜ ਕਿੱਥੇ ਪਹੁੰਚ ਗਏ ਨੇ, जी जी ਉਹ ਇੱਕ ਬਿਜ਼ਨਸ ਆਈਡੀਆ ਹੀ ਸੀਗੇ ਜਿੱਥੋਂ ਡਿਵੈਲਪ ਹੋਏ ਨੇ। जी। ਇਸ ਤਰੀਕੇ ਮੈਂ ਐਨਡੀਟੀਵੀ ਦੇ ਇੱਕ ਪ੍ਰੋਗਰਾਮ ਦੇਖਦਾ ਜੀ, ਉਹਦੇ ਵਿੱਚ ਨਿਊ ਆਈਡੀਆ ਜਿਹੜੇ ਸਟਾਰਟਅਪ ਨੇ अच्छा ਉਹ ਆ ਕੇ ਆਪਣੇ ਆਈਡੀਆ ਦੱਸਦੇ ਨੇ ਕਿ ਕਿਸ ਤਰੀਕੇ ਉਹ ਇਹ ਬਿਜ਼ਨਸ ਬਲਾਸਟਰ ਜਿਹੜਾ ਪ੍ਰੋਗਰਾਮ ਪੰਜਾਬ ਸਰਕਾਰ ਦੁਆਰਾ ਜਿਹੜਾ ਸ਼ੁਰੂ जी जी ਕੀਤਾ ਗਿਆ बहुत ਹੈ, बड़ा उपराला। ਔਰ ਇਹ ਇਨੀਸ਼ੀਏਟਿਵ ਔਰ ਸਾਡੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਕ੍ਰੀਏਟੀਵਿਟੀ ਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਸ ਦਿੱਤੀ ਕਿ देते ਬੱਚੇ ਦੀ ਕ੍ਰੀਏਟੀਵਿਟੀ ਨੂੰ ਵਧਾਉਣਾ, ਐਕਸਪਲੋਰ ਕਰਨਾ, ਤਾਂ ਕਿ ਬੱਚਾ ਆਉਣ ਵਾਲੇ ਟਾਈਮ ਤੇ ਇੱਕ ਲਰਨਡ ਪਰਸਨੈਲਿਟੀ ਬਣ ਕੇ ਕ੍ਰੀਏਟਿਵ ਪਰਸਨੈਲਿਟੀ ਬਣ ਕੇ ਸਾਡੇ ਸਮਾਜ ਦਾ ਹਿੱਸਾ ਬਣ ਜੀ। ਸਕੇ। ਅੱਛਾ, ਇਹਦੇ ਵਿੱਚ ਨਾ ਮੈਂ ਆਹ ਵਾਲੀ ਜਿਹੜੀ ਪਿਕਚਰ ਲੈ ਕੇ ਆਇਆ ਹਾਂ, ਮੈਂ ਕਹਿਣਾ ਕੀ ਚਾਹੁੰਦਾ ਆ ਕਿ ਸਕੂਲ ਪ੍ਰੋਜੈਕਟ ਕਿਹਦੇ ਲਈ ਤਿਆਰ ਕੀਤੇ ਜਾਂਦੇ ਸੀ। ਆਈਐਨਏ ਦੇ ਅਸੀਂ ਨੰਬਰ ਲਗਾ ਰਹੇ ਹੈਗੇ ਆ, ਪ੍ਰੈਕਟੀਕਲਸ ਨੋਟਬੁੱਕ ਚੈੱਕ ਕਰ ਰਹੇ ਹੈਗੇ ਆ, ਇਸ ਕਰਕੇ ਕਰ ਰਹੇ ਹਾਂ ਕਿ ਬੱਚਾ ਕਿੱਥੋਂ ਬਣਵਾ ਕੇ ਲੈ ਆਏ। ਅੱਛਾ, ਬੀਐਡ ਕਾਲਜ ਵਿੱਚ ਮੈਂ ਤਾਂ ਉਹਨਾਂ ਵਾਸਤੇ ਨਾ 2 ਮਿੰਟ ਦਾ ਮੌਨ ਰੱਖਣਾ ਚਾਹੂੰਗਾ, ਟੀਚਰਸ ਵਾਸਤੇ ਜਿਹੜੇ ਕਿ ਬੀਐਡ ਦੀ ਆਪਣੀ ਫਾਈਲ ਕਿਤੇ ਬਣਵਾ ਕੇ ਲਿਆਏ ਸੀ। ਤਾਂ ਕਿੰਨੀ ਨਿਰਾਸ਼ਾ ਵਾਲੀ ਗੱਲ ਹੈਗੀ ਆ ਕਿ ਇਸ ਤਰ੍ਹਾਂ ਦੀਆਂ ਦੁਕਾਨਾਂ ਚੱਲਦੀਆਂ ਹੈਗੀਆਂ ਨੇ ਜਿੱਥੇ ਰੈਡੀਮੇਡ ਮਟੀਰੀਅਲ ਬਣ ਰਿਹਾ ਹੈਗਾ ਆ ਤੇ ਮਾਪੇ ਸੋਚ ਰਹੇ ਕਿ ਸਕੂਲ ਨੂੰ ਪ੍ਰੋਜੈਕਟ ਮਿਲ ਗਿਆ ਹੈਗਾ ਆ, ਮੈਂ ਇੱਥੋਂ ਬਣਵਾ ਲਿਆਵਾਂ। ਉਹ ਪ੍ਰੋਜੈਕਟ ਇਸ ਕਰਕੇ ਮਿਲਿਆ ਸੀ ਕਿ ਤੁਸੀਂ ਆਪਣੇ ਬੱਚੇ ਵਿੱਚ ਇਨਕਲਕੇਟ ਕਰ ਪਾਓ ਕ੍ਰੀਏਟੀਵਿਟੀ, ਉਹ ਕੁਝ ਇਨੋਵੇਟ ਹੋਵੇ, ਕਿੰਨਾ ਵੀ ਉਹ ਘੱਟ ਤੋਂ ਘੱਟ ਹੋਵੇ ਮਗਰ ਉਹ ਬੱਚੇ ਨੇ ਆਪ ਬਣਾਇਆ ਹੋਵੇ। ਤੇ ਕੀ ਟੀਚਰ ਨੂੰ ਪਤਾ ਨਹੀਂ ਲੱਗਦਾ? ਮੈਂ ਟੀਚਰਸ ਨੂੰ ਬੜਾ ਸਾਫ਼ ਸ਼ਬਦਾਂ ਨਾਲ ਪੁੱਛਦਾ ਹੁੰਦਾ ਆ ਕਿ ਅਗਰ ਮੈਂ ਤੇ ਇੰਗਲਿਸ਼ ਟੀਚਰ ਰਿਹਾ ਹੈਗਾ ਆ ਤੇ ਮੈਂ ਬੱਚੇ ਦੀ ਸਾਰੀ ਕਾਪੀ ਵੇਖ ਕੇ ਪਛਾਣ ਲੈਣਾ ਕਿ ਆਹ 2 ਪੇਜ ਕਿਹਦੇ ਹੈਗੇ, ਤਾਂ ਕਹਿ ਦਿੰਦਾ ਹੁੰਦਾ ਕਿ ਮੇਰੇ ਭਰਾ ਨੇ ਲਿਖੇ ਹੋਏ ਆ। ਤੇ ਕੀ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਜਿਹੜਾ ਪ੍ਰੋਜੈਕਟ ਬਣਾ ਕੇ ਲਿਆਇਆ ਹੈਗਾ, ਜਿਹੜੀ ਫਾਈਲ ਬਣ ਕੇ ਆਈ ਹੈਗੀ ਆ, ਇਹ ਬਣੀ ਬਣਾਈ ਆਈ ਹੈਗੀ? ਮੈਂ ਤਾਂ ਪਛਾਣ ਲੈਣਾ, ਤੁਸੀਂ ਨਹੀਂ ਪਛਾਣ ਲੈਂਦੇ। ਇਹ ਬੜੀ ਵੱਡੀ ਤਰਾਸਦੀ ਹੈ ਜੀ। ਇਹ ਵੈਸੇ ਸ਼ੁਰੂਆਤ ਕਹੀਏ ਤੇ ਸ਼ੁਰੂਆਤ ਸਾਡੇ ਸਕੂਲ ਲੈਵਲ ਤੋਂ ਹੀ ਹੋ ਜਾਂਦੀ ਹੈ। ਜੀ, ਤਾਂ ਹੀ ਮੈਂ ਆਪਣੇ ਆਪ ਨੂੰ ਦੇਖਿਆ ਜ਼ਿੰਮੇਵਾਰ ਕਿ ਮੰਨਦਾ 8th ਨਾ। 10th ਦੀ ਸਾਇੰਸ ਦੀ ਪ੍ਰੈਕਟੀਕਲ ਕਾਪੀਜ਼ ਜਾਂ ਤੁਸੀਂ ਸ਼ਹਿਰਾਂ 'ਚ ਜਾਓਗੇ ਤੇ ਕਈ ਦੁਕਾਨਾਂ ਦੇ ਉੱਤੇ ਪ੍ਰੈਕਟੀਕਲ ਕਾਪੀਜ਼ ਜਿਹੜੀਆਂ ਉਹ ਲਿਖੇ 100 ਰੁਪਏ ਲੈਂਦੇ ਨੇ, ਤੁਹਾਡੀ ਪ੍ਰੈਕਟੀਕਲ ਕਾਪੀ ਤਿਆਰ ਕਰਕੇ ਤੁਹਾਨੂੰ ਦੇ ਦਿੰਦੇ ਨੇ। ਔਰ ਇਹ ਕ੍ਰੀਏਟਿਵ ਦੇਖੋ, ਉਹ ਕ੍ਰੀਏਟਿਵ ਨੇ ਹਾਂ ਜਿਹੜੇ ਕਿ ਤੁਹਾਨੂੰ ਪ੍ਰੋਜੈਕਟ ਬਣਾ ਕੇ ਦੇ ਰਹੇ ਨੇ, ਤੇ ਜਿੰਨਾ 'ਚ ਅਸੀਂ ਕ੍ਰੀਏਟੀਵਿਟੀ ਕ੍ਰੀਏਟ ਕਰਨੀ ਹੈ ਉਹ ਵਿਚਾਰੇ 100 ਰੁਪਏ ਦੇ ਕੇ ਆਪਣੇ ਉਹੀ ਲੋਅਰ ਹੋਮਵਰਕ ਜਿਹੜਾ ਹੈਗਾ ਬੱਚੇ ਬਣਵਾ ਰਹੇ ਹੈਗੇ ਨੇ ਬਾਹਰੋਂ, ਠੀਕ ਹੈ ਨਾ। ਪਰ ਮੈਂ ਇਹਦੇ 'ਚ ਨਾ ਟੀਚਰ ਨੂੰ ਕਸੂਰਵਾਰ ਮੰਨਦਾ ਹੈ ਕਿ ਤੁਸੀਂ ਇਹਨੂੰ ਜ਼ਰੂਰ ਪਛਾਣੋ, ਤੁਹਾਡੇ ਕੋਲ ਗਲਤੀ ਨਾ ਹੋ ਜਾਵੇ ਕਿ ਕਿਤੇ ਤੁਸੀਂ ਇਸ ਤਰ੍ਹਾਂ ਦਾ ਪ੍ਰੋਜੈਕਟ ਲੈ ਲਓ, ਉਹਦੇ ਨੰਬਰ ਲਗਾ ਦਿਓ ਕਿ ਜਿਹੜਾ ਉਹਨੇ ਬਣਿਆ ਬਣਾਇਆ ਲਿਆਂਦਾ ਹੋਵੇ। ਤੁਸੀਂ ਇਹਨੂੰ ਪਛਾਣ ਸਕਦੇ ਜੇ, ਪਲੀਜ਼ ਇਹਨੂੰ ਪਛਾਣੋ ਤੇ ਇਸ ਚੀਜ਼ ਨੂੰ ਉੱਥੇ ਸਨੱਬ ਕਰੋ। ਉਹਨੂੰ ਆਖੋ ਕਿ ਬੱਚੇ ਤੂੰ ਬਣਾ ਕੇ ਲਿਆ, ਜਿੰਨਾ ਵੀ ਬੁਰਾ ਹੋਊਗਾ ਨਾ ਕੋਈ ਗੱਲ ਨਹੀਂ, ਨੰਬਰਾਂ ਦੀ ਕੋਈ ਗੱਲ ਨਹੀਂ, ਪਰ ਤੂੰ ਬਣਾ ਕੇ ਖੁਦ ਲੈ। ਯਾਨੀ ਕਿ ਜੇ ਬੱਚਾ ਥੋੜਾ ਜਿਹਾ ਕੋਈ ਕਮੀ ਪੇਸ਼ੀ ਵੀ ਹੈ ਤੇ ਉਹਨੂੰ ਡਿਸਹਾਰਟ ਨਾ ਕਰੋ, ਜੀ ਉਹਨੂੰ ਨਿੰਦੋ ਨਾ, ਬਲਕਿ ਉਹਨੂੰ ਇਸ ਚੀਜ਼ ਨੂੰ ਹੋਰ ਉਤਸ਼ਾਹਿਤ ਕਰੋ ਕਿ ਹੋਰ ਵਧੀਆ ਹੈ। ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦੇਵਾਂਗਾ। ਮੇਰੇ ਕੋਲ ਇੱਕ ਬੱਚੇ ਪਿੱਛੇ ਇਕਨੋਮਿਕਸ ਦਾ ਪ੍ਰੋਜੈਕਟ ਅਸੀਂ ਸਬਮਿਟ ਕਰਾਉਣਾ ਹੁੰਦਾ ਹੈ ਤੇ ਬੱਚਿਆਂ ਨੇ ਸਬਮਿਟ ਕਰਾਇਆ ਤੇ 2-3 ਲੜਕੀਆਂ ਨੇ ਨਾ ਸਿੰਪਲ ਕਾਗਜ਼ ਦੇ ਉੱਤੇ ਸਿੰਪਲ ਪੇਪਰ ਲਿੱਤੇ, ਉਹ ਵੀ ਮੇਰੇ ਟੈਕਸਟ ਤੇ ਪਏ ਸਨ, A4 ਪੇਪਰ ਉਹਨਾਂ ਤੋਂ ਲਿੱਤੇ ਤੇ ਉਹਨਾਂ ਨੇ ਬਾਕੀਆਂ ਨੇ ਤੇ ਬਕਾਇਦਾ ਜਿਹੜੇ ਪ੍ਰੈਕਟੀਕਲ ਫਾਈਲ ਪੇਪਰ ਲਿਆ ਕੇ ਬਣਾਇਆ, ਉਹਨਾਂ ਨੇ ਉਹਦੇ ਉੱਤੇ ਲਿਆ ਕੇ ਤੇ ਇੱਕ ਚੁੰਨੀ ਦੇ ਜਿਹੜਾ ਧਾਗਾ ਹੁੰਦਾ ਨਾ ਥ੍ਰੈਡ, ਉਹ ਲਾ ਕੇ ਉਹ ਬੰਨ ਕੇ ਤੇ ਮੈਨੂੰ ਦੇ ਦਿੱਤਾ। ਮੈਂ ਕਿਹਾ ਬੇਟਾ ਇਹ ਕੀ? ਕਹਿੰਦੇ ਸਰ ਸਾਡੇ ਕੋਲ ਪੈਸੇ ਨਹੀਂ, ਮੇਰੇ ਪੇਰੈਂਟਸ ਕੋਲ ਪੈਸੇ ਨਹੀਂ ਹਨ ਤੇ ਮੈਂ ਉਹ ਫਾਈਲ ਵੀ ਨਹੀਂ ਲੈ ਸਕਦੀ, ਮੈਂ ਉਹ ਪ੍ਰੋਜੈਕਟ ਚੀਜ਼ ਵਾਸਤੇ ਸ਼ੀਟਸ ਵੀ ਨਹੀਂ ਲੈ ਸਕਦੀ, ਆ ਪੇਪਰ ਵੀ ਮੈਂ ਤੁਹਾਡੇ ਹੀ ਲਏ ਜੀ। ਠੀਕ ਹੈ। ਤੇ ਉਹ ਬੜਾ ਅੱਛਾ ਪ੍ਰੋਜੈਕਟ ਬਣਾਇਆ, ਚਾਹੇ ਉਹਨੇ ਉੱਤੇ ਬਹੁਤ ਕਲਰਿੰਗ ਨਹੀਂ ਕੀਤੀ, ਲੇਕਿਨ ਉਹ ਚੀਜ਼ ਉਹਨੇ ਇਨੋਵੇਟਿਵ ਵੇ ਨਾਲ ਆਪਣੇ ਨਾਲ ਬਣਾਈ। ਆਪ ਤੇ ਬਣਾਈ, ਯਾਨੀ ਸੋਚਿਆ ਕਿ ਧਾਗਾ ਨਹੀਂ ਹੈ, ਬੰਨਾ ਨਹੀਂ ਹੈ, ਤੇ ਘੱਟੋ ਘੱਟ ਮੈਂ ਇਹਨੂੰ ਚੁੰਨੀ ਦੇ ਲੱਗੇ ਧਾਗੇ ਨਾਲ ਬੰਨ ਕੇ ਦੇ ਦੇਵਾਂ। ਕੀ ਬਾਤ ਹੈ, ਇਹ ਵੀ ਇਨੋਵੇਸ਼ਨ। ਪਰ ਇਹ ਸੋਚਣਾ ਚਾਹੀਦਾ ਸਰ ਜੀ। ਪਰ ਮੈਂ ਉਸ ਗੱਲ ਤੇ ਆ ਰਿਹਾ ਆ ਕਿ ਹੁਣ ਬੜੀ ਸਾਰੀ ਨਾ ਟੈਡ ਟਾਕਸ ਆ ਰਹੀਆਂ ਨੇ, ਬੁੱਕਸ ਆ ਰਹੀਆਂ ਨੇ, ਉਹ ਸਾਫ਼ ਸ਼ਬਦਾਂ 'ਚ ਟੀਚਰ ਨੂੰ ਕਸੂਰਵਾਰ, ਸਕੂਲ ਨੂੰ ਖਾਸ ਕਰਕੇ ਕਸੂਰਵਾਰ ਠਹਿਰਾ ਰਹੇ ਨੇ ਕਿ ਕਿਤੇ ਸਕੂਲ ਕਿਲ ਤੇ ਨਹੀਂ ਕਰ ਰਹੇ ਕ੍ਰੀਏਟੀਵਿਟੀ ਨੂੰ। ਤੇ ਇਸ ਚੀਜ਼ ਤੋਂ ਅਸੀਂ ਜ਼ਰੂਰ ਬਚਣਾ ਹੈਗਾ ਆ ਕਿ ਅਸੀਂ ਕ੍ਰੀਏਟੀਵਿਟੀ ਵਧਾਉਣ ਵਾਲੇ ਬਣਦੇ ਹੋਈਏ, ਉਹਨੂੰ ਮਾਰਨ ਵਾਲੇ ਨਾ ਬਣ ਰਹੇ ਹੋਈਏ, ਉਹਨੂੰ ਕਿਲ ਨਾ ਕਰ ਰਹੇ ਹੋਈਏ। ਤੇ ਵੇਖੋ ਬਹੁਤ ਸਾਰੀ ਰਿਸਰਚ ਇਹ ਸਾਬਿਤ ਕਰਦੀਆਂ ਹੈਗੀਆਂ ਨੇ ਕਿ ਜਦੋਂ ਬੱਚਾ ਛੋਟਾ
ਛੋਟਾ ਹੁੰਦਾ ਆ ਉਹ ਕ੍ਰੀਏਟਿਵ ਹੁੰਦਾ ਆ, ਤੇ ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਉਹ ਨਾਨ ਕ੍ਰੀਏਟਿਵ ਹੁੰਦਾ ਜਾਂਦਾ ਹੈ। ਉਹ ਸਮਾਜ ਦੇ ਢਾਂਚੇ ਵਿੱਚ ਢਲਦਾ ਜਾਂਦਾ ਹੈਗਾ ਆ। ਇਸ ਚੀਜ਼ ਤੋਂ ਅਸੀਂ ਬਚਣਾ। 6ਵੀਂ ਦੇ ਬੱਚੇ ਸਾਡੇ ਕੋਲ ਆਉਂਦੇ ਆ, ਉਹ ਹਰ ਸਟੇਜ ਦੀ ਐਕਟੀਵਿਟੀ ਕਰਨ ਨੂੰ ਤਿਆਰ ਨੇ, ਤੇ ਜਿੰਨੇ ਚਿਰ ਨੂੰ +2 ਨੂੰ ਆਏ ਉਹ ਸਟੇਜ ਤੱਕ ਪਹੁੰਚਣ ਲਈ ਵੀ ਤਿਆਰ ਨਹੀਂ, ਉਹ ਬੋਲਣ ਲਈ ਵੀ ਤਿਆਰ ਨਹੀਂ, ਉਹਨਾਂ ਨੂੰ ਵਿਚਾਰ ਬੋਲਣਾ ਵੀ ਔਖਾ ਹੈ। ਤੇ ਕੀ ਕਮੀ ਰਹਿ ਰਹੀ ਹੈ ਸਕੂਲਾਂ ਵੱਲੋਂ ਕਿ ਅਸੀਂ ਕ੍ਰੀਏਟਿਵਿਟੀ ਨੂੰ ਮਾਰ ਰਹੇ ਹੈਗੇ ਆ? 5 ਸਾਲ ਦਾ ਬੱਚਾ ਕ੍ਰੀਏਟਿਵ ਆ ਤੇ 15 ਸਾਲ ਦਾ ਨਹੀਂ ਆ, ਕਿਉਂ ਕਿਉਂ ਕਿਉਂ? ਸਰ ਬਹੁਤ ਇੰਪੋਰਟੈਂਟ ਗੱਲ ਤੁਸੀਂ ਕੀਤੀ ਹੈ। ਵਾਕਈ ਕਿਤੇ ਨਾ ਕਿਤੇ ਸਾਡੇ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨ ਨੇ ਹੈ ਉਹ ਬੱਚਿਆਂ ਦੀ ਕ੍ਰੀਏਟਿਵਿਟੀ ਨੂੰ ਕਿਲ ਕਰ ਰਹੇ ਨੇ। ਉਹਦਾ ਸਭ ਤੋਂ ਵੱਡਾ ਕਾਰਨ ਸਾਡਾ ਸਿਸਟਮ ਹੈ, ਜੋ ਪਹਿਲੇ ਸਾਡੀ ਐਜੂਕੇਸ਼ਨ ਪਾਲਿਸੀ ਸੀ, ਜਿਹਦੇ ਵਿੱਚ ਸਾਡਾ ਮੇਨ ਧਿਆਨ ਸਿਰਫ ਉਹਦੀ ਇੰਟੈਲੀਜੈਂਸ ਨੂੰ ਵਧਾਉਣ ਵਿੱਚ ਸੀਗਾ, ਉਹਨੂੰ ਸਬਜੈਕਟ ਦੀ ਨੌਲੇਜ ਦੇਣ ਲਈ ਸੀਗਾ, ਉਹਨੂੰ ਸਿਰਫ ਅਸੀਂ ਕਹਿ ਲਈਏ ਤੇ ਇੱਕ ਕਿਤਾਬੀ ਕੀੜਾ ਬਣਾਉਣ ਦੇ ਵਿੱਚ ਲਗਾਇਆ, ਜਦਕਿ ਉਹਦੀ ਕ੍ਰੀਏਟਿਵਿਟੀ ਵੱਲ ਕਦੀ ਅਸੀਂ ਧਿਆਨ ਦਿੱਤਾ ਹੀ ਨਹੀਂ। ਪਰ ਆ ਐਨਈਪੀ ਤੋਂ ਚਲੋ ਹੁਣ ਸਾਨੂੰ ਹੁਣ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆਈ ਹੈ ਇਹਦੇ ਵਿੱਚ ਜਿਹੜਾ ਇਹ 4 C's ਹੈ ਇਹ ਇੰਪੋਰਟੈਂਟ ਰੋਲ ਅਦਾ ਕਰ ਰਹੇ ਨੇ, ਔਰ ਮੇਨ ਧਿਆਨ ਹੈ ਕਿ ਇੱਕ ਕ੍ਰੀਏਟਿਵ ਸਿਟੀਜ਼ਨ ਕ੍ਰੀਏਟ ਕਰਨਾ, ਜਿਹਦੇ ਚ ਕ੍ਰੀਏਟਿਵਿਟੀ ਹੋਵੇ, ਕ੍ਰਿਟੀਕਲ ਥਿੰਕਿੰਗ ਹੋਵੇ, ਜਿਹਦੇ ਚ ਇਨੋਵੇਸ਼ਨ ਹੋਣ ਜੀ। ਅਗਲਾ ਟੌਪਿਕ ਸਾਡਾ ਹੈਗਾ ਆ, ਅਗਲਾ ਸੀ ਸਾਡਾ ਹੈਗਾ ਆ ਕ੍ਰਿਟੀਕਲ ਥਿੰਕਿੰਗ। ਅਸੀਂ ਕ੍ਰਿਟੀਕਲ ਥਿੰਕਿੰਗ ਤੇ ਕੰਮ ਕਰਨਾ ਚਾਹੁੰਦੇ ਆ ਕਿ ਇੱਕ ਬੰਦਾ ਕੀ ਸੋਚ ਸਕਦਾ ਹੈ ਕਿ ਇੱਕ ਪ੍ਰੋਬਲਮ ਦੇ 4 ਸੋਲੂਸ਼ਨ ਵੀ ਹੋ ਸਕਦੇ ਨੇ। ਸਾਡੇ ਹੈਡ ਸਾਹਿਬਾਨ ਨਾਲ ਕਈ ਵਾਰ ਇਹ ਪ੍ਰੋਬਲਮ ਆਉਂਦੀ ਹੁੰਦੀ ਆ, ਤੇ ਮੈਂ ਆਪਣੇ ਸੈਮੀਨਾਰਸ ਵਿੱਚ ਬੋਲਦਾ ਹੁੰਦਾ ਆ ਕਿ ਅਗਰ ਇੱਕ ਹੈਡ ਵਿੱਚ, ਇੱਕ ਸਕੂਲ ਹੈਡ ਵਿੱਚ ਅਗਰ ਇੱਕ ਚੀਜ਼ ਹੋਣੀ ਆ ਨਾ, ਤਾਂ ਕੀ ਹੋਣੀ ਆ? ਕ੍ਰਿਟੀਕਲ ਥਿੰਕਿੰਗ। ਉਹ ਸੋਚ ਸਕੇ ਕਿ ਇੱਕ ਪ੍ਰੋਬਲਮ ਦੇ 4 ਸੋਲੂਸ਼ਨ ਹੋ ਸਕਦੇ ਹੈਗੇ ਨੇ। ਇੱਕ ਟੀਚਰ ਅਲੱਗ-ਅਲੱਗ ਪ੍ਰਕਾਰ ਨਾਲ ਸੋਚ ਸਕਦਾ ਹੈਗਾ। ਜਿਸ ਤਰ੍ਹਾਂ ਮੈਂ ਨਿਰਦੇਸ਼ ਦੇ ਰਿਹਾ ਹੈਗਾ, ਜ਼ਰੂਰੀ ਨਹੀਂ ਕਿ ਸਭ ਕੁਝ ਉਸ ਤਰ੍ਹਾਂ ਹੀ ਹੁੰਦਾ ਹੈਗਾ ਆ, ਅਲੱਗ-ਅਲੱਗ। ਮੈਂ ਇਹਦਾ ਧਰਮ ਦਾ ਵੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਜਿਹੜੇ ਲੋਕ ਪਰਮਾਤਮਾ 'ਚ ਵਿਸ਼ਵਾਸ ਕਰਦੇ ਆ, ਉਹਨਾਂ ਨੂੰ ਇਹ ਵੀ ਵਿਸ਼ਵਾਸ ਕਰਨਾ ਚਾਹੀਦਾ ਆ ਕਿ ਪਰਮਾਤਮਾ ਨੂੰ ਪਾਉਣ ਲਈ ਅਨੇਕਾਂ ਮਾਰਗ ਹੋ ਸਕਦੇ। ਉਹ ਕਿਸ ਤਰ੍ਹਾਂ ਅੜ ਜਾਂਦੇ ਹੈਗੇ ਨੇ ਕਿ ਨਹੀਂ ਇੱਕੋ ਹੀ ਮਾਰਗ ਹੈਗਾ ਆ। ਇੱਕ ਪ੍ਰੋਬਲਮ ਦੇ ਬਹੁਤ ਸਾਰੇ ਸੋਲੂਸ਼ਨ ਹੋ ਸਕਦੇ ਨੇ। ਤੁਸੀਂ ਉਹਨੂੰ ਸੋਚ ਪਾਓ, ਉੱਤੇ ਪਹੁੰਚ ਪਾਓ। ਡਿਸੀਜ਼ਨ ਮੇਕਿੰਗ ਕਿੱਥੋਂ ਆਉਣਾ ਆ? ਕ੍ਰਿਟੀਕਲ ਥਿੰਕਿੰਗ ਤੋਂ ਆਉਣਾ। ਪ੍ਰੋਬਲਮ ਸੋਲਵਿੰਗ ਕਿੱਥੋਂ ਆਉਣਾ ਆ? ਕ੍ਰਿਟੀਕਲ ਥਿੰਕਿੰਗ ਤੋਂ ਆਉਣਾ ਹੈਗਾ ਆ। ਅਗਰ ਤੁਸੀਂ ਕ੍ਰਿਟੀਕਲ ਥਿੰਕਰ ਹੈਗੇ ਜੇ ਤੇ ਤੁਸੀਂ ਇਸ ਚੀਜ਼ ਨੂੰ ਕਾਮਯਾਬ ਹੋ ਪਾਓਗੇ, ਤੁਸੀਂ ਡਿਸੀਜ਼ਨ ਲੈ ਪਾਓਗੇ। ਕਿਉਂਕਿ ਇੱਕ ਹੈਡ ਦੀ ਅਗਰ ਮੈਂ ਕਹਾਂ ਕਿ ਕਮੀ ਕੀ ਹੁੰਦੀ ਆ, ਤਾਂ ਉਹ ਇੱਕ ਕਮੀ ਹੈਗੀ ਹੈ ਕਿ ਉਹ ਡਿਸੀਜ਼ਨ ਨਹੀਂ ਲੈ ਪਾਉਂਦਾ ਹੈ। ਉਹ ਕੋਈ 2 ਟੀਚਰ ਆਪਣੀ ਪ੍ਰੋਬਲਮ ਲਏ, ਉਹ ਡਿਸੀਜ਼ਨ ਨਹੀਂ ਲੈ ਪਾਇਆ। ਬੱਚੇ 4 ਆਪਣੇ ਗਏ ਕਲਾਸ ਤੋਂ, ਕੋਈ ਆਪਣੀ ਪ੍ਰੋਬਲਮ ਲੈ ਕੇ ਉਹ ਡਿਸੀਜ਼ਨ ਨਹੀਂ ਲੈ ਪਾਇਆ। ਤੇ ਕਮੀ ਆਈ ਕਿੱਥੋਂ? ਕ੍ਰਿਟੀਕਲ ਥਿੰਕਿੰਗ ਤੋਂ। ਬਿਲਕੁਲ। ਤੇ ਕਾਰਨ ਕੀ ਬਣਿਆ? ਡਿਸੀਜ਼ਨ ਮੇਕਿੰਗ। ਬਿਲਕੁਲ ਠੀਕ, ਬਿਲਕੁਲ ਬਹੁਤ ਇੰਪੋਰਟੈਂਟ ਸੀ ਹੈ ਜੀ ਇਹ ਕ੍ਰਿਟੀਕਲ ਥਿੰਕਿੰਗ। ਕਿਸੇ ਚੀਜ਼ ਨੂੰ ਕ੍ਰਿਟੀਕਲੀ ਥਿੰਕ ਕਰਨਾ, ਆਲੋਚਨਾਤਮਕ ਵੇ ਦੇ ਨਾਲ ਵੀ ਵੇਖ ਪਾਉਣਾ ਉਹਨੂੰ। ਕੱਲ ਪਰਸੋਂ ਮੈਂ ਇੱਕ YouTube ਤੇ, ਐਕਚੁਅਲ ਮੈਨੂੰ ਥੋੜਾ ਸ਼ੌਂਕ ਹੈ ਜੀ, ਜਿਹੜੇ ਜੱਜਿਸ ਦਾ ਜਿਹੜਾ ਉਹਨਾਂ ਦਾ ਜੱਜਮੈਂਟ ਆਉਂਦੀ ਹੈ, ਉਹਨਾਂ ਦੇ ਅੱਜਕੱਲ ਵੀਡੀਓਜ਼ ਆ ਰਹੇ ਨੇ, ਅੱਜਕੱਲ ਰਿਕਾਰਡਿੰਗ ਹੁੰਦੀ ਪਈ ਹੈ, ਸਭ ਕੁਝ ਉਹਨਾਂ ਦਾ ਜਿਹੜੀ ਬਹਿਸ ਆਉਂਦੀ ਹੈ। ਉਹਨੂੰ ਜੱਜ ਸਾਹਿਬ ਬਹੁਤ HS ਅਰੋੜਾ ਜੱਜ ਸਾਹਿਬ ਨੇ ਬੜੀ ਵਧੀਆ ਕਹਿੰਦੇ, ਜਦੋਂ ਤੁਸੀਂ ਵਕੀਲ ਨੂੰ ਝਿੜਕ ਰਹੇ ਸਨ ਕਿ ਜਦੋਂ ਤੁਸੀਂ ਪਟੀਸ਼ਨ ਤਿਆਰ ਕਰਦੇ ਹੋ, ਤੁਸੀਂ ਇੱਕ ਬੰਦਾ ਪਟੀਸ਼ਨ ਤਿਆਰ ਕਰੇ, ਦੂਸਰਾ ਉਸ ਪਟੀਸ਼ਨ ਨੂੰ ਪੜ੍ਹ ਕੇ ਉਹਦਾ ਕ੍ਰਿਟੀਕਲ ਐਨਾਲਿਸਿਸ ਕਰਕੇ ਕਿ ਤੁਸੀਂ ਜਿਹਦੇ ਸਾਹਮਣੇ ਪੇਸ਼ ਕਰੋਗੇ, ਤੁਹਾਡਾ ਓਪੋਨੈਂਟ ਉਸ ਬਾਰੇ ਕੀ ਸੋਚ ਰਿਹਾ ਹੈ, ਕਿਹੜੀ ਕਮੀਆਂ ਨੇ ਤੁਹਾਡੇ ਉਹਦੇ 'ਚ, ਇਹ ਕੀ ਡਿਸੀਜਨ ਤੁਸੀਂ ਲਿਆ ਹੈ। ਕਿਉਂ ਨਹੀਂ ਤੁਸੀਂ ਉਹਦੇ ਤੇ ਬ੍ਰੇਨਸਟੋਰਮਿੰਗ ਕਰਦੇ ਕਿ ਮੈਂ ਇਹ ਪਟੀਸ਼ਨ ਲਿਖੀ ਹੈ ਤੇ ਇਹਦੇ 'ਚ ਨੈਗੇਟਿਵ ਪੁਆਇੰਟ ਜਾਂ ਪੋਜ਼ਿਟਿਵ। ਜੇ ਕੋਈ ਹੈਡ ਕੋਈ ਡਿਸੀਜਨ ਲੈ ਰਿਹਾ ਹੈ, ਕਿਉਂ ਨਹੀਂ ਉਹ ਇੱਕ ਬ੍ਰੇਨਸਟੋਰਮਿੰਗ ਐਕਸਰਸਾਈਜ਼ ਜਾਂ ਸੈਸ਼ਨ ਆਪਣੀ ਆਪਣੇ ਦਫ਼ਤਰ 'ਚ ਬੁਲਾਉਂਦਾ ਕਿ ਉਹ ਉਹਨੂੰ ਸੋਚਦਾ, ਉਹਨੂੰ ਐਨਾਲਾਈਜ਼ ਕਰਦਾ ਇਨਫੋਰਮੇਸ਼ਨ, ਜੋ ਗੱਲ ਕਰ ਰਿਹਾ ਕਿ ਐਸੇ ਤਰੀਕੇ ਕੀਤਾ ਜਾ ਸਕਦਾ ਜਾਂ ਦੂਸਰੇ ਤਰੀਕੇ ਕੀਤਾ ਜਾ ਸਕਦਾ। ਵੇਖੋ ਡੇਟਾ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਉਹਨੂੰ ਐਨਾਲਾਈਜ਼ ਕਰ ਪਾਉਣਾ। ਬਿਲਕੁਲ। ਇਨਫੋਰਮੇਸ਼ਨ ਤਾਂ ਬਹੁਤ ਜ਼ਿਆਦਾ ਆ ਰਹੀ ਹੈਗੀ ਆ, ਉਹਨੂੰ ਐਨਾਲਾਈਜ਼ ਕਰ ਪਾਉਣਾ ਤੇ ਫਿਰ ਉਤੋਂ ਕਿਸੇ ਨੌਨ ਬਾਇਸ, ਇਹ ਨਹੀਂ ਕਿ ਆਪਾਂ ਬਾਇਸ ਹੋ ਕੇ ਫੈਸਲਾ ਲੈ ਰਹੇ ਹਾਂ, ਤੇ ਉੱਤੇ ਪਹੁੰਚ ਪਾਉਣਾ, ਇਹ ਇੱਕ ਕ੍ਰਿਟੀਕਲ ਥਿੰਕਰ ਦਾ ਨਿਸ਼ਾਨੀ ਹੈਗੀ ਆ। ਅਗਰ ਅਸੀਂ ਉਹ ਕਰ ਪਾ ਰਹੇ ਹਾਂ ਤੇ ਫਿਰ ਉਹਦੇ ਲਈ ਓਪਨ ਮਾਈਂਡਨੈਸ ਵੀ ਚਾਹੀਦੀ ਹੈ, ਸਾਡੀ ਕਮਿਊਨੀਕੇਸ਼ਨ ਸਕਿੱਲ ਚਾਹੀਦੀ ਹੈ ਕਿ ਮੈਂ ਉਹਨਾਂ ਨਾਲ ਕਮਿਊਨੀਕੇਟ ਕਰ ਪਾਵਾਂ। ਕਈ ਵਾਰ ਕੀ ਹੁੰਦਾ ਨਾ ਕਿ 2 ਟੀਚਰ ਸਾਨੂੰ ਕੋਈ ਸਮੱਸਿਆ ਦੱਸ ਰਹੇ ਨੇ, ਮੈਂ ਦੋਵਾਂ ਨੂੰ ਸੁਣ ਪਾਵਾਂ, ਦੁਬਾਰਾ ਸੁਣ ਪਾਵਾਂ, ਇੱਕ ਵਾਰ ਮੈਂ ਗੱਲ ਕਰ ਲਈ ਫਿਰ ਦੁਬਾਰਾ ਕਰ ਪਾਵਾਂ, ਤੇ ਫਿਰ ਉਸ ਨੂੰ ਐਨਾਲਾਈਜ਼ ਕਰਕੇ ਮੈਂ ਉਹਦਾ ਸੋਲੂਸ਼ਨ ਦੇ ਪਾਵਾਂ। ਅਗਰ ਉਹ ਮੈਂ ਕਰ ਲਿਆ ਤੇ ਫਿਰ ਤੇ ਮੈਂ ਕਾਮਯਾਬ ਆ, ਤੇ ਜੇ ਮੈਂ ਨਹੀਂ ਕਰ ਪਾ ਰਿਹਾ ਤਾਂ ਫਿਰ ਮੈਂ ਕ੍ਰਿਟੀਕਲ ਥਿੰਕਰ ਨਹੀਂ ਹੈਗਾ। ਤੇ ਇਸ ਕਰਕੇ ਇਹ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ। ਇਹ ਜਿਹੜੀ ਤੁਸੀਂ ਸਾਹਮਣੇ ਸਾਡੇ ਕੋਲ ਜਿਹੜੀ ਹੈ PPT ਹੈ, ਇਸ ਵਿੱਚ ਦੇਖੋ ਬੜਾ ਕਲੀਅਰ ਕੱਟ ਐਨਾਲਿਸਿਸ ਇਹਦੇ ਵਿੱਚ ਹੋਇਆ ਕਿ ਦੇ ਆਰ ਇੰਟਰ ਰਿਲੇਟਡ, ਇੰਟਰਕਨੈਕਟਿਡ ਵੀ ਜੀ।
ਕਮਿਊਨੀਕੇਸ਼ਨ ਹੈ, ਓਪਨ ਮਾइंडनेस है, ਉਸ ਤੋਂ ਬਾਅਦ ਪ੍ਰੋਬਲਮ ਸੋਲਵਿੰਗ ਹੈ, ਫਿਰ ਕ੍ਰੀਏਟੀਵਿਟੀ, ਐਂਡ ਦੈਨ ਵੀ ਕਮ ਟੂ ਦਾ ਐਨਾਲਿਸਿਸ। ਹਾਂ, ਜੁੜੇ ਹੋਏ ਨੇ ਆਪਸ ਚ ਐਨਾਲਿਸਿਸ ਇਹ ਸਭ ਚੀਜ਼ਾਂ ਜਿਹੜੀਆਂ ਨੇ ਆਪਸ ਦੇ ਵਿੱਚ ਜੁੜੀਆਂ ਨੇ। ਜੇ ਅਸੀਂ ਆਪਣੇ ਡਿਸੀਜਨ ਦਾ ਕ੍ਰਿਟੀਕਲੀ ਐਨਾਲਿਸਿਸ ਨਹੀਂ ਕਰ ਪਾਉਂਦੇ, ਆਪਣੀ ਉਸ ਡਿਸੀਜਨ ਦੀ ਕਮੀ ਜਾਂ ਕੋਈ ਚੰਗਾ ਪੱਖ ਅਸੀਂ ਨਹੀਂ ਦੇਖ ਪਾਉਂਦੇ, ਉਹ ਕਹਿੰਦੇ ਨੇ ਨਾ ਇੱਕ ਤਸਵੀਰ ਦੇ ਦੋ ਰੁਖ ਹੁੰਦੇ ਨੇ, ਤੇ ਮੈਂ ਕਹਿੰਦਾ ਇੱਕ ਤਸਵੀਰ ਦੇ ਕਈ ਰੁਖ ਹੁੰਦੇ ਨੇ। ਹਾਂ, ਕਈ ਰੂਪ ਹੋ ਸਕਦੇ ਨਾ। For every problem has n number of solution. It totally depends on your creativity, how you want to solve that problem. ਹਰ ਪ੍ਰੋਬਲਮ ਦੇ n number of solutions ਨੇ। ਅਸੀਂ ਕਿਸ ਤਰੀਕੇ ਕਰਦੇ ਹਾਂ, ਕਿਸ ਤਰੀਕੇ ਸੋਚਦੇ ਹਾਂ, ਇਹ ਸਾਡੇ ਤੇ ਡਿਪੈਂਡ ਹੈ। ਹੁਣ ਦੇਖੋ, ਇਹ ਬੜੀ ਵਧੀਆ ਤੁਸੀਂ ਐਲਬਰਟ ਆਇਨਸਟਾਈਨ ਜੀ ਦੀ ਜਿਹੜੀ ਹੈ ਕੋਟ ਇੱਥੇ ਕੀਤੀ ਹੈ, the purpose of education is not just to fill the mind with the knowledge but to develop the critical thinking skills। ਨੌਲੇਜ ਦਾ ਨਹੀਂ ਭਰ ਦੇਣਾ ਨਾ ਉਹਨੂੰ। ਔਰ ਅਸਲ 'ਚ ਹੋ ਕੀ ਰਿਹਾ ਹੈ, ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹ ਸਿਰਫ ਔਰ ਸਿਰਫ ਸਟੂਡੈਂਟ ਦੇ ਬ੍ਰੇਨ ਨੂੰ ਫਿਲ ਕਰ ਰਿਹਾ ਹੈ ਨੌਲੇਜ ਦੇ ਨਾਲ ਜੀ, ਉਹਦਾ ਨਹੀਂ ਕੰਮ ਬਟ ਚੱਲੇਗਾ। ਉਹਦਾ ਕ੍ਰਿਟੀਕਲ ਥਿੰਕਿੰਗ ਜਿਹੜੀ ਹੈ ਉਹ ਡਿਵੈਲਪ ਕਰਨ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਕਾਮਯਾਬ ਹੋ ਹੀ ਨਹੀਂ ਪਾ ਅੱਛਾ, ਰਹੇ। ਜਿੰਨੇ ਆਪਾਂ ਅਸੀਂ ਲੈਸਨ ਲੈਣੇ ਹੈਗੇ ਨੇ, ਭਾਵੇਂ ਸਟ੍ਰੈਸ ਮੈਨੇਜਮੈਂਟ ਲੈਣੇ ਆ, ਇਸ ਤੋਂ ਪਹਿਲਾਂ ਅਸੀਂ ਟਾਈਮ ਮੈਨੇਜਮੈਂਟ ਕਰ ਰਹੇ ਹੈਗੇ ਸੀ, 4C ਅੱਜ ਅਸੀਂ ਕਰਾ ਰਹੇ ਹੈਗੇ ਆ, ਇਸ ਤੋਂ ਪਹਿਲਾਂ ਅਸੀਂ EQ ਪੜ੍ਹਾ ਰਹੇ ਹੈਗੇ ਸੀ, ਉਹ 'ਚ ਇੱਕ ਵਰਡ ਕਿੰਨਾ ਚੱਲਦਾ ਜੇ, ਐਮਪੈਥੀ। ਠੀਕ ਹੈ ਨਾ, ਤੇ ਉਹ ਸਾਰੀਆਂ ਚੀਜ਼ਾਂ ਮਿਲਾ ਕੇ ਡਿਸਪਲਿਨ ਆਵੇਗਾ, ਕ੍ਰਿਟੀਕਲ ਥਿੰਕਿੰਗ ਆਏਗੀ, ਇਹ ਸਾਰੀਆਂ ਚੀਜ਼ਾਂ ਮਿਲ ਕੇ ਨਾ ਫਿਰ ਪ੍ਰੋਬਲਮ ਦੇ ਸੋਲੂਸ਼ਨ ਆ ਪਾਏਗਾ। ਤੇ ਜੇ ਨਹੀਂ, ਹੁਣ ਕਈ ਵਾਰ ਹੈਡ ਦੇ ਬਾਰੇ ਮੈਂ ਕਿਉਂ ਗੱਲ ਕਰਦਾ ਹੁੰਦਾ ਕਿ ਉਹ ਇਨਫੋਰਮੇਸ਼ਨ ਨੂੰ ਐਨਾਲਾਈਜ਼ ਕਰ ਪਾਵੇ, ਉਹਦੇ ਕੋਲ ਐਮਪੈਥੈਟਿਕ ਬਿਹੇਵੀਅਰ ਵੀ ਹੋਵੇ, ਉਹ ਵੇਖੇ ਕਿ ਅਗਰ ਆ ਟੀਚਰ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਐਮਪੈਥੈਟਿਕਲੀ ਮੈਂ ਇਹਨੂੰ ਕਿਸ ਤਰ੍ਹਾਂ ਸੋਲਵ ਕਰ ਸਕਦਾ ਹੈਗਾ, ਤੇ ਉਹ ਸਾਰੀ ਜਾਣਕਾਰੀ ਨੂੰ ਲੈ ਕੇ ਕਮਿਊਨੀਕੇਸ਼ਨ ਦੇ ਚੈਨਲ ਨੂੰ ਖੋਲ ਕੇ ਤੇ ਫਿਰ ਉਹ ਕਰੇਗਾ ਤੇ ਕਿੰਨਾ ਆਸਾਨ ਹੋ ਜਾਏਗਾ। ਤੇ ਜੇ ਨਹੀਂ ਕਰ ਪਾ ਰਿਹਾ ਤਾਂ ਫਿਰ ਮੁਸ਼ਕਲ ਹੀ ਹੈ ਜੀ। ਦੇਖੋ, ਕਿਸੇ ਵੀ ਹੈਡ ਨੂੰ ਡਿਸੀਜਨ ਲੈਣ ਵਕਤ ਇਹ ਲੀਡਰਸ਼ਿਪ ਕੁਆਲਿਟੀ ਹੈ ਜੀ। ਜਿਹੜਾ ਕੋਈ ਜਿਹੜਾ ਇੰਪਲਾਈ ਹੈ ਉਹ ਇਸ ਕੁਰਸੀ ਤੇ ਬਹਿੰਦਾ ਹੈ ਤੇ ਉਹਦੇ ਵਿੱਚ ਇਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹੈ। ਐਮਪੈਥੀ ਬਹੁਤ ਵੱਡੀ ਇੰਪੋਰਟੈਂਟ ਚੀਜ਼ ਹੈ। ਕ੍ਰਿਟੀਕਲ ਥਿੰਕਿੰਗ ਜਿਹੜੀ ਗੱਲ ਕਰ ਰਹੇ ਹੋ, ਇਹ ਸਭ ਚੀਜ਼ਾਂ ਉਹ ਉਸ ਚੀਜ਼ ਨੂੰ ਦੇਖਦੇ ਹੋਏ ਜਿਹੜੇ ਡਿਸੀਜਨ ਲਏਗਾ ਉਸ ਇੰਸਟੀਟਿਊਸ਼ਨ ਵਾਸਤੇ ਜਿਹੜਾ ਬਹੁਤ ਜ਼ਿਆਦਾ ਹੈਲਪਫੁਲ ਜੀ। ਪਰ ਅਸੀਂ ਗੱਲ ਤੇ ਵੀ ਕਰ ਰਹੇ ਹਾਂ ਕਿ ਹੈਡ, ਫਿਰ ਟੀਚਰਸ ਤੇ ਫਿਰ ਬੱਚੇ। ਠੀਕ ਹੈ ਨਾ, ਇਹ ਤਿੰਨੇ ਸਟੇਜ ਤੇ ਸਾਡੀ ਕ੍ਰਿਟੀਕਲ ਥਿੰਕਿੰਗ ਜੇ ਚੱਲ ਰਹੀ ਹੋਏਗੀ ਤੇ ਬੜਾ ਹੀ ਆਸਾਨ ਹੋ ਜਾਏਗਾ ਲਾਈਫ। ਫਿਰ ਅਸੀਂ ਮਸ਼ੀਨਾਂ ਤੋਂ ਵਿਜੇ ਪ੍ਰਾਪਤ ਕਰ ਜਾਵਾਂਗੇ, ਫਿਰ AI ਨੂੰ ਅਸੀਂ ਹਰਾਉਣ 'ਚ ਕਾਮਯਾਬ ਹੋ ਜਾਵਾਂਗੇ। ਤੇ ਜੇ ਕ੍ਰਿਟੀਕਲ ਥਿੰਕਿੰਗ ਨਹੀਂ ਹੈ ਤਾਂ ਫਿਰ ਮਸ਼ੀਨ ਤਾਂ ਤੁਹਾਡੇ ਤੋਂ ਵਧੀਆ ਲਿਖ ਰਹੀ ਹੈ, ਸਭ ਤੋਂ ਵਧੀਆ ਬੋਲ ਰਹੀ ਆ। ਅੱਛਾ, ਹੁਣ ਨਾ ਤੁਸੀਂ ਵੇਖਿਆ ਹੋਊਗਾ ਕਿਸੇ ਵੀ ਟੈਕਸਟ ਨੂੰ ਬੋਲਿਆ ਜਾ ਸਕਦਾ ਹੈਗਾ, ਉਹਨੂੰ ਟੈਕਸਟ ਟੂ ਵੌਇਸ ਆਪਾਂ ਚੇਂਜ ਕਰ ਸਕਦੇ ਹਾਂ। ਯਾਨੀ ਟੀਚਰ ਤੋਂ ਕਿਤੇ ਵੱਧ ਵਧੀਆ ਤਰੀਕੇ ਨਾਲ ਕੋਈ ਚੀਜ਼ ਬੁਲਾਈ ਜਾ ਸਕਦੀ ਹੈਗੀ ਆ। ਫਿਰ ਅਸੀਂ ਕਿੱਥੋਂ ਬਚਣਾ ਹੈਗਾ? ਸਾਨੂੰ ਕ੍ਰਿਟੀਕਲ ਥਿੰਕਿੰਗ ਹੀ ਬਚਾ ਸਕਦੀ ਹੈਗੀ ਆ। ਤੇ ਅਗਰ ਅਸੀਂ ਉਹਨੂੰ ਸਮਝਣ 'ਚ ਕਾਮਯਾਬ ਹੋ ਗਏ ਤੇ ਗਾਂ ਜਿਹੜਾ ਆਉਣ ਵਾਲਾ ਯੂਥ ਹੈਗਾ ਉਸ ਚੀਜ਼ ਨੂੰ ਸਮਝਣ 'ਚ ਕਾਮਯਾਬ ਹੋ ਗਿਆ ਤੇ ਉਹਦੀਆਂ ਜੌਬਸ ਬਚੀਆਂ ਰਹਿਣਗੀਆਂ, ਨਹੀਂ ਤਾਂ ਉਹ ਬਹੁਤ ਮੁਸ਼ਕਿਲ 'ਚ ਪਏਗਾ। ਬਿਲਕੁਲ ਠੀਕ ਹੈ ਜੀ। ਮੈਂ ਕੱਲ ਹੀ ਨਿਊਜ਼ਪੇਪਰ ਪੜ੍ਹ ਰਿਹਾ ਸੀ ਔਰ ਉਹਦੇ 'ਚ ਆਇਆ ਕਿ ਬੈਂਗਲੌਰ ਦੇ ਵਿੱਚ ਉਹਨਾਂ ਨੇ ਟੀਚਰ ਰੋਬੋਟ ਤਿਆਰ ਕਰ ਦਿੱਤਾ। ਅੱਛਾ, ਜਿਹੜਾ ਕਿ 4 ਸਬਜੈਕਟ ਜਿਹੜਾ ਬੱਚਿਆਂ ਨੂੰ ਪੜ੍ਹਾ ਸਕਦਾ AI ਦੀ ਹੈਲਪ ਦੇ ਨਾਲ। ਠੀਕ ਹੈ। ਲੇਕਿਨ ਦੇਖੋ, ਟੀਚਰ ਰੋਬੋਟ ਤਾਂ ਤਿਆਰ ਕਰ ਦਿੱਤਾ AI ਦੀ ਮਦਦ ਦੇ ਨਾਲ, ਲੇਕਿਨ ਉਹ ਰੋਬੋਟ ਜਿਹੜਾ ਹੈ ਉਹ ਕ੍ਰਿਟੀਕਲੀ ਥਿੰਕਿੰਗ ਨਹੀਂ ਕਰ ਸਕਦਾ, ਕ੍ਰੀਏਟਿਵ ਵੀ ਨਹੀਂ ਹੋ ਪਾਏਗਾ, ਉਹ ਕ੍ਰੀਏਟਿਵ ਨਹੀਂ ਹੋ ਪਾਏਗਾ। ਕਮਿਊਨੀਕੇਸ਼ਨ ਦੀ ਵੀ ਕਈ ਇਹੋ ਜਿਹੇ ਇਹਦੇ ਬੇਸ ਦੇ ਉੱਤੇ ਤੁਸੀਂ ਸ਼ਾਇਦ ਮੂਵੀ ਦੇਖੀ ਹੋਣਗੀਆਂ, ਜਿਹ 'ਚ ਇੱਕ ਰਾਵਨ ਮਿਊਜ਼ਿਕ ਮੂਵੀ ਆਈ ਸੀ, ਔਰ ਇਸ ਤਰੀਕੇ ਦੇ ਨਾਲ ਇੱਕ ਹੋਰ ਮੂਵੀ ਆਈ ਸੀਗੀ, ਮੈਨੂੰ ਉਹਦਾ ਨਾਮ ਭੁੱਲਦਾ, ਜਿੱਥੇ ਰੋਬੋਟ ਬਣਾਉਂਦਾ, ਰੋਬੋਟ ਜਿਹੜਾ ਆਪਣੇ ਆਪ ਨੂੰ ਸੈਲਫ ਡਿਸਟਰਕਟਿਵ ਹੋ ਜਾਂਦਾ, ਬਹੁਤ ਡਿਸਟਰਕਸ਼ਨ ਕਰਦਾ ਹੈ। ਰਜਨੀਕਾਂਤ ਦੀ ਮੂਵੀ ਸੀ। ਯਾਨੀ ਟੈਕਨੋਲੋਜੀ ਜਿੰਨੀ ਜ਼ਿਆਦਾ ਡਿਵੈਲਪ ਹੋ ਰਹੀ ਹੈ, ਭਾਵੇਂ ਕਰ ਤਾਂ ਆਦਮੀ ਰਿਹਾ ਜੀ, ਮਸ਼ੀਨ ਆਦਮੀ ਨੂੰ ਨਹੀਂ ਬਣਾ ਰਹੀ, ਆਦਮੀ ਮਸ਼ੀਨ ਨੂੰ ਬਣਾ ਰਿਹਾ, ਲੇਕਿਨ ਇਹ ਚੀਜ਼ ਜੇ ਆਦਮੀ ਦੇ ਬ੍ਰੇਨ ਦੇ ਵਿੱਚ ਹੋਣਗੇ ਤੇ ਤਾਂ ਹੀ ਅੱਗੇ ਜਿਹੜੀ ਉਹ ਡਿਵੈਲਪਮੈਂਟ ਹੋ ਸਕੇਗੀ, ਨਹੀਂ ਤਾਂ ਡਿਵੈਲਪਮੈਂਟ ਵੀ ਪੋਸੀਬਲ ਨਹੀਂ ਹੈ ਜੀ। ਪਰ ਕ੍ਰੀਏਟਿਵ ਹੀ ਨਹੀਂ ਹੋਏਗਾ ਆਦਮੀ, ਆਰਟੀਫਿਸ਼ੀਅਲ ਇੰਟੈਲੀਜੈਂਸ ਜੋ ਅੱਜ ਹੈਗੀ ਹੈ ਉੱਥੋਂ ਤੱਕ ਸੀਮਿਤ ਰਹਿ ਜਾਏਗੀ ਜੀ। ਸਾਡੇ ਬੱਚੇ ਕੁਝ ਕਰ ਹੀ ਨਹੀਂ ਪਾਉਣਗੇ। ਅੱਛਾ, ਵਰਲਡ ਇਕਨੋਮਿਕ ਫੋਰਮ ਦੀ ਸਾਫ਼ ਰਿਪੋਰਟ ਕਹਿ ਰਹੀ ਹੈ ਕਿ 50% ਇੰਪਲੋਏ ਜਿਹੜੇ ਹੁਣ ਚੱਲ ਰਹੇ ਨੇ ਨਾ, ਉਹਨਾਂ ਨੂੰ 2025 ਤੱਕ ਕਿਤੇ ਨਾ ਕਿਤੇ ਉਸ ਚੀਜ਼ ਨੂੰ ਡਿਵੈਲਪ ਕਰਨਾ ਪਏਗਾ, ਨਵੀਂ ਉਹਨੂੰ ਰੀਸਕਿਲ ਖੁਦ ਨੂੰ ਕਰਨਾ ਪਏਗਾ। ਅਗਰ ਉਹ ਪੁਰਾਣੇ ਤਰੀਕੇ ਨਾਲ ਚੱਲਦੇ ਰਹਿੰਦੇ ਤਾਂ ਕਾਮਯਾਬ ਨਹੀਂ ਹੋਣਗੇ। ਮੈਂ ਐਗਜ਼ਾਮਪਲ ਲੈਣਾ ਚਾਹੁੰਦਾ ਸਕੂਲ ਐਜੂਕੇਸ਼ਨ ਵਿੱਚ। ਸਾਡੇ ਕੋਲ ਟੀਚਰਸ ਸਾਡੇ ਕੋਲ ਜਿਹੜੇ ਕਲਰਕ ਹੈਗੇ ਸੀ, ਬੜੇ
ਮਾਹਿਰ ਕਲਰਕ ਹੈਗੇ ਸੀ, ਅੱਜ ਤੋਂ 10 ਸਾਲ ਪਹਿਲਾਂ ਆਪਾਂ ਵੇਖੀਏ, ਉਹ ਹਰ ਚੀਜ਼ ਨੂੰ ਲਿਖਣ ਵਿੱਚ, ਬਜਟਿੰਗ ਕਰਨ ਵਿੱਚ ਬੜੇ ਕਾਮਯਾਬ ਹੈਗੇ ਸੀ। ਪਰ ਜਿਸ ਤਰ੍ਹਾਂ ਟੈਕਨੋਲੋਜੀ ਆਈ, ਉਹ HMR ਸਾਈਟ ਤੇ ਸ਼ਿਫਟ ਹੋਇਆ ਡੇਟਾ, ਕਿ ਹੁਣ ਸਾਰਾ ਜਿਹੜਾ ਹੈਗਾ ਆ ਪੇ ਦਾ ਸਟਰਕਚਰ ਹੈਗਾ ਆ ਉਹ ਬਣਿਆ ਕਰੇਗਾ HMR ਸਾਈਟ ਤੋਂ। ਤੇ ਮੈਂ ਵੇਖਿਆ ਉਹ ਜਿਹੜੇ ਚੰਗੇ ਚੰਗੇ ਕਲਰਕ ਹੈਗੇ ਸੀ ਪੂਰੀ ਤਰ੍ਹਾਂ ਫੇਲ ਹੋ ਗਏ। ਉਹ ਡਿਪੈਂਡ ਕਰ ਗਏ ਉਹਨਾਂ ਟੀਚਰਸ ਦੇ ਉੱਤੇ ਜਿਹੜੇ ਕਿ ਕੰਪਿਊਟਰ ਨੂੰ ਚਲਾਉਣ ਵਿੱਚ ਕਾਮਯਾਬ ਹੈਗੇ ਸੀ। ਤੇ ਕੀ ਹੋਇਆ ਕਿ ਉਹ ਕੋਈ ਕਮਜ਼ੋਰ ਸੀ? ਨਹੀਂ। ਕਿ ਉਹਨਾਂ ਦਾ ਨੌਲੇਜ ਘੱਟ ਸੀ? ਨਹੀਂ, ਮਗਰ ਉਹ ਰੀਸਕਿਲ ਨਹੀਂ ਕਰ ਪਾਏ ਖੁਦ ਨੂੰ। ਇਹੋ ਟੀਚਰ ਤੇ ਵੀ ਆਉਣਾ ਜੇ। ਬਿਲਕੁਲ ਠੀਕ ਹੈ ਜੀ, ਬਹੁਤ ਇੰਪੋਰਟੈਂਟ ਗੱਲ ਹੈ। ਰੈਗੂਲਰ ਜਿਹੜੇ ਪ੍ਰੋਫੈਸ਼ਨਲ ਡਿਵੈਲਪਮੈਂਟ ਵਾਸਤੇ ਜਿਹੜੇ ਰਿਫਰੈਸ਼ਰ ਕੋਰਸਿਸ ਹੈ, ਟੀਚਰ ਦੀ ਟ੍ਰੇਨਿੰਗ ਜਿਹੜੀ ਹੈ, ਇਹ ਜਿਹੜੇ ਸਕਿੱਲਸ ਨੇ, ਸੌਫਟ ਸਕਿੱਲ ਜਿਨ੍ਹਾਂ ਦੀ ਅਸੀਂ ਗੱਲਬਾਤ ਕਰ ਰਹੇ ਹਾਂ, ਇਹਨਾਂ ਦੀ ਟੀਚਰ ਟ੍ਰੇਨਿੰਗ ਦੇ ਵਿੱਚ ਟੀਚਰ ਬਹੁਤ ਨੂੰ ਲੋੜ ਹੈ, ਬਹੁਤ ਜ਼ਰੂਰਤ ਹੈ। ਦੇਖੋ ਡੇਲੀ ਸਾਡੇ ਸੁਸਾਇਟੀ ਦੇ ਵਿੱਚ ਨਵੀਂ ਇਨਵੈਂਸ਼ਨਸ ਹੋ ਰਹੀਆਂ ਜੀ ਨੇ, ਜੀ ਜੀ ਜੀ। ਨਵੀਂ ਨੌਲੇਜ ਐਕਸਪਲੋਰ ਹੋ ਰਹੀ ਹੈ। ਹਰ ਕੋਈ ਬੰਦਾ ਉਸ ਨੌਲੇਜ ਨੂੰ ਨਹੀਂ ਲੈ ਸਕਦਾ, ਉਹਦੇ ਕੋਲ ਕੋਈ ਐਸੇ ਸੋਰਸ ਨਹੀਂ ਹਨ। ਟੀਚਰ ਟ੍ਰੇਨਿੰਗ ਇੱਕ ਐਸਾ ਜਰੀਆ ਹੋਏਗਾ ਜਿਸ ਤਰੀਕੇ ਉਹਨਾਂ ਨੂੰ ਟੀਚਰ ਤੱਕ ਨਵੀਂ ਨੌਲੇਜ, ਨਵੀਂ ਜਿਹੜੀ ਇਨੋਵੇਸ਼ਨ ਨੇ, ਇਨਵੈਂਸ਼ਨ ਨੂੰ ਪਹੁੰਚਾਇਆ ਜਾ ਸਕੇ, ਤਾਂ ਕਿ ਉਹ ਇਨਵੈਂਸ਼ਨ ਦੀ ਨੌਲੇਜ ਜਿਹੜੀ ਹੈ ਟੀਚਰ ਦੇ ਥਰੂ ਰੂਟ ਲੈਵਲ ਤੇ ਬੱਚਿਆਂ ਨੂੰ। ਹੁਣ ਤੁਸੀਂ ਗੱਲ ਕਰਦੇ ਹੁੰਦੇ ICT ਦੇ ਕਿੰਨੇ ਕੰਪੋਨੈਂਟ, ਕਿੰਨੇ ਇਨਫਰਾਸਟ੍ਰਕਚਰ ਸਾਡੇ ਕੋਲ ਆ ਚੁੱਕਿਆ ਹੈਗਾ, ਪਰ ਉਹਦੀ ਟ੍ਰੇਨਿੰਗ ਵੀ ਤਾਂ ਚਾਹੀਦੀ ਹੈ ਨਾ। ਉਹਨੂੰ ਸਮਝਾਉਣ ਲਈ ਵੀ ਤੇ ਕੋਈ ਚਾਹੀਦਾ ਨਾ, ਕਿ ਜਿਹੜਾ ਦੱਸ ਸਕੇ ਕਿ ਇਹਨਾਂ ਨੂੰ ਯੂਜ਼ ਕਿਸ ਤਰ੍ਹਾਂ ਕਰਨਾ, ਇਹਦਾ ਬੈਨੀਫਿਟ ਕੀ ਹੈਗਾ। ਜਿਹੜੀ ਗੱਲ ਮੈਂ ਕਲਰਕਸ ਦੇ ਨਾਲ ਦੱਸੀ ਸੀ, ਉਹ ਟੀਚਰਸ ਨਾਲ ਹੋ ਰਹੀ ਆ, ਕਿ ਜੇ ਉਹ ਪ੍ਰੋਜੈਕਟ ਨੂੰ ਯੂਜ਼ ਨਹੀਂ ਕਰ ਪਾ ਰਹੇ, ਜੇ ਉਹ ਐਜੂਸੈਟ ਨੂੰ ਯੂਜ਼ ਨਹੀਂ ਕਰ ਪਾ ਰਹੇ, ਤੇ ਬੱਚਿਆਂ ਤੱਕ ਪਹੁੰਚੂਗਾ ਕਿਸ ਤਰ੍ਹਾਂ? ਤੇ ਉਹ ਟੀਚਰ ਤੇ ਬਹੁਤ ਪਿੱਛੇ ਰਹਿ ਜਾਣਗੇ। ਤੇ ਇਸ ਚੀਜ਼ ਨੂੰ ਸਾਨੂੰ ਸੋਚਣਾ ਹੈ ਕਿ ਆਹ ਜਿਹੜੀਆਂ 4 C's ਹੈਗੀਆਂ ਨੇ, ਇਹਦੇ ਵਿੱਚ ਆਈਏ। ਤੇ ਆਖਰੀ ਸਕਿੱਲ ਤੇ ਅਸੀਂ, ਆਖਰੀ 4 ਤੇ ਅਸੀਂ ਆ ਰਹੇ ਹਾਂ ਕੋਲੈਬੋਰੇਸ਼ਨ। ਕੋਲੈਬੋਰੇਟਿਵ ਲਰਨਿੰਗ ਸਭ ਤੋਂ ਨਾ ਸੌਖਾ, ਆਸਾਨ ਲੱਗਦਾ ਹੈ, ਤੇ ਕਈ ਵਾਰ ਲੱਗਦਾ ਹੈ ਕਿ ਵੀ ਕੋਲੈਬੋਰੇਸ਼ਨ, ਟੀਮ ਸਪਿਰਿਟ, ਟੀਮ ਲੀਡਰ, ਟੀਮ ਵਰਕ, ਭਲਾ ਇਹਦੀ ਕੀ ਲੋੜ ਪੈ ਗਈ ਡਿਸਕਸ ਕਰਨ ਦੀ? ਇਹ ਤੇ ਆਪਣੇ ਆਪ ਹੋ ਸਕਦਾ ਹੈ, ਇਹ ਤੇ ਹੋ ਹੀ ਜਾਏਗਾ। ਪਰ ਮੈਂ ਸੋਚਦਾ ਹੁੰਦਾ ਕਿ ਸਭ ਤੋਂ ਵੱਡੀ ਮੁਸ਼ਕਲ ਹੀ ਇਹੋ ਆ ਗਈ ਜੇ। ਅੱਜ ਟੀਚਰ ਕਈ ਵਾਰ ਕ੍ਰਿਟੀਕਲ ਥਿੰਕਰ ਵੀ ਹੈਗਾ ਜੇ, ਕਮਿਊਨੀਕੇਸ਼ਨ ਵੀ ਉਹਦੀ ਕੋਈ ਮਾੜੀ ਨਹੀਂ ਹੈਗੀ ਜੇ, ਉਹ ਕ੍ਰੀਏਟਿਵ ਵੀ ਹੈਗਾ ਜੇ, ਮਗਰ ਕੋਲੈਬੋਰੇਸ਼ਨ ਵਿੱਚ ਉਹ ਬਹੁਤ ਪਿੱਛੇ ਹੈਗਾ। ਉਹ 2 ਜਣਿਆਂ ਨਾਲ ਮਿਲ ਕੇ ਨਹੀਂ ਕੁਝ ਕਰ ਸਕਦਾ। ਉਹਨੂੰ ਆਖੋ ਨਾ ਕਿ ਤੁਸੀਂ ਦੋਵੇਂ ਇੱਕੋ ਸਬਜੈਕਟ ਦੇ ਟੀਚਰ ਜੇ ਮਿਲ ਕੇ ਆ ਪ੍ਰੋਜੈਕਟ ਤਿਆਰ ਕਰ ਲਓ, ਬੱਚਿਆਂ ਲਈ ਤਿਆਰ ਕਰ ਲਓ, ਕੁਐਸਚਨ ਪੇਪਰ ਹੀ ਉਹਨਾਂ ਨੂੰ ਕਹਿ ਦੋ ਨਾ ਤਿਆਰ ਕਰ ਲਓ, ਤੇ ਉਹਨਾਂ ਲਈ ਬੜੀ ਮੁਸੀਬਤ ਬਣ ਜਾਂਦੀ ਕਿ 2 ਜਣੇ ਨਹੀਂ ਕਰ ਸਕਦੇ, ਇੱਕ ਕੋ ਭਾਵੇਂ 11 ਵੀ ਤਿਆਰ ਕਰਵਾ ਲਓ। 2 ਜਣੇ ਇੱਕ ਕੁਐਸਚਨ ਪੇਪਰ ਨਹੀਂ ਤਿਆਰ ਕਰ ਸਕਦੇ, 2 ਜਣੇ ਇੱਕ ਪ੍ਰੋਜੈਕਟ ਤਿਆਰ ਨਹੀਂ ਕਰ ਸਕਦੇ, 2 ਜਣੇ ਇੱਕ ਕਲਾਸ ਵਿੱਚ ਇਕੱਠੇ ਨਹੀਂ ਪੜ੍ਹਾ ਸਕਦੇ। ਦੇਖੋ ਬੜਾ ਇੰਪੋਰਟੈਂਟ ਸੀ ਹੈ ਕੋਲੈਬੋਰੇਸ਼ਨ, ਕੋਲੈਬੋਰੇਟਿਵ ਲਰਨਿੰਗ। ਐਕਚੁਅਲ ਇਹ ਗੁਣ ਇਨਕਲਕੇਟ ਕਿੱਥੋਂ ਹੁੰਦਾ? ਸਾਨੂੰ ਇਸ ਗੁਣ ਦੇ ਖਤਮ ਹੋਣ ਦੇ ਕਾਰਨ ਨੂੰ ਦੇਖਣਾ ਪਊ, ਰੂਟ ਕਾਜ਼ ਜਿਹੜਾ ਉਹ ਕਿਉਂ ਹੋ ਰਿਹਾ ਜੀ। ਉਹਦਾ ਕਾਰਨ ਹੈ ਸਾਡੇ ਨਿਊਕਲੀਅਰ ਫੈਮਿਲੀਜ਼। ਪਹਿਲੇ ਸਾਡੇ ਕੋਲ ਜੁਆਇੰਟ ਫੈਮਿਲੀ ਸਿਸਟਮ ਸੀਗਾ, ਜਿਹਦੇ ਵਿੱਚ ਚਾਚੇ, ਤਾਏ, ਸਾਰੇ ਪਰਿਵਾਰ ਸਾਰਾ ਇਕੱਠਾ ਹੁੰਦਾ ਸੀਗਾ, ਇੱਕ ਦੂਜੇ ਤੋਂ ਸਿੱਖਦੇ ਸੀ, ਇੱਕ ਦੂਜੇ ਦੀ ਮਦਦ ਕਰਦੇ ਸੀ। ਤੁਸੀਂ ਆਪਣਾ ਹੀ ਸਮਾਂ ਯਾਦ ਕਰ ਲਓ, ਉਹ ਟਾਈਮ ਸੀਗਾ ਜਦੋਂ ਸਾਰੇ ਸ਼ਾਮ ਨੂੰ ਗਲੀ ਮੁਹੱਲੇ ਇਕੱਠੇ ਹੁੰਦੇ ਸਨ, ਇੱਕ ਦੂਜੇ ਕੋਲ ਸਿੱਖਦੇ ਸਨ। ਲੇਕਿਨ ਅੱਜ ਉਹ ਫੈਮਿਲੀ ਸਟਰਕਚਰ ਹੀ ਖਤਮ ਹੋ ਗਿਆ। ਉਹ ਫੈਮਿਲੀ ਸਟਰਕਚਰ ਖਤਮ ਹੋਣਗੇ, ਜਿਹੜੇ ਗੁਣ ਇੱਕ ਦੂਜੇ ਨਾਲ ਇਕੱਠੇ ਮਿਲ ਕੇ ਰਹਿਣ ਦੀ ਭਾਵਨਾ ਜਾਗਰਤ ਹੁੰਦੀ ਸੀ, ਇੱਕ ਦੂਜੇ ਦੀ ਮਦਦ ਕਰਨ ਦੀ ਭਾਵਨਾ ਜਾਗਰਤ ਹੁੰਦੀ ਸੀ, ਜਾਂ ਅਸੀਂ ਇੱਕ ਦੂਸਰੇ ਕੋਲ ਸਿੱਖਦੇ ਸਾਂ, ਉਹ ਨਵੀਂ ਪੀੜ੍ਹੀ ਕੋਲ ਉਹ ਪਹੁੰਚ ਹੀ ਨਹੀਂ ਰਹੀ। ਔਰ ਉਸ ਤੋਂ ਬਾਅਦ ਅੱਗੇ ਨਿਊਕਲੀਅਰ ਫੈਮਿਲੀ ਆ ਗਈ, ਹੁਣ ਉਸ ਤੋਂ ਬਾਅਦ ਵੀ ਮਾਈਕਰੋ ਫੈਮਿਲੀ ਆ ਗਈ, ਸਿੰਗਲ ਪੇਰੈਂਟ ਆ ਗਏ। ਉਸ ਤੋਂ ਬਾਅਦ ਤੁਸੀਂ ਗੱਲ ਦੱਸ ਰਹੇ ਸੀ ਕਿ ਸਿੰਗਲ ਪੇਰੈਂਟਸ ਵਾਲਾ ਕੇਸ ਆ ਗਿਆ, ਤੇ ਉਹ ਬੱਚੇ ਤੇ ਕੋਲੈਬੋਰੇਟਿਵ ਲਰਨਿੰਗ ਜਿਹੜੀ ਹੈ ਉਹ ਡਿਵੈਲਪ ਨਹੀਂ ਹੋ ਪਾਈ। ਕੋਲੈਬੋਰੇਸ਼ਨ ਜਿਹੜੀ ਹੈ ਆਪਣੇ ਸਹਿਪਾਠੀਆਂ ਦੇ ਨਾਲ, ਆਪਣੇ ਕੁਲੀਗਸ ਦੇ ਨਾਲ ਮਿਲ ਜੁਲ ਕੇ ਕੋਈ ਕੰਮ ਕਰਨਾ, ਐਕਟਿਵਲੀ ਉਹਨਾਂ ਕੋਲ ਕੁਝ ਸਿੱਖਣਾ, ਕੁਝ ਆਪਣੀ ਗੱਲ ਉਹਨਾਂ ਨੂੰ ਦੱਸਣਾ, ਉਹ ਡਿਵੈਲਪ ਹੋ ਹੀ ਨਹੀਂ ਪਾ ਰਿਹਾ। ਅੱਛਾ, ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਨਾ ਪੁਰਾਣੇ ਟੀਚਰ ਨਵੇਂ ਟੀਚਰ ਨਾਲ ਫੇਸ ਕਰ ਰਹੇ, ਭਲਾ ਕੀ ਜੇ? ਉਹ ਕਹਿੰਦੇ ਜੀ ਸਾਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦੇ ਹੈਗੇ। ਤੇ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਇਹਦਾ ਕਾਰਨ ਸਮਝੋ ਕਿਉਂ ਨਹੀਂ ਬੁਲਾਉਂਦੇ ਹੈਗੇ। ਉਹ ਨਿਊਕਲੀਅਰ ਫੈਮਿਲੀ ਤੋਂ ਆਏ ਹੈਗੇ ਨੇ, ਉਹਨਾਂ ਨੂੰ ਬਚਪਨ ਚੋਂ ਮੋਬਾਈਲ ਮਿਲ ਗਿਆ ਹੈਗਾ, ਉਹਨਾਂ ਨੇ ਵੇਖਿਆ ਕਿ ਮੋਬਾਈਲ ਨਾਲ ਸਰਵਾਈਵਲ ਪੋਸੀਬਲ ਹੈ। ਮੈਂ ਸਾਰਾ ਦਿਨ ਕਿਸੇ ਨਾਲ ਨਾ ਵੀ ਗੱਲ ਕਰਾਂ ਤੇ ਮੇਰਾ ਕੰਮ ਚੱਲ ਸਕਦਾ ਹੈਗਾ। ਉਹ ਇਸ ਭਾਵਨਾ ਤੇ ਆ ਹੀ ਨਹੀਂ ਰਿਹਾ ਕਿ ਟੀਮ ਵਰਕ ਵੀ ਕੋਈ ਚੀਜ਼ ਹੁੰਦੀ ਆ, ਕਿਸੇ ਹੋਰ ਮਨੁੱਖ ਦੀ ਵੀ ਲੋੜ ਹੁੰਦੀ ਆ। ਬੱਚੇ ਆ ਸੈਰ ਕਰ ਰਹੇ ਨੇ ਪਾਰਕਾਂ ਵਿੱਚ, ਕਿਸ ਤਰ੍ਹਾਂ ਕੰਨਾਂ ਵਿੱਚ ਉਹਨਾਂ ਨੇ ਕੁਛ ਲਗਾਇਆ ਹੋਇਆ ਜਿੱਥੋਂ ਆਵਾਜ਼ ਆ ਰਹੀ ਹੈ, ਮਿਊਜ਼ਿਕ ਆ ਰਿਹਾ ਹੈਗਾ ਆ, ਹੈਡਫੋਨਸ ਉਹਨਾਂ ਦੇ ਚੱਲ ਰਹੇ ਹੈਗੇ ਨੇ।
ਅੱਖਾਂ ਤੇ ਉਹਨਾਂ ਗੋਗਲਸ ਲਗਾਏ ਹੋਏ ਹੈਗੇ ਨੇ ਤਾਂ ਕਿ ਉਹ ਕੀ ਚਾਹੁੰਦੇ ਨੇ, ਹਿਊਮਨ ਇੰਟਰੈਕਸ਼ਨ ਹੋਵੇ ਹੀ ਨਾ, ਉਹਨਾਂ ਨੂੰ ਕਿਸੇ ਆਦਮੀ ਦੇ ਨਾਲ ਗੱਲ ਕਰਨੀ ਨਾ ਪੈ ਜਾਵੇ, ਆਈ ਕੰਟੈਕਟ ਹੋ ਹੀ ਨਾ ਪਾਵੇ, ਉਹਨਾਂ ਨੂੰ ਕਿਸੇ ਦੀ ਗੱਲ ਸੁਣੇ ਹੀ ਨਾ, ਉਹ ਕਿਸੇ ਨੂੰ ਕੁਝ ਬੋਲਣ ਹੀ ਨਾ, ਠੀਕ ਹੈ ਨਾ। ਤੇ ਇਸ ਸਥਿਤੀ ਵਿੱਚ ਕੋਲੈਬੋਰੇਸ਼ਨ ਸਭ ਤੋਂ ਔਖਾ ਸੀ ਜੇ, ਜਿਹੜਾ ਸਭ ਤੋਂ ਸੌਖਾ ਲੱਗ ਸਕਦਾ ਆ, ਪਰ ਮੈਂ ਕਹਾਂਗਾ ਸਭ ਤੋਂ ਔਖਾ। ਤੁਸੀਂ ਬੱਚਿਆਂ ਦੇ ਸਾਹਮਣੇ ਐਗਜ਼ਾਮਪਲ ਰੱਖ ਕੇ ਵੇਖੋ ਕਿ ਆਹ ਪ੍ਰੋਜੈਕਟ ਆ ਇਕੱਲੇ ਕਰਨਾ ਤੇ ਆਹ ਪ੍ਰੋਜੈਕਟ ਹੈਗਾ 5 ਜਣੇ ਮਿਲ ਕੇ ਕਰਨਾ, ਸਾਰੇ ਬੱਚੇ ਇਕੱਲੇ ਵਾਲੇ ਤੇ ਹੱਥ ਰੱਖ ਦੇਣਗੇ, ਉਹਨੂੰ ਪ੍ਰੈਫਰੈਂਸ ਦੇਣਗੇ। ਬਿਲਕੁਲ ਠੀਕ ਗੱਲ ਹੈ ਸਰ ਤੁਹਾਡੀ ਕਿ ਕੋਲੈਬੋਰੇਸ਼ਨ ਜਿਹੜੀ ਹੈ ਉਹ ਸਾਡੇ ਕਿਤੇ ਨਾ ਕਈ ਇਹਦੇ ਖੂਨ 'ਚ ਖਤਮ ਹੁੰਦੀ ਜਾਣ ਡਈ ਹੈ। ਟੀਮ ਵਰਕ ਦੀ ਭਾਵਨਾ ਜਿਹੜੀ ਖਤਮ, ਕਿਸੇ ਨੂੰ ਕਹੋ ਨਾ ਕਿਹੜੀ ਗੇਮ 'ਚ ਪੈਣਾ ਸਰ, ਉਹ ਗੇਮ 'ਚ ਪੈਣਾ ਜਿੱਥੇ ਇੰਡੀਵਿਜੂਅਲ ਗੇਮ ਹੋਵੇ, ਮੈਂ ਇਕੱਠੇ ਵਾਲੀ ਗੇਮ 'ਚ ਨਹੀਂ ਜਾਣਾ। ਮੈਂ ਬੱਚਿਆਂ ਨੂੰ ਕਹਿੰਦੇ ਸੁਣਿਆ, ਕਿਉਂ ਕਹਿੰਦਾ ਜੀ ਮੈਨੂੰ ਆਪਣੀ ਐਬਿਲਿਟੀ ਤੇ ਪੂਰਾ ਕੰਟਰੋਲ ਹੈ, ਮੈਂ ਆਪੇ ਕੁਝ ਕਰ ਸਕਦਾ, ਕਿਉਂਕਿ ਉਹਨਾਂ ਦੇ ਵਿੱਚ ਉਹ ਕੋਲੈਬੋਰੇਟਿਵ ਲਰਨਿੰਗ ਜਿਹੜੀ ਹੈ ਉਹ ਇਨਕਲਕੇਟ ਹੀ ਨਹੀਂ ਹੋ ਪਾਈ। ਅੱਛਾ ਵਰਡ ਯੂਜ਼ ਕਰ ਰਿਹਾ ਐਬਿਲਿਟੀ, ਇਹ ਇੱਕ ਪ੍ਰਕਾਰ ਦੀ ਐਬਿਲਿਟੀ ਹੈਗੀ ਆ ਕਿ ਆਪਾਂ ਸਾਰਿਆਂ ਨੂੰ ਇਕੱਠੇ ਲੈ ਸਕੀਏ ਕਾਮਨ ਗੋਲ ਲਈ। ਮੈਂ ਬਹੁਤ ਸਾਫ਼ ਸ਼ਬਦਾਂ 'ਚ ਕਮਰਸ 'ਚ ਪੜਾਉਣਾ ਹੁੰਦਾ ਕਿ ਜਿਹੜਾ ਵੀ ਤੁਸੀਂ ਇੰਡਸਟਰੀ ਵਿੱਚ ਜਾ ਰਹੇ ਜੇ, ਜਿਹੜੀ ਕੰਪਨੀ ਜੁਆਇਨ ਕਰ ਰਹੇ ਜੇ, ਉਹਦੇ ਵਿੱਚ ਕੋਈ ਕਾਮਨ ਗੋਲ ਹੋਏਗਾ। ਇਹ ਤੇ ਨਹੀਂ ਕਿ ਤੁਸੀਂ ਇਕੱਲੇ ਕੰਮ ਕਰਨਾ ਹੈਗਾ ਤੇ ਇਕੱਲੇ ਕੰਮ ਕਰ ਲੋਗੇ, ਉਹ ਕਾਮਨ ਗੋਲ ਕੋਲੈਬੋਰੇਸ਼ਨ ਨਾਲ ਹੀ ਸਥਾਪਿਤ ਹੋ ਪਾਏਗਾ। ਜੇ ਤੁਸੀਂ ਇਹਦੇ ਵਿੱਚ ਇਕੱਲਾ ਹੀ ਸਭ ਕੁਝ ਕਰ ਸਕਦਾ ਤੇ ਫਿਰ ਉਹ ਕੋਈ ਕੰਪਨੀ ਇਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਇੱਕ ਬੰਦੇ ਨਾਲ ਚੱਲਦੀ ਹੋਵੇ। ਕੰਪਨੀ ਤੇ ਹਜ਼ਾਰਾਂ ਬੰਦਿਆਂ ਨਾਲ ਚੱਲਦੀ ਹੈਗੀ, ਉਹਨਾਂ ਸਾਰਿਆਂ ਨਾਲ ਤੁਸੀਂ ਮਿਲ ਕੇ ਕਰਨਾ। ਤੁਸੀਂ ਭਾਵੇਂ HR 'ਚ ਹੋ ਤੇ ਕੀ ਤੁਸੀਂ ਮੈਨੇਜਮੈਂਟ ਵਾਲੇ ਨਾਲ ਗੱਲ ਨਹੀਂ ਕਰੋਗੇ, ਤੁਸੀਂ ਸੇਲਸ ਵਾਲੇ ਨਾਲ ਗੱਲ ਨਹੀਂ ਕਰੋਗੇ, ਤੁਸੀਂ ਦੂਸਰੇ ਡਿਪਾਰਟਮੈਂਟਸ ਨਾਲ ਕੋਈ ਰਾਬਤਾ ਨਹੀਂ ਰੱਖੋਗੇ, ਕਿਸ ਤਰ੍ਹਾਂ? ਇਹੀ ਤੇ ਇੱਕ ਕਾਰਨ ਹੈ ਜਿਹੜਾ ਕਿ ਪ੍ਰੋਫੈਸ਼ਨਲ ਵਰਲਡ ਦੇ ਵਿੱਚ ਜਿਹੜੇ ਆਫਿਸਰਸ ਨੇ ਜਾਂ ਕਹਿ ਲਓ ਕਿ ਵਰਕਰ ਨੇ, ਉਹਨਾਂ ਦੇ ਵਿੱਚ ਆਪਸ 'ਚ ਇੱਕ ਜਿਹੜਾ ਰਿਲੇਸ਼ਨਸ਼ਿਪ ਡਿਵੈਲਪ ਨਹੀਂ ਹੋ ਪਾਉਂਦਾ ਪਿਆ। ਦੈਟ ਇਜ਼ ਦਾ ਮੇਜਰ ਰੀਜ਼ਨ, ਕਿਉਂਕਿ ਉਹਨਾਂ ਨੂੰ ਫੈਮਿਲੀ ਸਿਸਟਮ 'ਚੋਂ ਉਹ ਚੀਜ਼ ਨਹੀਂ ਮਿਲੀ। ਉਸ ਤੋਂ ਬਾਅਦ ਸਕੂਲ ਲੈਵਲ ਦੇ ਉੱਤੇ ਟੀਚਰ ਦੁਆਰਾ ਜਾਂ ਕੁਝ ਹੋਰ ਜਿਹੜੇ ਨੇ ਉਹਨਾਂ ਦਾ ਕੋਈ ਇਹੋ ਜਿਹਾ ਇਨੀਸ਼ੀਏਟਿਵ ਨਹੀਂ ਲਿੱਤਾ ਗਿਆ ਕਿ ਬੱਚਿਆਂ 'ਚ ਕੋਲੈਬੋਰੇਟਿਵ ਲਰਨਿੰਗ ਜਿਹੜੀ ਉਹ ਡਿਵੈਲਪ ਹੋ ਸਕੇ। ਔਰ ਉਹ ਜਦੋਂ ਜਾ ਕੇ ਪ੍ਰੋਫੈਸ਼ਨਲ ਲਾਈਫ 'ਚ ਜਾਂ ਆਪਣੇ ਫੀਲਡ 'ਚ ਜਾਂਦੇ ਨੇ ਤੇ ਉਹਨਾਂ ਦੇ ਨਾਲ ਆਪਸ ਜਿਹੜੇ ਉਹਨਾਂ ਦੇ ਕੁਲੀਗਸ ਹੈ ਉਹਨਾਂ ਦੇ ਵਿੱਚ ਵੀ ਉਹ ਰਿਲੇਸ਼ਨਸ਼ਿਪ ਡਿਵੈਲਪ ਨਹੀਂ ਹੋ ਪਾ ਰਹੇ। ਵੀ ਇਹ ਸਭ ਚੀਜ਼ਾਂ ਇੰਟਰਕਨੈਕਟ ਹੈ। ਜੇ ਥੱਲੇ ਬੀਜ ਹੀ ਨਹੀਂ ਬੀਜਿਆ ਤੇ ਅਸੀਂ ਕਿੱਥੋਂ ਆਸ ਕਰ ਸਕਦੇ ਹਾਂ ਕਿ ਸਾਨੂੰ ਕੋਈ ਫਸਲ ਅੱਛੀ ਮਿਲ ਜਾਏਗੀ। ਤਾਂ ਇੱਕ ਹੋਰ ਚੀਜ਼ ਜਿਹੜੀ ਹੈ ਨੋ ਡਾਊਟ 21st ਸੈਂਚੁਰੀ ਦੀ ਬਹੁਤ ਇੰਪੋਰਟੈਂਟ ਜ਼ਰੂਰਤ ਹੈ, ਔਰ ਸਾਨੂੰ ਸਾਡੇ ਬੱਚਿਆਂ ਦੇ ਵਿੱਚ ਐਸੇ ਤਰੀਕਿਆਂ ਦੇ ਨਾਲ ਕੋਲੈਬੋਰੇਟਿਵ ਲਰਨਿੰਗ ਡਿਵੈਲਪ ਕਰਨੀ ਚਾਹੀਦੀ ਹੈ ਕਿ ਬੱਚੇ ਜਿਹੜੇ ਨੇ ਰਲ ਕੇ ਇਹ ਚੀਜ਼ ਨੂੰ ਸਿੱਖਣ। ਯਾਨੀ ਦੇਖੋ ਕੋਲੈਬੋਰੇਟਿਵ ਲਰਨਿੰਗ ਠੀਕ ਹੈ ਫੈਮਿਲੀ 'ਚ ਨਹੀਂ ਮਿਲੀ, ਲੇਕਿਨ ਇੱਕ ਸਕੂਲ 'ਚ ਇੱਕ ਟੀਚਰ ਤੇ ਕੋਸ਼ਿਸ਼ ਕਰ ਸਕਦਾ ਸਿੱਖਣਾ ਤਾਂ ਕਿੰਨੇ ਆ ਨਾ, ਅਸੀਂ ਗਰੁੱਪ ਬਣਾ ਕੇ ਉਹਨਾਂ ਕੋਲ ਕੋਈ ਨਾ ਕੋਈ ਉਹਨਾਂ ਨੂੰ ਕੰਮ ਅੱਗੇ ਦੇ ਸਕਦਾ, ਔਰ ਉਹਨਾਂ ਨੂੰ ਦੱਸਣਾ ਪਏਗਾ ਵੀ ਤੁਸੀਂ ਇਕੱਲੇ ਕੁਝ ਨਹੀਂ ਹੋ ਜਦ ਤੱਕ ਕਿ ਤੁਸੀਂ ਇਕੱਠੇ ਨੇ। ਹੁਣ ਦੇਖੋ ਹੈਲਨ ਕੈਲਰ ਦੀ ਬੜੀ ਅੱਛੀ ਸਟੇਟਮੈਂਟ, ਅਲੋਨ ਵੀ ਕੈਨ ਡੂ ਸੋ ਲਿਟਲ ਐਂਡ ਟੁਗੇਦਰ ਵੀ ਕੈਨ ਡੂ ਸੋ ਮਚ। ਹੁਣ MLM ਕੰਪਨੀ ਦਾ ਮੈਂ ਐਗਜ਼ਾਮਪਲ ਦੇਣਾ, ਮਲਟੀ ਲੈਵਲ ਮਾਰਕੀਟਿੰਗ ਕੰਪਨੀਆਂ ਚਲਦੀਆਂ ਹੀ ਇਸ ਸਿਰ ਤੇ ਪਈਆਂ, ਕਿਉਂਕਿ ਉਹ ਕਿਤੇ ਨਾ ਕਿਤੇ ਆਪਣੇ ਜਿਹੜੇ ਉਹ ਮੈਂਬਰਸ ਬਣਾਉਂਦੀਆਂ ਨੇ ਉਹਨਾਂ 'ਚ ਕੋਲੈਬੋਰੇਟਿਵ ਜਿਹੜੀ ਲਰਨਿੰਗ ਜਿਹੜੀ ਹੈ, ਕੋਲੈਬੋਰੇਸ਼ਨ ਦੇ ਨਾਲ ਵਰਕ ਕਰਨ ਵਾਲਾ ਕੰਮ ਉਹ ਇਨਕਲਕੇਟ ਕਰ ਦਿੰਦੀਆਂ। ਚੇਨ ਬਣਦੀ ਹੈ, ਇੱਕ ਚੇਨ ਦੇ ਅੱਗੇ ਫਿਰ 3-4 ਬੰਦੇ ਨੇ, ਉਹਨਾਂ ਦੇ ਅੱਗੇ ਫਿਰ ਉਹਦੀ ਮਦਦ ਕਰਦਾ ਹੈ, ਉਹਦੀ ਮਦਦ ਕਰਦਾ ਹੈ, ਔਰ ਉਹ ਕਿਤੇ ਨਾ ਕਿਤੇ ਇੱਕ ਵੱਡੀ ਚੇਨ ਬਣਾ। ਹਰ ਇੱਕ ਕੰਪਨੀ 'ਚ, ਹਰ ਇੱਕ ਸਕੂਲ 'ਚ, ਹਰ ਇੱਕ ਪਰਿਵਾਰ 'ਚ, ਹਰ ਇੱਕ ਸਮਾਜ 'ਚ ਕਿ ਜਿੰਨਾ ਚਿਰ ਕੋਲੈਬੋਰੇਸ਼ਨ ਨਹੀਂ ਹੋਏਗੀ ਆਪਾਂ ਕਿਸ ਤਰ੍ਹਾਂ ਕੰਮ ਕਰ ਸਕਦੇ। ਕੋਈ ਦੁਨੀਆ ਤੇ ਕੰਮ ਇਕੱਲਿਆਂ ਨਹੀਂ ਹੁੰਦਾ, ਭਾਵੇਂ ਉਹ ਲੱਗਦਾ ਵੀ ਹੋਵੇ ਕਿ ਇਕੱਲਿਆਂ ਹੋ ਰਿਹਾ ਪਰ ਉਹ ਇਕੱਲਿਆਂ ਹੋ ਨਹੀਂ ਰਿਹਾ। ਉਹਦੇ ਪਿੱਛੇ ਬੜੇ ਹਜ਼ਾਰਾਂ ਲੋਕ ਸ਼ਾਮਿਲ ਹੁੰਦੇ ਨੇ। ਅਗਰ ਕੋਈ ਬੰਦਾ ਹੱਥ ਖੜਾ ਕਰਕੇ ਆਉਂਦਾ ਨਾ ਕਿ ਮੈਂ ਲਾਈਫ 'ਚ ਕਾਮਯਾਬ ਹੋਇਆ, ਤਾਂ ਮੈਂ ਪੁੱਛਦਾ ਹੁੰਦਾ ਕਿ ਵੀ ਤੈਨੂੰ ਪੜ੍ਹਾਉਣ ਵਾਲੇ ਕੀ ਹਜ਼ਾਰਾਂ ਟੀਚਰ ਨਹੀਂ ਸੀ? ਕੀ ਤੇਰੇ 2 ਮਾਂ-ਬਾਪ ਤੇ ਕੀ ਨਾ ਉਹਨਾਂ ਦੇ ਬਹੁਤ ਸਾਰੇ ਭੈਣ ਭਰਾ ਨਹੀਂ ਹੈਗੇ ਸੀ? ਕੀ ਸਮਾਜ ਨੇ ਤੇਰਾ ਸਪੋਰਟ ਨਹੀਂ ਕੀਤਾ? ਜਿਹੜੇ ਕਾਲਜ ਯੂਨੀਵਰਸਿਟੀ ਤੋਂ ਪੜ੍ਹਿਆ, ਕਿ ਤੈਨੂੰ ਕੀ ਲੱਗਦਾ ਕਿ ਉਹ ਪੜ੍ਹਾਈ ਬਿਨਾਂ ਸਬਸਿਡੀ ਦੇ ਹੋ ਗਈ ਸੀ? ਉਹ ਸਰਕਾਰ ਨੇ ਸਬਸਿਡੀ ਦਿੱਤੀ ਸੀ, ਉਹ ਹਜ਼ਾਰਾਂ ਲੋਕਾਂ ਦਾ ਪੈਸਾ ਸੀ। ਯਾਨੀ ਇੱਕ ਬੰਦਾ ਜਿਹੜਾ ਕਾਮਯਾਬ ਖੁਦ ਨੂੰ ਕਹਿ ਰਿਹਾ ਹੁੰਦਾ ਆ, ਉਹ ਹਜ਼ਾਰਾਂ ਲੱਖਾਂ ਲੋਕਾਂ ਦੀ ਮਿਹਨਤ ਦਾ ਨਤੀਜਾ ਹੁੰਦਾ ਹੈ। ਕੋਈ ਇਕੱਲਾ ਕਾਮਯਾਬ ਅੱਜ ਤੱਕ ਨਹੀਂ ਹੋਇਆ। ਕਿਸੇ ਇੰਡਸਟਰੀ ਵਿੱਚ, ਕਿਸੇ ਫੈਕਟਰੀ ਵਿੱਚ, ਕਿਸੇ ਸਕੂਲ ਵਿੱਚ, ਕਿਸੇ ਕੋਈ ਅਧਿਆਪਕ, ਕੋਈ ਸਟੂਡੈਂਟ ਇਕੱਲਾ ਕੁਛ ਨਹੀਂ ਹੈ। ਇਹ ਸਮਝਣ ਤੇ ਆਪਾਂ ਜੇ ਕਾਮਯਾਬ ਹੋ ਗਏ ਤੇ ਅਸੀਂ 4C ਵਿੱਚ ਜਿਹੜਾ
ਜਿਹੜਾ ਕੋਲੈਬੋਰੇਸ਼ਨ ਵਾਲਾ ਗੱਲ ਹੈ ਉਹ ਕਾਮਯਾਬ ਹੋ ਜਾਣਗੇ। ਤੇ ਅਸੀਂ ਹੁਣ ਆ ਰਹੇ ਹਾਂ ਆਖਰੀ ਪੁਆਇੰਟ ਤੇ ਕਿ ਆਹ ਜਿਹੜੀਆਂ 4 ਸਕਿੱਲ ਹੈਗੀਆਂ, ਕ੍ਰੀਏਟੀਵਿਟੀ ਹੋਈ, ਕ੍ਰਿਟੀਕਲ ਥਿੰਕਿੰਗ ਹੋਈ, ਕਮਿਊਨੀਕੇਸ਼ਨ ਹੋਈ, ਕੋਲੈਬੋਰੇਸ਼ਨ ਹੋਇਆ, ਇਹਨਾਂ ਨੂੰ ਚਾਰਾਂ ਨੂੰ ਮਿਲਾ ਲਈਏ ਤੇ ਫਿਰ ਅਸੀਂ ਇੱਕ ਚੰਗੀ ਹਿਊਮਨ ਬੀਇੰਗ ਬਣ ਪਾਵਾਂਗੇ, ਕਾਮਯਾਬ ਇਨਸਾਨ ਬਣ ਪਾਵਾਂਗੇ ਤੇ ਅਸੀਂ ਕਾਮਯਾਬ ਹੋ ਜਾਵਾਂਗੇ। ਬਿਲਕੁਲ ਠੀਕ ਗੱਲ ਹੈ। ਦੇਖੋ ਇਹ 4 C's ਜਿਹੜੇ ਨੇ ਉਹ ਇੰਪਾਵਰ ਕਰਦੇ ਨੇ ਇੱਕ ਸਟੂਡੈਂਟ ਟੂ ਬਿਕਮ ਅ ਥਿੰਕ ਟੈਂਕ, ਜਿਹਦੇ ਵਿੱਚ ਉਹ 4 C's ਬੱਚੇ ਦੇ ਵਿੱਚ ਆ ਗਈਆਂ ਜੇ ਇੱਕ ਤੇ ਹੀ ਬਿਕਮ ਦਾ ਥਿੰਕ ਟੈਂਕ ਆਫ ਦਾ ਵਰਲਡ। ਔਰ ਸਟੂਡੈਂਟ ਜਦੋਂ ਇਕੱਠੇ ਮਿਲ ਕੇ ਕੰਮ, ਤੁਸੀਂ ਦੇਖਿਆ ਹੋਵੇਗਾ ਸਟੂਡੈਂਟ ਪਾਵਰ ਵਰਡ ਯੂਜ਼ ਕਰਦੇ ਹਨ, ਭੀੜ ਦੀ ਪਾਵਰ, ਜਦੋਂ ਭੀੜ ਇਕੱਠੇ ਕੁਝ ਕਰਨ ਤੇ ਆ ਜਾਂਦੀ ਹੈ ਤੇ ਸੱਤਾ ਪਲਟ ਦਿੰਦੀ ਹੈ, ਨਦੀਆਂ ਦੇ ਰੁੱਖ ਮੋੜ ਦਿੰਦੀ ਹੈ, ਵੱਡੇ ਵੱਡੇ ਪਹਾੜ ਤੋੜ ਦਿੰਦੀ ਹੈ। ਇਹ ਕੋਲੈਬੋਰੇਸ਼ਨ ਹੀ ਹੈ, ਠੀਕ ਹੈ। ਔਰ ਕ੍ਰੀਏਟੀਵਿਟੀ ਦੇਖੋ, ਕ੍ਰੀਏਟੀਵਿਟੀ ਹੈ ਤੇ ਕ੍ਰੀਏਟੀਵਿਟੀ ਦੇ ਨਾਲ ਦੁਨੀਆ ਦੇ ਕਿੰਨੇ ਕੰਮ ਅਜਿਹੇ ਨੇ ਜਿਹੜੇ ਸੰਭਵ ਨਹੀਂ ਸੀ, ਲੇਕਿਨ ਉਹ ਕ੍ਰੀਏਟੀਵਿਟੀ ਨੇ, ਉਹ ਬੰਦਿਆਂ ਨੇ ਉਹ ਚੀਜ਼ਾਂ ਕਰ ਦਿੱਤੀਆਂ। ਅੱਜ ਤੁਹਾਡੇ ਹੱਥ 'ਚ ਮੋਬਾਈਲ ਹੈ, ਉਹ ਵੀ ਤਾਂ ਕ੍ਰੀਏਟੀਵਿਟੀ ਹੈ। ਅੱਜ ਅਸੀਂ LED ਦੇਖ ਰਹੇ ਹਾਂ, ਅੱਜ ਫੋਲਡੇਬਲ ਮੋਬਾਈਲਸ ਆ ਗਏ ਨੇ, ਜਾਂ ਅਸੀਂ ਕੰਨਾਂ 'ਚ ਕੁਝ ਸੁਣ ਰਹੇ ਹਾਂ, ਅੱਜ ਕੰਪਿਊਟਰ ਤੇ ਵਰਕ ਕਰ ਰਹੇ ਹਾਂ, ਇੱਥੇ ਬਹਿ ਕੇ ਅਸੀਂ ਲੈਕਚਰ ਰਿਕਾਰਡ ਕਰ ਰਹੇ ਹਾਂ, ਇਹ ਵੀ ਤੇ ਕ੍ਰੀਏਟੀਵਿਟੀ ਹੈ। ਇੱਕ ਇੱਥੇ ਮੈਨੂੰ ਗੱਲ ਬਹੁਤ ਇੰਪੋਰਟੈਂਟ ਮੈਂ ਕਰਨਾ ਚਾਹਾਂਗਾ ਸਿਰਫ 1 ਮਿੰਟ ਦੇ ਲਈ। ਤੁਸੀਂ ਜਾਣਦੇ ਹੋਗੇ ਪਹਿਲੇ ਫੋਟੋ ਖਿੱਚਦੇ ਸੀ, ਸਾਡੇ ਕੋਲ ਕੈਮਰੇ ਆਉਂਦੇ ਸੀ, ਰੀਲ ਵਾਲੇ, ਠੀਕ ਹੈ। 34 ਅੱਜ ਕਿਤੇ ਨਜ਼ਰ ਆਉਂਦਾ ਜੀ, ਅੱਜ ਖਤਮ ਹੋ ਗਏ। ਅੱਜ ਉਹ ਜਿਹੜੇ ਕੋਨਿਕਾ ਕੰਪਨੀ ਜਿਹੜੀਆਂ ਬਣਾਉਂਦੀਆਂ ਸੀ, ਉਹ ਕੰਪਨੀਆਂ ਦਾ ਅਸਤਿਤਵ ਦੁਨੀਆ ਤੋਂ ਖਤਮ ਹੋ ਗਿਆ, ਕਿਉਂਕਿ ਉਹ ਕ੍ਰੀਏਟਿਵ ਨਹੀਂ ਹੋ ਪਾਈਆਂ। ਉਹ ਆਪਣੇ ਸਮੇਂ ਦੇ ਮੁਤਾਬਕ ਕ੍ਰੀਏਟੀਵਿਟੀ ਦੇ ਨਾਲ ਅੱਗੇ ਨਹੀਂ, ਕ੍ਰੀਏਟੀਵਿਟੀ ਨਹੀਂ ਕਰ ਸਕੀਆਂ। ਠੀਕ ਗੱਲ, ਠੀਕ। ਕਿਸੇ ਟਾਈਮ ਤੇ ਪੋਲਰਾਈਡ ਕੈਮਰਾ ਆਉਂਦੇ ਸਨ, ਠੀਕ ਹੈ। ਅੱਜ ਉਹ ਪੋਲਰਾਈਡ ਕੈਮਰਾ ਖਤਮ ਹੋ ਗਿਆ ਜੀ, ਤੇ ਕਲਿੱਕ ਉਸੇ ਟਾਈਮ ਤੇ ਫੋਟੋ ਨਿਕਲ ਆਉਂਦੀ ਸੀ। ਅੱਜ ਉਹ ਕਿਤੇ ਨਜ਼ਰ ਨਹੀਂ ਆ ਰਹੀ, ਕਿਉਂਕਿ ਸਾਡੇ ਕੋਲ ਕੰਪਿਊਟਰ ਔਰ ਪ੍ਰਿੰਟਰਸ ਆ ਗਏ, ਡਿਜੀਟਲ ਕੈਮਰਾਜ਼ ਆ ਗਏ ਨੇ, ਅਸੀਂ ਡਿਜੀਟਲ ਦੀ ਹੈਲਪ ਦੇ ਨਾਲ ਉਹ ਤੇ ਜਿੰਨਾ ਵੀ ਉਹਨੂੰ ਐਡੀਟਿੰਗ ਕਰ ਸਕਦੇ ਹਾਂ। ਯਾਨੀ ਸਮੇਂ ਦੇ ਹਾਣੀ ਬਣਨ ਲਈ ਸਾਨੂੰ 4 C ਨੂੰ ਅਪਣਾਉਣਾ ਪਏਗਾ। ਕ੍ਰਿਟੀਕਲ ਥਿੰਕਿੰਗ, ਕੋਲੈਬੋਰੇਟਿਵ ਲਰਨਿੰਗ, ਸਾਡੇ ਕ੍ਰੀਏਟੀਵਿਟੀ, ਇਹ ਸਾਨੂੰ ਅਪਣਾਉਣੀ ਹੀ ਪਏਗੀ। ਜੀ ਬਹੁਤ ਧੰਨਵਾਦ ਰਾਜਵਿੰਦਰ ਜੀ, ਤੁਸੀਂ ਆਏ ਸਟੂਡੀਓ ਵਿੱਚ। 4 C NEP ਦਾ ਜਿਹੜਾ ਕਿ ਮੁੱਖ 4 C's ਹੈਗੀਆਂ ਨੇ, ਜਿਹਨੂੰ ਸਿੱਖਣ ਦੇ ਬਾਅਦ ਅਸੀਂ NEP ਦਾ ਕਰੀਬ ਆਤਮਾ ਨੂੰ ਸਮਝ ਲਵਾਂਗੇ, ਤੇ ਇਹਦੇ ਉੱਤੇ ਤੁਸੀਂ ਜ਼ੋਰ ਦਿੱਤਾ ਤੇ ਅਸੀਂ ਸਮਝਾਉਣ ਵਿੱਚ ਸ਼ਾਇਦ ਕਾਮਯਾਬ ਹੋਏ ਹੋਵਾਂਗੇ ਟੀਚਰ ਨੂੰ। ਬਹੁਤ ਧੰਨਵਾਦ ਰਾਜਵਿੰਦਰ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।